अल्हम्दुलिल्लाह अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। अऊज़ु बिल्लाहि मिनश शैतानिर रजीम बिस्मिल्लाहिर रहमानिर रहीम। क़ाल अल्लाहु अज़्ज़ा व जल फ़ी किताबिहिल करीम हामीम आइन सीन काफ कज़ालिका यूही इलैका व इलल्लज़ीना मिन क़ब्लिका अल्लाहुल अज़ीज़ुल हकीम। सदक़ल्लाहुल अलियुल अज़ीम। रब्बी इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबह। आमीन या रब्बल आलमीन। अजीज़ दोस्तों, पंजाबी दौरा तर्जमा तफसीर कुरान के हवाले नाल ਇਹ ਸਾਡੀ 97 ਨੰਬਰ ਮਜਲਿਸ ਹੈ ਜਿਹਦਾ ਆਗਾਜ਼ ਹੋ ਰਿਹਾ। ਇਹਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲੇ ਅਸੀਂ 96 ਮਜਲਿਸਾਂ ਮੁਕੰਮਲ ਕੀਤੀਆਂ ਔਰ ਉਹਨਾਂ 96 ਮਜਲਿਸਾਂ ਦੇ ਵਿੱਚ ਅਸੀਂ ਅਲਹਮਦੁਲਿल्लाह ਸੂਰਾ ਫਾਤਿਹਾ ਤੋਂ ਲੈ ਕੇ ਸੂਰਾ ਹਾਮੀਮ ਸਜਦਾ ਇਹਦੀ ਆਖਰੀ ਆਇਤ ਨੰਬਰ 54 ਤੱਕ ਅਸੀਂ ਪੜ੍ਹਿਆ। ਸੂਰਾ ਹਾਮੀਮ ਸਜਦਾ ਤੋਂ ਅੱਗੇ ਆਂਦੀ ਹੈ ਸੂਰਾ ਸ਼ੂਰਾ। ਹੁਣ ਅਸੀਂ ਇਹਦਾ ਮੁਤਾਲਿਆ ਕਰਨ ਲੱਗੇ ਹਾਂ। ਸੂਰਾ ਹਾਮੀਮ ਸਜਦਾ ਜਿਹੜੀ ਹੈ ਇਹ ਨਬੀ ਸੱਲੱਲਾਹੁ अलैहि वसल्लम ਦੇ ਉੱਤੇ ਮੱਕਾ ਦੇ ਵਿੱਚ ਸਨ 8 ਨਬਵੀ ਦੇ ਵਿੱਚ ਨਾਜ਼ਲ ਹੋਈ ਔਰ ਇਸ ਸੂਰਤ ਦਾ ਮੌਜੂ ਜਿਹੜਾ ਨਾ ਉਹ ਬੜਾ ਅਹਿਮ ਹੈ ਔਰ ਇਹਦੇ ਵਿੱਚ ਤੌਹੀਦ ਦੀ ਚੋਟੀ ਜਿਹੜੀ ਹੈ ਉਹ ਬਿਆਨ ਕੀਤੀ ਗਈ ਹੈ। ਇਹ ਪਿੱਛੋਂ ਹੀ ਅਸੀਂ ਪੜ੍ਹਦੇ ਆ ਰਹੇ ਹਾਂ। ਅਸੀਂ ਸੂਰਾ ਜ਼ੁਮਰ ਪੜ੍ਹੀ ਹੈ ਔਰ ਉਹਦੇ ਵਿੱਚ ਜਿਹੜਾ ਉਹਦਾ ਖਸੂਸੀ ਮਜ਼ਮੂਨ ਸੀਗਾ ਉਹ ਸੀਗਾ तौहीद फिल इबादा, यानी तौहीद दा ये तकाजा है कि इंसान खालसतन अल्लाह दा बंदा उदा गुलाम उदा अबद बन जावे, यानी वो मुकम्मल तौर ते अपने सब मामलात दे विच अल्लाह ताला दे ताबे हो जावे और ओदी ये गुलामी जिहड़ी है या इबादत है या ये जिहड़ी ओदी फरमा बरदारी है ये पूरे अखलास दे नाल होनी चाहिए है। मुखलिसीन लहुद्दीन, ओ खालसतन अल्लाह दा बंदा होवे और ओदी इबादत भी अल्लाह वास्ते खालस होवे। उस तो बाद असी जिहड़ा ना वो फिर सूरत पढ़ी है सूरा मोमिन और सूरा मोमिन दा जिहड़ा मौजू सी या उहदा मेन मजमून सीगा कि तौहीद दा दूसरा अमली तकाजा यह है कि इंसान अल्लाह ताला कोलों मंगे और खालसतन इस दे विच भी पूरा इखलास होना चाहिए। अल्लाह दे नाल किसे नूं शरीक ना करे, अल्लाह दी किसे भी सिफत दे विच किसे नूं शरीक ना करे। और उस तो बाद फिर असी जिहड़ा ना वो सूरा हामीम सजदा पढ़ी है तो ਉਹਦੇ ਵਿੱਚ तौहीद दा ये तकाजा सामने आया कि इंसान अगर वाकई ईमान लिया सच्चे दिल ना तो हुण ओदी जिंदगी दा एक बड़ा मकसद होना चाहिए और वो है कि वो खालसतन अल्लाह ताला दी तौहीद दी दावत देवे और अल्लाह ताला दी तौहीद दी दावत जिहड़ी है ये कुरान दे जरिए देवे। वमन अहसनु कौला मिम्मन दा इलल्लाहि व आमिल सालिहन व क़ाला इन्ननी मिनल मुस्लिमीन।
ਔਰ ਹੁਣ ਅਸੀਂ ਸੂਰਾ ਸ਼ੂਰਾ ਪੜ੍ਹਨ ਲੱਗੇ ਹਾਂ, ਤੇ ਸੂਰਾ ਸ਼ੂਰਾ ਦੇ ਵਿੱਚ ਇਹ ਤੌਹੀਦ ਜਿਹੜੀ ਹੈ ਇਹਦੀ ਚੋਟੀ ਬਿਆਨ ਹੋ ਰਹੀ ਹੈ। ਔਰ ਉਹ ਚੋਟੀ ਜਿਹੜੀ ਹੈ ਉਹ ਇਹ ਹੈ ਕਿ ਇਨਸਾਨ ਸਿਰਫ ਆਪਣੀ ਹੱਦ ਤੱਕ ਨਹੀਂ ਕਿ ਉਸਨੇ ਅੱਲਾਹ ਤਾਲਾ ਦੀ ਤੌਹੀਦ ਨੂੰ ਮੰਨਿਆ, ਅੱਲਾਹ ਤਾਲਾ ਦੀ ਸਿਫਾਤ ਨੂੰ, ਜ਼ਾਤ ਨੂੰ ਵੀ ਮੰਨਿਆ, ਸਿਫਾਤ ਨੂੰ ਵੀ ਮੰਨਿਆ। ਬਹਰਹਾਲ ਇਹਨਾਂ ਅਸੂਰਤਾਂ ਵਿੱਚ ਜਿਹੜਾ ਅਸਲ ਜ਼ੋਰ ਹੈ ਉਹ ਅੱਲਾਹ ਤਾਲਾ ਦੀ ਸਿਫਾਤ ਦੇ ਹਵਾਲੇ ਨਾਲ। ਔਰ ਮੈਂ ਪਹਿਲੇ ਵੀ ਅਰਜ਼ ਕੀਤਾ ਸੀ ਕਿ ਸਾਡੀ ਉਮਤ ਜਿਹੜੀ ਆ ਉਹ ਅੱਲਾਹ ਤਾਲਾ ਦੀ ਸਿਫਾਤ ਦੇ ਵਿੱਚ ਸ਼ਰੀਕ ਬਣਾਉਂਦੀ ਹੈ, ਅੱਲਾਹ ਦੀ ਜ਼ਾਤ ਦੇ ਵਿੱਚ ਨਹੀਂ ਬਣਾਉਂਦੀ। ਕੋਈ ਹੋਏਗਾ, ਬਹਰਹਾਲ ਮਜਮੂਈ ਤੌਰ ਤੇ ਉਮਤ ਜਿਹੜੀ ਆ ਉਹ ਅੱਲਾਹ ਤਾਲਾ ਦੀ ਸਿਫਾਤ ਦੇ ਵਿੱਚ ਸ਼ਰੀਕ ਬਣਾਉਂਦੀ ਹੈ। ਜਿਸ ਤਰ੍ਹਾਂ ਈਸਾਈ ਜਿਹੜੇ ਆ ਉਹਨਾਂ ਨੇ ਮਜਮੂਈ ਤੌਰ ਤੇ ਅੱਲਾਹ ਦੀ ਜ਼ਾਤ ਦੇ ਵਿੱਚ ਸ਼ਿਰਕ ਕੀਤਾ, ਅੱਲਾਹ ਦਾ ਬੇਟਾ ਕਰਾਰ ਦਿੱਤਾ ਈਸਾ अलैहिस्सलातु वस्सलाम ਨੂੰ। ਇਹ ਚੂੰਕਿ ਮਜ਼ਮੂਨ ਜਿਹੜਾ ਨਾ ਉਹ ਆਮ ਤੌਰ ਦੇ ਉੱਤੇ ਜਿਹੜਾ ਨਾ ਉਹ ਸਮਝ ਨਹੀਂ ਆਉਂਦਾ। ਇਸ ਵਾਸਤੇ ਮੈਂ ਚਾਹੁੰਦਾ ਵਾਂ ਵੀ ਇਸ ਹਵਾਲੇ ਦੇ ਨਾਲ ਨਾ ਗੱਲ ਨੂੰ ਸਮਝ ਲਈਏ ਕਿ ਇਹ ਸ਼ਿਰਕ ਕਿੱਦਾਂ ਬਣਦਾ। ਦੇਖੋ, ਨਾ ਅੱਲਾਹ ਦੀ ਜ਼ਾਤ ਦੇ ਵਿੱਚ ਕੋਈ ਉਹਦਾ ਸ਼ਰੀਕ ਹੈ ਤੇ ਨਾ ਉਹਦੀ ਸਿਫਾਤ ਦੇ ਵਿੱਚ ਕੋਈ ਸ਼ਰੀਕ ਹੈ। ਜ਼ਾਤ ਦੇ ਵਿੱਚ ਵੀ ਸ਼ਿਰਕ ਹੈ, ਸਿਫਾਤ ਦੇ ਵਿੱਚ ਵੀ ਸ਼ਿਰਕ ਹੈ। ਕਿਸੇ ਵੀ ਸਿਫਤ ਦੇ ਵਿੱਚ ਜਿਹੜਾ ਉਹ ਅੱਲਾਹ ਤਾਲਾ ਨੂੰ ਸ਼ਰੀਕ ਕਰਨਾ ਉਹ ਸ਼ਿਰਕ ਹੈ। ਅੱਲਾਹ ਤਾਲਾ ਦਾ ਕਿਸੇ ਨੂੰ ਸ਼ਰੀਕ ਕਰਨਾ ਉਹ ਸ਼ਿਰਕ ਹੈ। ਜਿਹੜੀ ਇੱਕ ਮਾਸ਼ਰਤੀ ਜ਼ਿੰਦਗੀ ਹੈ ਨਾ, ਜਿਹੜਾ ਇੱਕ ਮਾਸ਼ਰਾ ਵਾ, ਉਹ ਮਾਸ਼ਰਾ ਜਿਸ ਵੇਲੇ ਤੁਸੀਂ ਇਹ ਸਮਝ ਲਓ ਕਿ ਆਪਣੀ ਚੋਟੀ ਤੇ ਪਹੁੰਚਦਾ, ਯਾਨੀ ਜਿਸ ਤਰ੍ਹਾਂ ਮੁਹੰਮਦ ਰਸੂਲullah सल्लल्लाहु अलैहि वसल्लम ਦਾ ਉਹ ਮਾਸ਼ਰਾ ਜਿਹੜਾ ਉਹ ਚੋਟੀ ਤੇ ਪਹੁੰਚਿਆ, ਅੱਲਾਹ ਦੀ ਹੁਕਮਰਾਨੀ ਕਾਇਮ ਹੋ ਗਈ, ਮੁਹੰਮਦ ਰਸੂਲullah सल्लल्लाहु अलैहि वसल्लम ਅੱਲਾਹ ਦੇ ਅਹਿਕਾਮਾਤ ਨੂੰ ਨਾਫਜ਼ ਕਰ ਰਹੇ ਆ। ਔਰ ਮੈਂ ਕਹਿੰਦਾ ਹੁੰਦਾ ਕਿ ਸਨ 8 ਵਿੱਚ ਮੱਕਾ ਫਤਹ ਹੋਇਆ ਔਰ ਬੁੱਤ ਖਤਮ ਕੀਤੇ ਗਏ। ਲੇਕਿਨ ਜਿਹੜੇ ਇਹ ਸ਼ਰੀਕ ਬਣਾਏ ਜਾਂਦੇ ਸੀ ਨਾ, ਜਿਨ੍ਹਾਂ ਨੂੰ ਸ਼ਰੀਕ ਬਣਾਇਆ ਜਾਂਦਾ ਸੀ, ਜਿਨ੍ਹਾਂ ਨੂੰ ਆਲਿਹਾ ਕਿਹਾ ਗਿਆ, ਇਹ ਆਲਿਹਾ ਜਿਹੜੇ ਸੀ ਇਹਨਾਂ ਦੀ ਸਫਾਈ ਤੇ ਫੌਰਨ ਕਰ ਦਿੱਤੀ ਗਈ। ਅਲਬਤਾ ਅੱਲਾਹ ਤਾਲਾ ਦੀ ਹਿਕਮਤ ਦੇ ਮੁਤਾਬਕ ਜਿਹੜੇ ਇਹਨਾਂ ਨੂੰ ਆਲਿਹਾ ਮੰਨਣ ਵਾਲੇ ਸੀ ਉਹਨਾਂ ਨੂੰ ਹਜੇ ਮੌਕਾ ਦਿੱਤਾ ਗਿਆ। ਔਰ ਉਹਦੇ ਵਾਸਤੇ ਫਿਰ ਸਨ 9 ਦੇ ਵਿੱਚ ਸੂਰਾ ਤੌਬਾ ਦੀਆਂ ਆਗਾਜ਼ ਦੀਆਂ ਆਇਤਾਂ ਆਈਆਂ ਕਿ ਹੁਣ ਇਹ ਜਿਹੜੇ ਇਹਨਾਂ ਨੂੰ ਆਲਿਹਾ ਮੰਨਦੇ ਆ, ਇਹ ਮੁਸ਼ਰਿਕੀਨ, ਇਹਨਾਂ ਦੀ ਵੀ ਅਰਬ ਦੇ ਵਿੱਚੋਂ ਸਫਾਈ ਕਰ ਦਿੱਤੀ ਜਾਵੇ। ਔਰ ਇਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ। ਔਰ ਇੱਥੋਂ ਤੱਕ ਕਿ ਸਨ 9 ਦੇ ਹੱਜ ਤੋਂ ਬਾਅਦ ਸਨ 10 ਦੇ ਹੱਜ ਤੱਕ ਇਹ ਸਫਾਈ ਮੁਕੰਮਲ ਹੋ ਗਈ। ਜਿਹਨੇ ਅਰਬ ਦੇ ਵਿੱਚ ਰਹਿਣਾ ਸੀ ਉਹਦੇ ਵਾਸਤੇ ਚਾਂਸ ਇਹ ਸੀ ਕਿ ਉਹ ਆਪਣੇ ਈਮਾਨ ਦਾ ਐਲਾਨ ਕਰੇ। ਜ਼ਾਹਿਰ ਹੈ ਦਿਲ ਤੇ ਕਿਸੇ ਨੇ ਚੀਰ ਕੇ ਨਹੀਂ ਦੇਖੇ। ਜਿਨ੍ਹਾਂ ਨੂੰ ਆਪਣੀ ਧਰਤੀ ਨਾਲ ਪਿਆਰ ਸੀਗਾ, ਜਿਹੜੇ ਪਿਓ ਦਾਦੇ ਦੇ ਮੁਲਕ ਨੂੰ ਨਹੀਂ ਛੱਡਣਾ ਚਾਹੁੰਦੇ ਸੀ, ਬਜ਼ਾਹਰ ਉਹਨਾਂ ਨੇ ਤਾਂ ਬਹਰਹਾਲ ਅਸ਼ਹਦੁ ਅੱਲਾ ਇਲਾਹਾ ਇल्लल्लाह व ਅਸ਼ਹਦੁ ਅੰਨਾ ਮੁਹੰਮਦਨ ਅਬਦੁਹੂ व ਰਸੂਲੁਹੂ ਕਿਹਾ, ਤਾਂ ਹੀ ਉਹਨਾਂ ਦੀ ਜਾਨ ਛੁੱਟੀ। ਔਰ ਜਿਹੜੇ ਆਕੜੇ ਜਿਨ੍ਹਾਂ ਨੇ ਕਿਹਾ ਨਾ ਤੇ ਅਸੀਂ ਮੁਸਲਮਾਨ ਹੁੰਦੇ ਹਾਂ ਨਾ ਛੱਡਦੇ ਹਾਂ, ਉਹਨਾਂ ਨੂੰ ਫਿਰ ਕਤਲ ਕਰ ਦਿੱਤਾ ਗਿਆ, ਜਿਹੜੇ ਵੀ ਥੋੜੇ ਬਹੁਤੇ ਸੀ। ਔਰ ਉਹ ਵੀ ਲੋਕ ਸੀ ਜਿਨ੍ਹਾਂ ਨੇ ਕਿਹਾ ਨਾ ਤੇ ਅਸੀਂ ਕਤਲ ਹੋਣਾ ਚਾਹੁੰਦੇ ਹਾਂ ਤੇ ਨਾ ਅਸੀਂ ਜਿਹੜਾ ਨਾ ਉਹ ਆਪਣੇ ਪਿਓ ਦਾਦੇ ਦਾ ਦੀਨ ਛੱਡਣਾ ਚਾਹੁੰਦੇ ਹਾਂ, ਆਪਣੇ ਉਹ ਮਾਬੂਦਾਂ ਨੂੰ ਅਸੀਂ ਨਹੀਂ ਛੱਡਣਾ ਚਾਹੁੰਦੇ। ਉਹ ਫਿਰ ਅਰਬ ਤੋਂ ਬਾਹਰ ਚਲੇ ਗਏ, ਹਿਜਰਤ ਕਰ ਗਏ, ਨਿਕਲ ਗਏ ਅਰਬ ਦੇ ਵਿੱਚੋਂ। ਤੇ ਹੁਣ ਸਨ 10 ਦਾ ਜਦੋਂ ਹੱਜ ਆਇਆ ਉਦੋਂ ਇਹ ਦੋਨੋਂ ਤਰ੍ਹਾਂ ਦੀ ਸਫਾਈ ਹੋ ਗਈ ਸੀ, ਯਾਨੀ ਮਾਬੂਦ ਵੀ ਸਾਫ਼ ਹੋ ਗਏ ਸੀ ਔਰ ਮਾਬੂਦਾਂ ਨੂੰ ਮੰਨਣ ਵਾਲੇ ਵੀ ਖਤਮ ਹੋ ਗਏ ਸੀ।
हुण नबी सल्लल्लाहु अलैहि वसल्लम ने हज किया और ये तौहीद की दी चोटी है। इस वेले ये माशरा तौहीद दी चोटी तक पहुंच गया। अल्लाह ताला दे अहकामात जारी और सारी है। हुण अल्लाह अकबर कहने का मतलब की है कि वाकई ही अल्लाह बड़ा है और इस अल्लाह दे बड़ा होने का सिर्फ एक बंदा दावा नहीं कर रहा बल्कि एक पूरा माशरा उहदा सबूत फराहम कर रहा। यानी वो माशरा जिहड़ा वो जिहड़ा इस बात का मजहर है कि इत्थे अल्लाह नूं अकबर मन्निया जाता है। अल्लाह ताला दी किबरियाई जिहड़ी है उहनूं तस्लीम किया जाता है। यह है तौहीद दी चोटी। बेलमूम साडे जिहड़ा ना वो सिर्फ लोग ये समझते हैं कि जी नमाज रोज़ा हज ज़कात ਇਹਦੇ ਵਿੱਚ कोई शरीक नहीं होना चाहिए, सजदा सिर्फ अल्लाह नूं होना चाहिए और नमाज अल्लाह दी होनी चाहिए, कुर्बानी अल्लाह दी होनी चाहिए। तो ये समझ लो कि माशरा जिहड़ा ਉਹਦੇ 'ਚ खसूसी तौर दे उत्ते कुछ चीज़ां जिहड़ियां ना वो जिन्ना चिर वो चीज़ां जिहड़ियां वो वाज़े नहीं हुंदियां, मसलन वो माशरा अल्लाह नूं जिहड़ा है वो इलाह मंनदा है और ओनू अल्लाह नूं माबूद जिहड़ा तस्लीम करदा है। दूसरी ये है कि वो माशरा अल्लाह ताला नूं खालक मनदा और अल्लाह ताला दी मखलूक जिहड़ी है ਉਹਦੇ ਨਾਲ ਉਹਦਾ रवैया ਉਹ ਆ कि जिस तरीके नाल तुसीं ये समझ लो कि एक घराना हुंदा और एक घराने का जिहड़ा सरबराह हुंदा ਉਹਦਾ रवैया जिहड़ा वो अपने सारे माशरे दे नाल सारे घराने दे नाल इक्को जिहा ही हुंदा है। अल्लाह दे नबी सल्लल्लाहु अलैहि वसल्लम ने फरमाया अल खल्को अयालुल्लाह, मखलूक अल्लाह दा कुनबा। और जाहिर बात है कि अल्लाह दा कुनबा जिहड़ा ਉਹਦੇ ਵਿੱਚ ਕਿਸੇ ਨੂੰ ਜਿਹੜਾ ਨਾ ਉਹ ਕਿਸੇ ਵਜ੍ਹਾ ਤੋਂ ਫੌਕੀਅਤ ਹਾਸਲ ਹੋ ਜਾਏ, ਕਿਸੇ ਨੂੰ ਕਿਸੇ ਵਜ੍ਹਾ ਤੋਂ ਨੀਚ ਸਮਝਿਆ ਜਾਵੇ। ਉਹ ਜਿੱਦਾਂ ਸੂਰਾ ਹੁਜਰਾਤ ਦੇ ਵਿੱਚ ਵੀ ਅੱਲਾਹ ਤਾਲਾ ਨੇ ਫਰਮਾਇਆ या अय्युहन्नास इन्ना खलकनाकुम मिन ज़करिन व उनसा, ऐ लोको असी तुहानू खलक कीता, असी तुहानू तखलीक कीता, असी तुहाडे खालक हैं और असी तुहानू एक मर्द और औरत तो पैदा कीता है। और ये तुहाडे जिहड़े कबीले है, एक जातां वां बरादरियां, ये सिर्फ पहचान है। इन अकरमकुम इंदल्लाहि अतकाकुम, और तुहाडे विच अल्लाह ताला दे नज़दीक वो आदमी ज्यादा अल्लाह दे नज़दीक है, इज्जत वाला है, जिहड़ा तकवे वाला है। इसे गल नूं फिर नबी सल्लल्लाहु अलैहि वसल्लम ने फरमाया ला फज़ला लि अरबिय्यन अला अजमिय्यन वला लि अजमिय्यन अला अरबिय्यन वला लि अहमर अला अस्वदा वला लि अस्वद अला अहमर इल्ला बित्तक़वा कुल्लुकुम बनु आदम व आदम मिन तुराब। ये मसावत उस माशरे दे विच होनियां चाहिदियां और अल्लाह ताला दे खालक होने दे विच अगर ये मसावत जड़ियां नहीं हैगियां और अल्लाह नू खालक मन्निया जा रहा है तो ये इसे तरीके नाल ही है कि कोई शख्स कहता कि मेरा माबूद अल्लाह वा, लेकिन ये गल उन्हें जबान नाल कही है और फिर जाके सजदा किसे पीर नू कर दिंदा, किसे मज़ार नू कर दिंदा। अगरचे वो अपनी जबान दे नाल तो कहता कि मैं अल्लाह नू माबूद मानदा, लेकिन वो अमलन जाके सजदा किथे करदा है, गैर अल्लाह नू करदा। बस इसे तरह ये समझ लो कि अल्लाह खालिक है तो अल्लाह कहता कि मैं तो कोई फर्क नहीं रखिया,
मैं एक मर्द औरतों बनाया, और नबी सल्लल्लाहु अलैहि वसल्लम ने भी यही गल कही कि कोई फर्क नहीं। ये सिर्फ काले गोरे दी नहीं, औरत और मर्द विच भी कोई तखलीक दे एतबार नाल फर्क नहीं है कि औरत कमतर है, मर्द आला है। अगरचे ਇਹਦੇ ਤੇ ਗੁਫ਼ਤਗੂ ਹੋ ਸਕਦੀ ਹੈ, लेकिन मैं सिर्फ मुख्तसर वक्त ਦੇ ਵਿੱਚ एक ਇਸ਼ਾਰੇ ਕਰਕੇ ਗੱਲ ਸਮਝਾ ਰਿਹਾ। ਤੇ ਅੱਲਾ ਦੇ ਖਾਲਕ ਹੋਣ ਵਿੱਚ ਵੀ ਕਿਸੇ ਨੂੰ ਸ਼ਰੀਕ ਨਹੀਂ ਕਰਨਾ। ਸ਼ਰੀਕ ਸਿਰਫ ਇਹ ਹੀ ਨਹੀਂ ਹੁੰਦਾ ਕਿ ਉਹ ਬੁੱਤ ਬਣਿਆ ਹੋਏਗਾ ਜਾਂ ਕੋਈ ਮਜ਼ਾਰ ਹੋਏਗਾ। ਇਨਸਾਨ ਦਾ ਆਪਣਾ ਨਫਸ ਵੀ ਸ਼ਰੀਕ ਬਣ ਜਾਂਦਾ ਹੈ। ਕੁਰਾਨ ਕਰੀਮ 'ਚ ਅੱਲਾਹ ਤਾਲਾ ਨੇ ਫਰਮਾਇਆ, ਅਰਾਇਤਾ ਮਨ ਇਤਖਜ਼ਾ ਇਲਾਹਹੁ ਹਵਾ, ਕਿ ਇਹਨੇ ਆਪਣੀ ਖਾਹਿਸ਼ ਨਫਸ ਦੇ ਵਿੱਚ ਮਾਬੂਦ ਬਣਾ ਲਿਆ, ਆਪਣੀ ਖਾਹਿਸ਼ ਨਫਸ ਨੂੰ ਮਾਬੂਦ ਬਣਾ ਲਿਆ। ਤੇ ਲਿਹਾਜ਼ਾ ਇਸ ਸਤ੍ਹਾ ਦੇ ਉੱਤੇ ਵੀ ਖਾਲਕ ਦੇ ਨਾਲ ਕੋਈ ਸ਼ਰੀਕ ਨਹੀਂ ਹੋਣਾ ਚਾਹੀਦਾ। अच्छा, इस माशरे की दूसरी सतह की है, बल्कि तीसरी। पहली तो यह है कि अल्लाह माबूद है, दूसरी है कि अल्लाह खालक है, तीसरी है कि अल्लाह राज़िक है। सूरा हामीम सजदा च अल्लाह ताला फरमांदा कि अल्लाह ताला ने 2 दिनां दे विच हर तरह की खुराक रख दी है, जिहड़ी सवाल साइलीन तमाम जरूरतमंदा वास्ते जिहड़ा ना वो इको जिही है। ਉਹਦੇ ਤੇ ਕਿਸੇ खास बंदे ਦਾ या किसी खास गिरोह का हक नहीं हैगा। और कुरान करीम दे विच अल्लाह ताला ने फरमाया कि सूरा हशर दे विच फरमाया, ला यकून दूलतम बैनल अगनिया मिनकुम। देखो, दौलत जिहड़ी है वो तुहाडे मालदारां दे कोल ही इकट्ठी नहीं होनी चाहिए, ये अल्लाह ताला दी बाकी मखलूक तक भी पहुंचनी चाहिए है। उन्हां दियां भी बुनियादी जरूरतां जिहड़ियां वो पूरियां होनियां चाहिए। अल्लाह राज़िक है, अल्लाह रब है, यानी अल्लाह पालन वाला है, अल्लाह रिज्क देण वाला है। कुरान करीम च अल्लाह ताला फरमांदा, यबसुतु रिज़्क़ लिमन यशाअ व यक़दिर। वो जेदा वधांदा है, जेदा घटांदा है। हुण जेड़ा ते अल्लाह दे राज़िक होण नूं मनदा और इस तौहीद दे उत्ते कायम है, जाहिर गल है कि ओ फिर रिज़क उसे दे उत्ते कनात करेगा जेड़ा अल्लाह दा दिता होया, और वो कोई ऐसी कोशिश नहीं कर सकता कि वो आप अपना रिज़क जिहड़ा ना इस तरह वधाउण शुरू कर देवे, वधाउणा शुरू कर देवे कि जिथों खालक ने कहा, जिथों राज़िक ने कहा कि मैं इथों तैनू रिज़क इकट्ठा करन तो मना करदा, तू मिलावट नहीं कर सकदा, तू सूद दे जरिए जिहड़ा रिज़क वधा नहीं सकदा। अल्लाह ते सूद नूं मिटांदा, यमहकुल्लाहु रिबा, और मुहम्मद और रसूलुल्लाह सल्लल्लाहु अलैहि वसल्लम ने मिटा दिता। ते ये जिहड़ा जाके रिश्वत दे विचों होर हराम जराए दे नाल एक मुस्तकिल तौर दे उत्ते जिहड़ा कायम आ, तौबा नहीं करदा, वापस नहीं आउंदा, ये असल दे विच अल्लाह ताला दे राज़िक या रज़ाक होण दे विच शिरक करदा। और वो बेशक अपने नफ्स की ख्वाहिश नाल करदा, तो उहदा नफ्स जिहड़ा वो फिर जिहड़ा ना इला बन गया उहदा। एक बात है जिन्हों नबी सल्लल्लाहु अलैहि वसल्लम ने फरमाया कि तईसा अब्द दिनारे व अब्द दरहम हलाक हो गया। अब्द दिनार ते अब्द दरहम दा इहदा की मतलब है? यानी ये अल्लाह दा अबद सीगा, इन्हें अल्लाह ताला नू राज़िक और रज़ाक और रब मन्निया सी कि अल्लाह ही मेरा पालन वाला, वो मैनू रिज़क देण वाला। ते ये रिज़क जिहड़ा उथों जाके लभ रहा जिथों अल्लाह ताला ने इहनूं मना कीता सी कि इदां तेरा रिज़क नहीं मैं रखिया। ये दौलत दी मुहब्बत दे विच इहनूं कहंदे दौलत दी पूजा, माल दी पूजा, रुपए पैसे दी पूजा, ठीक है ना।
ਉਹਦੀ ਮੁਹੱਬਤ ਵੱਧ ਗਈ ਹੈ ਅੱਲਾ ਤੋਂ। ਔਰ ਗੁਨਾਹ ਇਨਸਾਨ ਦੇ ਕੋਲੋਂ ਜਿਹੜਾ ਨਾ ਹੁੰਦਾ, ਲੇਕਿਨ ਉਹ ਜਿਸ ਵੇਲੇ ਗੁਨਾਹ ਕਰਦਾ ਉਸ ਵੇਲੇ ਉਹ ਉਹਨਾਂ ਹਦੂਦ ਦੇ ਵਿੱਚੋਂ ਬਾਹਰ ਆਉਂਦਾ, ਤੇ ਜਿਸ ਵੇਲੇ ਤੌਬਾ ਕਰਦਾ ਤੇ ਵਾਪਸ ਜਾਂਦਾ। ਲੇਕਿਨ ਜਿਹੜਾ ਮੁਸਤਕਿਲ ਹੀ ਇਹਨਾਂ ਮਾਮਲਾਤ ਦੇ ਵਿੱਚ ਮੁਲਵਸ ਹੈ ਔਰ ਉਹ ਇਸਲਾਹ ਦੀ ਕੋਸ਼ਿਸ਼ ਨਹੀਂ ਕਰਦਾ, ਉਹ ਤੇ ਫਿਰ ਇਹਦੇ ਵਿੱਚ ਮੁਲਵਸ ਹੈ। ਤੇ ਸਮਝ ਲਓ ਕਿ ਇਹ ਮਾਸ਼ਰਤੀ ਨਿਜ਼ਾਮ ਹੋਵੇ ਜਾਂ ਮਾਸ਼ੀ ਨਿਜ਼ਾਮ ਹੋਵੇ। ਮਾਸ਼ਰਤੀ ਨਿਜ਼ਾਮ ਜਿਹੜਾ ਉਹ ਖਾਲਕ ਮੰਨ ਕੇ ਜਿਹੜਾ ਨਾ ਉਹ ਇਖਤਿਆਰ ਕੀਤਾ ਜਾਏਗਾ, ਅੱਲਾ ਨੂੰ ਖਾਲਕ ਮੰਨ ਕੇ। ਔਰ ਮਾਸ਼ੀ ਨਿਜ਼ਾਮ ਅੱਲਾਹ ਤਾਲਾ ਨੂੰ ਰਾਜ਼ਕ, ਰਜ਼ਾਕ ਔਰ ਰੱਬ ਮੰਨ ਕੇ ਇਖਤਿਆਰ ਕੀਤਾ ਜਾਏਗਾ। ਤੇ ਇਹ ਮਾਸ਼ੀ ਸਤਹ ਦੇ ਉੱਤੇ ਤੌਹੀਦ ਕਾਇਮ ਹੋਈ ਹੈ। ਔਰ ਇਸੇ ਤਰੀਕੇ ਨਾਲ ਜਦੋਂ ਅੱਲਾ ਨੂੰ ਖਾਲਕ ਮੰਨ ਕੇ ਮਾਸ਼ਰੇ ਦੇ ਵਿੱਚ ਉਹ ਰਵੱਈਆ ਇਖਤਿਆਰ ਕੀਤਾ ਜਾਏਗਾ ਜਿਹੜਾ ਖਾਲਕ ਨੇ ਕਿਹਾ ਵਾ, ਮਾਸ਼ਰਤੀ ਜ਼ਿੰਦਗੀ ਦੇ ਵਿੱਚ ਮਸਾਵਾਤ ਹੋਏਗੀ। ਤੇ ਇਹ ਖਾਲਕ ਦੀ ਸਤਹ ਦੇ ਉੱਤੇ ਤੌਹੀਦ ਕਾਇਮ ਹੋ ਗਈ ਹੈ। ਔਰ ਇਹਦੇ ਵਿੱਚ ਹੁਣ ਤੀਸਰੀ ਚੀਜ਼ ਆ ਗਈ ਹੈ ਸਿਆਸੀ ਸਤਹ ਦੇ ਉੱਤੇ, ਯਾਨੀ ਹੁਕਮਰਾਨੀ ਦੀ ਸਤਹ ਦੇ ਉੱਤੇ। ਅੱਲਾਹ ਤਾਲਾ ਹਾਕਮ ਵੀ ਹੈ, ਅੱਲਾ मालिक भी है। और अल्लाह ताला कोई छोटा मोटा हाकम नहीं है। कुरान करीम दे विच फरमाया अल्लाह अहकमुल हाकिमीन है, अलैहिस्सल्लाहु बिअहकमिल हाकिमीन। अल्लाह सब हाकमां तो वड्डा है। और नबी सल्लल्लाहु अलैहि वसल्लम ने फरमाया कि ला ताता ले मखलूकन फी मासियतिल खालिक। मखलूक दे विचों किसे दी इताअत ਜਿਹੜੀ ਆ ਉਹ ਜਾਇਜ਼ ਨਹੀਂ, ਜਦੋਂ ਕਿ ਉਹਦੀ ਇਤਾਅਤ ਕਰਕੇ ਉਹ ਜਿਹੜਾ ਅਹਕਮੁਲ ਹਾਕਿਮੀਨ ਉਹਦੀ ਜਿਹੜੀ ਨਾਫਰਮਾਨੀ ਕਰ ਰਿਹਾ ਹੋਵੇ ਬੰਦਾ, ਅਗਰ ਉਹ ਹਾਕਮ ਜਿਹੜਾ ਹੁਕਮਰਾਨ ਜਿਹੜਾ ਉਹ ਸੂਦ ਨੂੰ ਜਾਰੀ ਕਰ ਰਿਹਾ, ਬੇਹਯਾਈ ਨੂੰ ਜਾਰੀ ਕਰ ਰਿਹਾ, ਜ਼ੁਲਮ ਨੂੰ ਰਵਾਜ ਦੇ ਰਿਹਾ, ਤੇ ਇਹ ਹੁਣ ਜਿਹੜਾ ਨਾ ਇਹ ਅਸਲ ਦੇ ਵਿੱਚ ਅੱਲਾ ਅਹਕਾਮੁਲ ਹਾਕਿਮੀਨ ਨੂੰ ਚੈਲੰਜ ਕਰ ਰਿਹਾ। ਇਹ ਤਾਗੂਤ ਹੈ। ਔਰ ਤਾਗੂਤ ਨੂੰ ਹਟਾ ਕੇ ਅਹਕਾਮੁਲ ਹਾਕਿਮੀਨ ਦੀ ਹੁਕਮਰਾਨੀ ਜਿਹੜੀ ਆ ਉਹ ਕਾਇਮ ਕਰਨਾ, ਇਹ ਫਿਰ ਮਾਸ਼ਰਤੀ ਸਤਹ ਦੇ ਉੱਤੇ ਤੌਹੀਦ ਦੀ ਚੋਟੀ ਹੈ ਜਿੱਥੇ ਤੱਕ ਮੁਹੰਮਦ ਰਸੂਲullah सल्लल्लाहु अलैहि वसल्लम ने पहुंचाया। ਇਹ ਅੱਲਾਹ ਤਾਲਾ ਦੀ ਸਿਫਾਤ ਦੇ ਨਾਲ ਇਹਦਾ ਤਅਲਕ ਹੈ, ਅੱਲਾ ਦੀ ਜ਼ਾਤ ਦੇ ਨਾਲ ਨਹੀਂ, ਅੱਲਾ ਦੀਆਂ ਸਿਫਾਤ ਦੇ ਨਾਲ। ਮੈਂ ਦੱਸਿਆ ਸੀ ਨਾ ਕਿ ਮੁਸਲਮਾਨ ਅੱਲਾਹ ਤਾਲਾ ਦੀ ਸਿਫਾਤ ਦੇ ਵਿੱਚ ਸ਼ਿਰਕ ਕਰਦੇ ਆ। ਤੇ ਐਸੇ ਤਾਗੂਤ ਨੂੰ ਹਟਾ ਕੇ ਅੱਲਾਹ ਤਾਲਾ ਦੀ ਹੁਕਮਰਾਨੀ ਜਿਹੜੀ ਆ ਉਹ ਕਾਇਮ ਕਰਨਾ, ਇਹ ਤੌਹੀਦ ਦਾ ਸਭ ਤੋਂ ਬੁਲੰਦ ਤਰੀਨ ਤਕਾਜ਼ਾ ਹੈ, ਇਹ ਚੋਟੀ ਹੈ। ਔਰ ਮੈਂ ਜਿੱਦਾਂ ਦੱਸਦਾ ਹੁੰਦਾ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਅਰਬ ਦੇ ਵਿੱਚ ਜਦੋਂ ਇਸ ਕੰਮ ਦਾ ਆਗਾਜ਼ ਕੀਤਾ, ਉਸ ਵੇਲੇ ਅੱਲਾਹੁ ਅਕਬਰ ਦਾ ਕੀ ਮਤਲਬ ਸੀਗਾ? ਉਸ ਵੇਲੇ ਇੱਕ ਫਰਦ ਵਾ ਜਿਹਦਾ ਨਜ਼ਰੀਆ ਹੈ, ਜਿਹਦਾ ਦਾਵਾ ਹੈ, ਜਿਹਦਾ ਈਮਾਨ ਹੈ ਕਿ ਅੱਲਾ ਨੂੰ ਮੈਂ ਅਕਬਰ ਮੰਨਦਾ, ਯਾਨੀ ਅੱਲਾ ਦੀ ਸਿਫਤ ਅਕਬਰ ਜਿਹੜੀ ਹੈ ਮੈਂ ਉਹਦੇ ਤੇ ਈਮਾਨ ਰੱਖਦਾ ਕਿ ਉਹਦੇ ਤੋਂ ਵੱਡਾ ਕੋਈ ਨਹੀਂ ਹੈਗਾ। ਲੇਕਿਨ ਹਕੀਕਤ ਇਹ ਹੈ ਕਿ ਜਦੋਂ ਉਸ ਵੇਲੇ ਮਾਸ਼ਰੇ ਨੂੰ ਦੇਖਦੇ ਹਾਂ, ਇਹ ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਮੱਕੀ ਜ਼ਿੰਦਗੀ ਨੂੰ ਜ਼ਰਾ ਦੇਖੋ ਨਾ, ਕਿ ਅੱਲਾ ਦੇ ਘਰ ਵਿੱਚ 360 ਬੁੱਤ ਪਏ ਹੋਏ ਆ। ਮਾਸ਼ਰਾ ਅੱਲਾ ਨੂੰ ਹਾਕਮ ਨਹੀਂ ਮੰਨ ਰਿਹਾ। ਹਾਂ, ਇੱਕ ਫਰਦ ਹੈ ਜਿਹੜਾ ਇਹ ਕਹਿੰਦਾ ਕਿ ਅੱਲਾ ਹੀ ਹਾਕਮ ਹੈ। ਇਨਲ ਹੁਕਮੁ ਇल्ला लिल्लाह, ਅਮਰ ਅੱਲਾ ਤਾਬੁਦੁ इल्ला इय्याह। ਤੇ ਉਹਨੇ ਇਹ ਜਿਹੜਾ ਨਾ ਉਹ ਆਪ ਦਾਵਾ ਕੀਤਾ। ਇਸ ਦਾਅਵੇ ਦਾ ਅਮਲੀ ਮਜ਼ਹਰ ਉਸ ਵੇਲੇ ਸਾਹਮਣੇ ਆਇਆ ਵਾ ਜਦੋਂ ਮੁਹੰਮਦ ਰਸੂਲullah सल्लल्लाहु अलैहि वसल्लम ਨੇ ਇੱਕ ਜਦੋਜਹਿਦ ਕਰਕੇ ਇਹ ਜਿੰਨੇ ਵੀ ਮਾਬੂਦ ਸੀ ਇਹਨਾਂ ਦਾ ਖਾਤਮਾ ਕਰ ਦਿੱਤਾ। ਇਹਨਾਂ ਮਾਬੂਦਾਂ ਨੂੰ ਪੂਜਣ ਵਾਲੇ, ਇਹਨਾਂ ਨੂੰ ਮਾਬੂਦ ਮੰਨਣ ਵਾਲੇ, ਉਹਨਾਂ ਦਾ ਖਾਤਮਾ ਕਰ ਦਿੱਤਾ।
और हुण अहकमुल हाकिमीन दी हुक्मरानी जिहड़ी है ना वो कायम हो गई। खास तौर ते दो चीज़ां जिहड़ियां ना ये समझ लो, इन्हां दा वैसे तो सारियां चीज़ां दा ही कुरान करीम दे विच जिक्र है, दो चीज़ां नूं जरा नोट कर लो। एक तो है क्योंकि सूरतां नाल नाल है ना, इस वास्ते मेरे ज़हन दे च आ गई कि सूरा बनी इसराइल इहदी जिहड़ी आखिरी आयत है ਉਹਦੇ ਵਿੱਚ अल्लाह ताला की फरमांदा है, फरमाया कुल अल्हम्दुलिल्लाहिल्लज़ी लम यत्तखिज़ वलदा, कहो कुल तारीफ और कुल शुक्र उस अल्लाह वास्ते आ जिन्हें किसी ਨੂੰ अपनी औलाद नहीं बनाया। कदी तुसी गौर किया कि ਇਹ औलाद ਦੇ ਉੱਤੇ अल्लाह क्यों इन्ना जोर दिंदा है? इस वास्ते कि वैसे तो माँ बाप सामने भी औलाद बेबस हो जाती है, भैणा भरावां दे अगे भी हो जाती है, बाज़ औकात दोस्तां दे अगे भी हो जाती है, और अपने जहियां दे अगे भी हो जाती है। हम कुफू जिहड़े लोग है, और सूरा इखलास दे विच यही गल दसी है ना कि कोई अल्लाह दा माँ बाप नहीं, ना अल्लाह किसी दी औलाद है, ना अल्लाह ताला दे कोई बराबर है। ये गल इत्थे दसी जा रही है कि ये जिहड़े रिश्ते हुंदे इन्हां दे सब दे तो ज्यादा जोरावर रिश्ता जिहड़ा ना वो औलाद दा हुंदा है। बेटी और बेटी तो भी अगे बेटा। अगर बाप दी जिंदगी लम्मी हो जाए ना और बेटे दी शादी हो जाए, ओहदे अपने बच्चे हो जान, तो वह बाप नूं कहंदा कि मैनू मेरा हिस्सा दे। ये हिस्सा वो किहदे चों मंगदा? जेड़ा बाप दी हुंदी है ना कमाई या ओदी जेड़ी मलकीयत हुंदी है, ओहदे चों हिस्सा मंगदा है। और असीं अपने माशरे च देखदे हां कि बाप जिहड़े मजबूर हो जाते हैं, फिर उन्होंने कुछ ना कुछ देना पैंदा है। ठीक है ना? एक कोई होर नहीं मंग सकता, बेटी मंग लैगी, लेकिन बेटा तो फिर बड़ा जोरावर हुंदा ना, वो मंगदा। इस तो अल्लाह ताला जोर दे के ये गल कहंदा है कि देखो मेरा कोई बेटा नहीं, मैं किसी नूं बेटा नहीं बनाया, कोई नहीं हैगा जिहड़ा मेरे को जोर जबरदस्ती करके ते मेरी इस बादशाही जिहड़ी है, मेरी जिहड़ी सल्तनत है, इहदे विचों कोई हिस्सा लै जावे, इहदे विच आके शरीक बन जावे। फरमाया कुल अल्हम्दुलिल्लाहिल्लज़ी लम यत्तखिज़ वलदा वलम यकुल लहू शरीकुन फिल मुल्क, लिहाजा ओदी बादशाही दे विच कोई ओदा शरीक नहीं। ओदी बादशाही जिहड़ी है ओदे विच उसे दा ही हुक्म चलदा है, ओहो ही हाकम है, कोई दूसरा विच शरीक नहीं। कुल अल्हम्दुलिल्लाहिल्लज़ी लम यत्तखिज़ वलदा वलम यकुल लहू शरीकुन फिल मुल्क वलम यकुल लहू वलियुम मिनज़्ज़ुल, और किसी आदमी दे नाल ओदी दोस्ती किसी कमजोरी दी बुनियाद ते नहीं। ये साडे लोग जानते होने कि जदों ये कारोबार करते हैं या मामलात हुंदे आ या सियासी लोग है, वो भावें आपोजिशन च होण ते भावें हुकूमत दे विच होण, हुकूमत वाले आपोजिशन वालियां दा लिहाज इस तो करते हुंदे आ कि कदी ये भी हुकूमत च आ सकते आ, क्योंकि है तो बराबर ही, इस दफा हार गए, शायद अगली दफा जित जान। ये मजबूरी हुंदी है। अल्लाह कहंदा वलम यकुल लहू वलियुम मिनज़्ज़ुल, ओदी कोई कमजोरी नहीं जिहदे तो कोई होर फायदा उठा के ओदा शरीक बनने की कोशिश करे। वलम यकुल लहू वलियुम मिनज़्ज़ुल, और कोई ओदी कमजोरी तो वजह तो ओदा जिहड़ा ना वली नहीं, दोस्त नहीं। वलम यकुल लहू शरीकुन फिल मुल्क वलम यकुल लहू वलियुम मिनज़्ज़ुल वकब्बिरहु तकबीरा, वकब्बिरहु तकबीरा, वकब्बिरहु तकबीरा। 3 दफा मैं क्यों क्या? अल्लाह दा हुक्म है कब्बिर हो, ओनू इस तरह बनाओ। ये सूरत नाज़िल हो रही है बनी इसराइल मक्के दे विच, यानी अल्लाह चाहता है कि अल्लाह की बड़ाई इस तरह होनी चाहिए है कि सब शरीक खत्म हो जान,
उसे दा हुक्म चले। वलम यकुल्लहु वलियुम मिन ज़ुल्ल व कब्बिरहु तकबीरा। वाकयातन ओदी ओ बड़ा नजर आवे। जिदा मैं कहा ना कि मक्का दे विच एक आदमी दावा करदा सी अल्लाह अकबर, लेकिन उस दावे दा माहौल या माशरा जिहड़ा वो तरदीद करदा सी, वो नहीं मनदा सी। लेकिन वह कब्बिर हो तकबीरा, अल्लाह कहता कि इस तरह वड्डा हो जावे कि वड्डा मनन लग पैण लोग, वड्डा मन्निया जावे जिदा नबी सल्लल्लाहु अलैहि वसल्लम ने मनवाया। और दूसरी सूरत इस तो बाद बनी इसराइल तो बाद आंदी है सूरा कहफ, वो भी मक्के दे विच नाज़िल हुई है। और ओदे आखिर दे उत्ते की फरमाया, ओदी आखिरी आयत जरा देखो, ओदे च फरमाया कि कुल इन्नमा अना बशरुम मिसलुकुम, ए मुहम्मद सल्लल्लाहु अलैहि वसल्लम इन्हां नूं कह दिओ कि मैं भी तुहाडी तरह दा एक बशर हां। कुल इन्नमा अना बशरुम मिसलुकुम यूहा इलैया, और मेरी तरफ वही आई है या मेरी तरफ वही आउंदी है। यूहा इलैया, और उस वही दा लुबे लबाब किया। यूहा इलैया अन्नमा इलाहुकुम इलाहुम वाहिद, कि तुहाडा इलाह एक ही है। ये नोट करो, इत्थे इलाह आ रहा, अगे मैं जरा फिर समझावांगा तुहानू मजीद थोड़ा जा। इन्नमा इलाहुकुम इलाहुम वाहिद, कोई और इलाह नहीं हैगा। अन्नमा इलाहुकुम इलाहुम वाहिद फमन काना यरजू लिका रब्बिही, ते जेड़ा भी इस गल दे उत्ते यकीन रखदा है, उम्मीदवार है कि ओदी मुलाकात अल्लाह नाल होनी है। फमन काना यरजू लिका रब्बिही फल यामल अमलन सालिहन, ते ओ साले अमल करे, अच्छे अमल करे। फल यामल अमलन सालिहन वला युशरिक बे इबादत रब्बिही अहदा, वला युशरिक बे इबादत रब्बिही अहदा, वला युशरिक बे इबादत रब्बिही अहदा। और वो ऐसे साले अमल होने चाहिए कि जिस वेले वो अल्लाह ताला दी बंदगी दे विच है, अल्लाह दी अबदीयत दे विच है, अल्लाह दी गुलामी दे विच है। नोट करो, जेड़े उस वेले अबद हुंदे सी अरब दे विच गुलाम, वो आपा अपने आका दे मुकम्मल तौर दे उत्ते ताबे हुंदे सी। ते ये किदां हो सकदा कि अल्लाह ताला कहे जी तुसी कुछ ताबियादारी कर लिया करो तो कुछ ना करो। तो फरमाया फमन काना यरजू लिका रब्बिही फल यामल अमलन सालिहन, तो वो साले अमल करे। और वो साले अमल जेड़े है ना, वो उन्हां ते ये ख्याल रखे वला युशरिक बे इबादत रब्बिही अहदा, कि जदों वो अबद अल्लाह दी इबादत कर रहा, अल्लाह दी गुलामी कर रहा, यानी जदों भी कोई काम कर रहा है, सिर्फ ये नहीं समझो कि इबादत के नाम ते असीं नमाज रोजे की तरफ चले जाने हैं। नमाज रोजा भी विच ही है, और विच ही माशी निज़ाम है, विच ही माशरती निज़ाम है, और विच ही सियासी निज़ाम है, हाकमियत भी विच दा तसव्वुर भी विच आउंदा है। तो फरमाया कि वला युशरिक बे इबादत रब्बिही अहदा, तो ओदे अमले साले जेड़े आ इस बात का मजहर होने चाहिए कि ये अल्लाह दा अबद है, और इन्हें अल्लाह ताला दी अबदीयत दे तकाजा पूरा करके हर काम कीता है। वला युशरिक बे इबादत रब्बिही अहदा। हुण इहदे विच एक लफज इलाह आया, ये समझ लो इलाह असीं ते सिर्फ इलाह कह दिंदे आ कि माबूद है, गल मुक जाती है। आम आदमियों नूं इन्नी की सेंस है। देखो सूरा नमल दे विच आयत नंबर 64 है, मैं वो पढ़दा और तुसी देखो कि इत्थे इलाह जिहड़ा है वो किहड़े मानी दे विच आ रहा। फरमाया अम्मन यब्दउल खल्का सुम्मा युईदो, भला वो जिन्हें खलक कीता, मखलूक पैदा की, और सुम्मा युईदो फिर इनू दोबारा भी पैदा करेगा, क़यामत वाले दिन दोबारा पैदा करेगा। ये हैगा खालक, खलक करने वाला खालक है।
व यरज़ुकुकुम मिनस समाए वल अर्द, और तुहानू रिज़्क दिंदा आसमान तो और ज़मीन तो। ये है राज़क रज़ाक रब जिहड़ा रिज़्क दिंदा। अगे सवाल फरमाया आ इलाहुम मा अल्लाह, आ इलाहुम मा अल्लाह। ये इला दा लफज मैं तां तीसरी दफा दोहरा रहा कि नोट कर लो। आ इलाहुम मा अल्लाह, क्या इस इलाह दे नाल कोई होर, यानी अल्लाह दे नाल कोई होर इदां दा इलाह हैगा? यानी इलाह सिर्फ माबूद नहीं, इलाह जिहड़ा वो तुहाडा खालक भी है, इलाह जिहड़ा वो तुहाडा राज़क भी है। ते क्या इदां दा कोई होर इलाह है कि जिहड़ा राज़क भी होवे और खालक भी होवे? मतलब है कि वो लियाओ ना, जिहड़ी गल मैं समझाना चाहना कि इत्थे अल्लाह पुछदा है कि अल्लाह तो इलावा कोई इलाह है जिहड़ा इलाह होण दे नाल तुहाडा खालक भी होवे ते तुहाडा राज़क भी होवे? अल्लाह ऐसा इलाह वा कि जिहड़ा माबूद भी है, और अल्लाह ऐसा इलाह वा कि जिहड़ा राज़क भी है, और अल्लाह ऐसा इलाह वा कि जिहड़ा खालक भी है। और हुण सूरा कसस दी वैसे आयत नंबर 71 72 दोनों च मजमून आया, लेकिन असी 71 वाला पढ़ लैने आ। फरमाया कुल अरअयतुम, ए नबी सल्लल्लाहु अलैहि वसल्लम इन्हां नूं कह दिओ कि तुसी जरा गौर करो, इन जाल अल्लाहु अलैकुमुल लैला सरमदन इला यौमिल क़यामा, कि अगर अल्लाह ताला तुहाडे उत्ते रात कर देवे क़यामत तक। अच्छा, पहले तो समझ लो कि ਇਹਦਾ मतलब है भी रात ते ਜਿਹਦਾ हुक्म चलदा और ऐसी रात लिया सकदा है ਜਿਹੜੀ क़यामत तक होवे, ते ਇਹ ਕਿਹੜਾ इलावा? ਇਹ ਉਹ इलावा ਜਿਹੜਾ हाकम है, ਜਿਹਦਾ हुक्म रात ਦੇ ਉੱਤੇ ਚੱਲਦਾ, दिन ਦੇ ਉੱਤੇ ਚੱਲਦਾ, पूरी कायनात ਦੇ ਵਿੱਚ ਚੱਲਦਾ। ते फरमाया कुल अरायतुम इन जाल अल्लाहु अलैकुमुल लैला सरमदन इला यौमिल क़यामा, रात हो जाए क़यामत तक, मन इलाहुन गैरुल्लाह, ते अल्लाह तो सिवा जेड़े होर इलाह लोकां ने बनाए आ उन्हां दे विचों केड़ा वा? यातीकुम बेज़िया, जेड़ा तुहानू सूरज कढ देवे, रोशनी लिया देवे। यानी मतलब यह है कि अल्लाह तो सिवा कोई और इलाह नहीं जेड़ा हाकम भी होवे। अल्लाह ऐसा इलाह वा कि वो हाकम भी है। ते ये समझ लो अल्लाह ताला ऐसा इलाह वा कि वो माबूद भी है, और अल्लाह ऐसा इलाह वा कि वो खालक भी है, और अल्लाह ऐसा इलाह वा कि वो राज़क रब रज़ाक भी है, और अल्लाह ऐसा इलावा कि वो हाकम भी है, बल्कि अहकमुल हाकिमीन है। ते ये तो अल्लाह ताला दियां सिफतां कुरान करीम च अल्लाह ताला ने जिहड़ा दसियां होईयां। असीं आम तौर ते बस ये समझा कि अल्लाह माबूद है ते बस सजदा अल्लाह नूं करना चाहिए, नमाज अल्लाह दी पढ़नी चाहिए, रोज़ा अल्लाह दा रखना चाहिए, कुर्बानी अल्लाह दी होनी चाहिए है, और इहदे विच शरीक नहीं होना चाहिए। और इहदे विच भी ये करदे आ कि बस तसव्वुर ये है कि ज़बान दे नाल जिहड़ा ना वो असीं अल्लाह दी तौहीद दे कायल हैं, बाकी अमल दे विच वो नमाज च भी इखलास हैगा, दुआ च भी इखलास हैगा, हैं अपने जिहड़ा मामलात दे विच या अल्लाह दी तरफ दावत भी दे रहा कि नहीं दे रहा, ये तो सिरे तो बहस ही नहीं हैगी ना। सूरा बनी इसराइल च अल्लाह ताला ने फरमाया वा कब्बिर हो तकबीरा, इदां ओदी बड़ाई करो। जदों ओदी बड़ाई करनी है तो वो फिर नबी सल्लल्लाहु अलैहि वसल्लम ने ओदे वास्ते दावत दी है ना। खुद अल्लाह ताला दे खालस बंदे बने, अल्लाह ताला दी फरमा बरदारी अतात बंदगी, उन्होंने खालस बंदगी जिहड़ी आ वो कीती। फिर अल्लाह ताला दे कोलों दुआवां कीतियां, और उन्हां दुआवां दे विच भी इखलास सीगा, मुखलसीन लहुद्दीन। और फिर अल्लाह ताला
दे खालक होने का तकाजा भी पूरा किया और अल्लाह ताला दे राजक और रजाक होने का भी तकाजा पूरा किया और अल्लाह ताला दे अहकमुल हाकिमीन होने का भी तकाजा पूरा किया। ਇਹ ਅਸਲ ਦੇ ਵਿੱਚ ਇਸ ਸੂਰਾ ਮੁਬਾਰਕਾ ਦਾ ਜਿਹੜਾ ਮੌਜੂ ਹੈ ਨਾ ਉਹ ਇਹ ਹੈ। ਬਸ ਹੁਣ ਆਪਾਂ ਇਹਨੂੰ ਪੜ੍ਹਦੇ ਹਾਂ। फरमाया हामीम ऐन सीन काफ कज़ालिका यूही इलैका व इलल्लज़ीना मिन क़ब्लिका अल्लाहुल अज़ीज़ुल हकीम। इसे तरह मुहम्मद सल्लल्लाहु अलैहि वसल्लम असी तुहाडी तरफ वही कीती है और जिस तरह मतलब यह है कि पहले भी वही करते रहे पैगंबरां ते वाह इलल्लज़ीना मिन क़ब्लिकुम तुहाडे तो पहले जेडे पैगंबर गुजरे उन्हां वाल भी कीती है तुहाडे वाल भी वही कीती है। इदां ही ये साडा तरीका है और ये अल्लाह गालिब और हकीम दा काम है। ये वही ओदा काम है। लहू माफी समावात व माफिल अर्द उसे दा ही है जो कुछ है आसमान और जमीन दे ओ है मालिक हाकम वहवल अलीउल अज़ीम और वो बहुत बुलंद है बड़ी अजमत वाला है। तकादु समावातो यतफरतरन मिन फौकिहिन्ना करीब है कि आसमान जेड़े आ ये उतों फट जान। ये अल्लाह ताला ने सूरा इनशिकाक दे विच भी फरमाया पहली आयत दे विच कि क़यामत दे दिन ये आसमान फट जाणगे। इज़्ज़त समाउन शक्कत तो दस्या कि ये जेड़े नहीं मनदे अल्लाह दी बादशाही नूं ते फिर वो वेला भी आउण वाला है जेड़ों हर किसे नूं नजर आ जाएगा कि ये किहदे हुक्म नाल खड़े आ। तकादु समावात यतफत्तरन मिन फौकिहिन्ना वल मलाइकातु युसब्बिहूना बिहम्दि और फरिश्ते अल्लाह ताला कोलों दुआवां करदे आ तस्बीहां करदे आ। और सूरा मोमिन दी पिछे सूरत गुजरी है ना मोमिन ओदी आयत नंबर 7 विच भी ये मजमून आया कि फरिश्ते अल्लाह दे अर्श चक्या और ईमान वाले वास्ते दुआवां करदे इस्तगफार करदे व यस्तगफिरून लिमन फिल अर्द और वो फरिश्ते जेड़े आ वो जमीन वाले वास्ते ईमान वाले वास्ते दुआवां करदे आ। अला इन्नल्लाह हुवल गफूरुर रहीम आगाह हो जाओ वो मगफरत करने वाला रहम करने वाला है। वल्लज़ीन इत्तखज़ू मिन दूनिही औलिया और जिन्हां ने ओनू छड्ड के होर बेली बना लै रफीक बना लै वली बना लै। अल्लाह हफीजुन अलैहिम ते अल्लाह ताला उन्हां ओ जेड़े बनाउण वाले आ अल्लाह हफीजुन अलैहिम ओ समझ लो अल्लाह दी कस्टडी विच है। जिद्दां कहंदे आ ना किते नहीं चले ये हुण मक्के दे विच नबी सल्लल्लाहु अलैहि वसल्लम दे सामने टुरे फिरदे आ ना फरमाया किते भी नहीं चले अल्लाह दी कस्टडी च है। अल्लाह दी ओ जिद्दां कहंदे आ ना कि इन्हां नूं फड़ लिया वा फड़े होई समझो तुसी दूसरे लफ्जां च किते नहीं गए। वमा अंत अलैहिम बेवकील और ए नबी सल्लल्लाहु अलैहि वसल्लम तुहानू परेशानी की जरूरत नहीं तुहाडा काम दावत देना बाकी तुहाडी कोई जिम्मेदारी नहीं है अगर ये नहीं सुधरदे। वकज़ालिका औहयना इलैका कुरानन अरबिया और इसी तरह इसी ये कुरान अरबी ज़बान दे विच नाज़िल कीता लितुनज़िर उम्मुल कुरा व मन हौलहा ताकि तुसी ये उम्मुल कुरा मक्के नूं क्या गया मरकजी बस्ती और इहदे इर्दा गिर्द हुण अगर किस जमीन गोल है किसी जगह नूं भी तुसी मरकज मान लो तो ओहदे इर्दा गिर्द फिर करदियां करदियां सारी जमीन आ जाएगी। यानी इथों शुरू हो के फिर ये जिद्दां एक तलाब हुंदा ना ओहदे विच पत्थर सिटो ते लहरां हर पासे नूं गोल गोल तलाब होवे ते जांदियां ते एंड तक पहुंचदी हर पासों लहर। इसे तरह ये दावत तो तबलीग ये प्रोग्राम जिहड़ा ना पूरी जमीन तक पहुंचना चाहिए। वतुनज़िरा यौमल जमे ला रैब फी और ताकि तुसी आगाह कर दो वार्न कर दो खबरदार कर दो उस दिन च जेदे आउण दे जिस क़यामत दे दिन मतलब क़यामत दे दिन ओहदे च आउण च कोई शक नहीं।
फरीकुन फिल जन्ना, जदों एक फरीक जिहड़ा जन्नत चला जाएगा, व फरीकुन फिस सईर, और दूसरा फरीक जाएगा अग विच। वलौ शाह अल्लाह लजालहुम उम्मतम वाहिदा, अल्लाह चाहता तो सब नूं एक ही उम्मत बना दिंदा। मतलब यह है कि अल्लाह ताला ने जिद्दां फरिश्तियां दे नूं बनाया, अल्लाह ऐसी मखलूक बना दिंदा ते ये जिहड़े है ना फिर फिर इन्हां च इतफाक ही हुंदा, फिर इन्हां दे विच रौला बनना ही नहीं सी, फिर इन्हां ने अल्लाह नाल झगड़ा पाउणा ही नहीं सीगा, फिर इन्हां ने दूसरे माबूद नहीं बनाने सी। लेकिन अल्लाह ताला ने जिहड़ा ना ये इम्तिहान वास्ते इदां कीता, वलाकिन युदखिलु मन यशाउ फी रहमत, और अल्लाह ताला जिहड़ा है वो अपनी रहमत दे विच दाखिल करदा जिहनूं चाहंदा। मतलब ये है कि अल्लाह ने ये इम्तिहान बनाया कि तुसी अल्लाह दी किबरियाई दे वास्ते जान माल लगाओ, और अगर तुसी जान माल लगाई है फिर कोई कमी रह गई है तो वो अल्लाह अपनी रहमत दे नाल तुहानूं माफ कर देगा। सूरा तौबा दे 111 नंबर आयत च फरमाया, इन अल्लाह हश्तरा मिनल मोमिनीना अनफुसहुम व अमवालहुम बिअन्ना लहुमुल जन्नह। एक कीमत अदा करो, जिहड़ी सूरा तौबा दी आयत नंबर 111 च आई है। वैसे नबी सल्लल्लाहु अलैहि वसल्लम ने फरमाया कोई शख्स अपने अमाल ना जन्नत च नहीं जाएगा, अलबत्ता एक कीमत उन्हें अदा की होएगी, और फिर अल्लाह ताला जिहड़ियां कमियां कुताहियां रह गई वो अल्लाह अपनी रहमत दे नाल जिहड़ा दूर कर देगा। व ज़ालिमूना मा लहुम मिन वलिय्यिन वला नसीर, और जालिमां दा कोई कारसाज नहीं होएगा, कोई उन्हां दी मदद करने वाला नहीं होएगा। अब मित्तखज़ु मिन दूनिही औलिया, क्या ये जिहड़े मक्के दे लोग है इन्हां ने उहनूं छड्ड के होर कारसाज बनाए होए। फल्लाहु हुवल वली, ते अल्लाह ही है जिहड़ा कारसाज है, अल्लाह ही वली है। ये जिन्हां नूं औलिया बनांदे आ एक ही है, एक वास्ते वली ते जमा वास्ते औलिया। वहुव युहयिल मौता वहुव अला कुल्लि शैइन कदीर, और वो मुर्दियां नूं जिंदा करेगा और वो हर चीज की कुदरत रखदा है। हुण वो शुरू हो रहा जी मजमून जिहड़ा जिहनूं तौहीद दी चोटी किया गया। व मख्तलफ्तुम, इहदी तमहीद शुरू हो रही। व मख्तलफ्तुम फीहि मिन शै, और जिस चीज दे विच भी तुहाडे विच कोई इख्तलाफ होवे, फहुक्मुहु इलल्लाह, तो फिर ओदा फैसला होएगा, ओदा फैसला अल्लाह दे हुक्म दे मुताबिक। फहुक्मुहु इलल्लाह, क्योंकि हाकम वो है, जज वो है, फैसला उन्हें करना, ओदा फैसला मन्निया जाना चाहिए। यानी मक्के वाले और मुहम्मद और रसूलुल्लाह सल्लल्लाहु अलैहि वसल्लम दे विच अगर कोई इख्तलाफ है तो उसका फैसला किद्दां होना चाहिए। मतलब इख्तलाफ तो मुराद है कि मक्के नबी सल्लल्लाहु अलैहि वसल्लम एक गल कहंदे आ, वो इख्तलाफ करदे आ, ते इहदा फैसला जिहड़ा सही फैसला वो ही है जिहड़ा अल्लाह दा फैसला। ज़ालिकुमुल्लाहु रब्बी, ये अल्लाह जिहड़ा तुहाडा रब है, अलैहि तवक्कल तो, ते मैं इसे दे उत्ते भरोसा करदा। यानी नबी सल्लल्लाहु अलैहि वसल्लम नूं कहा जा रहा भी इन्हां नूं कहो कि ये है तुहाडा रब, तुसीं दूसरे जिहड़े रब बनाए आ वो भावें तुसीं जिहड़ा ना वो माशरती सतह ते बनाए आ, भावें माशी सतह ते बनाया, ते भावें हाकमियत दी सतह ते बनाया, ते भावें जिहड़ा ना वो माबूद दी सतह ते बनाया, ते ये सब गलत है। ज़ालिकुमुल्लाहु रब्बी, ये अल्लाह वा जिहड़ा तुहाडा रब है, अलैहि तवक्कल तो, और मैं ते उसे दे उत्ते ही तवक्कल करदा। यानी नबी सल्लल्लाहु अलैहि वसल्लम फरमा रहे मैं तो उसे ते तवक्कल करदा, वा इलैहि उनीब, और उसे दी तरफ रुजू करदा। इय्याका नअबुदु व इय्याका नस्तईन, तेरी इबादत करदे हैं और तेरे कोई मदद मंगदे हैं। ये मतलब है इहदा। हर मामले च मैं जे कोई मैनू रस्ता समझना तो फिर भी ओदी किताब की तरफ ओदे अल रजू, और अगर मैनू कोई मदद चाहिए है दुआ करनी है तो वह भी मैं ओदे कोलों ही करदा। फातिरु समावाति वल अर्द, और वो छोटा मोटा जिहड़ा ना वो हाकम नहीं, वो बनाउण वाला वा आसमाना दा जमीन दा। जाला लकुम मिन अनफुसिकुम अज़वाजा, उन्हें तुहाडे विचों तुहाडे जोड़े बनाए। व मिनल अनाम अज़वाजा, और इस तरह उन्हें जिहड़ा वो चौपायां दे भी जोड़े बनाए। मर्द औरत
ਮਤਲਬ ਇੱਕੋ ਹੀ ਜਿਨਸ ਹੈ, ਔਰ ਇੱਕੋ ਜਿਨਸ ਫਿਰ ਜਾਨਵਰਾਂ ਦੇ ਵਿੱਚੋਂ ਵੀ ਜੋੜੇ ਹੁੰਦੇ ਆ। ਗਾਏ ਆ, ਗਾਂ ਵਾ ਤੇ ਉਹ ਢੱਗਾ ਵਾ, ਬੈਲ ਜਿਹਨੂੰ ਕਹਿੰਦੇ ਆ। ਵਾ ਯਜ਼ਰਾਉਕੁਮ ਫੀ, ਔਰ ਫਿਰ ਤੁਹਾਨੂੰ ਇਸ ਤਰੀਕੇ ਦੇ ਨਾਲ ਜਿਹੜਾ ਨਾ ਉਹ ਜ਼ਮੀਨ ਦੇ ਵਿੱਚ ਫੈਲਾ ਦਿੱਤਾ। ਲੈਸਾ ਕਮਿਸਲਿਹੀ ਸ਼ੈਅ, ਉਹਦੇ ਵਰਗਾ ਕੋਈ ਵੀ ਨਹੀਂ, ਉਹਦੀ ਮਿਸਾਲ ਹੈ ਹੀ ਨਹੀਂ। ਯਾਨੀ ਉਸ ਹਾਕਮ ਦੀ, ਉਸ ਮਾਲਕ ਦੀ ਮਿਸਾਲ ਹੈ ਹੀ ਨਹੀਂ। ਵਹੁਵ ਸਮੀਉਲ ਬਸੀਰ, ਔਰ ਉਹ ਸਭ ਕੁਝ ਸੁਣਨ ਵਾਲਾ ਔਰ ਦੇਖਣ ਵਾਲਾ। ਯਾਨੀ ਜਿਹੜੇ ਉਹਦੀਆਂ ਮਿਸਾਲਾਂ ਬਣਾਉਂਦੇ ਆ ਕਿਸੇ ਹੋਰ ਨੂੰ, ਜਿਹੜਾ ਖਾਲਕ ਤੇ ਉਹ ਆ, ਲੇਕਿਨ ਉਹਦੀ ਉਸ ਖਾਲਕ ਦਾ ਤਕਾਜ਼ਾ ਪੂਰਾ ਨਹੀਂ ਕਰਦੇ। ਰਾਜ਼ਕ ਉਹ ਹੈ, ਉਹਦੇ ਰਾਜ਼ਕ ਹੋਣ ਦਾ ਤਕਾਜ਼ਾ ਪੂਰਾ ਨਹੀਂ ਕਰਦੇ। ਔਰ ਭਾਵੇਂ ਨਫਸ ਨੂੰ ਉਹਨਾਂ ਨੇ ਬਣਾਇਆ, ਇਸੇ ਤਰ੍ਹਾਂ ਹਾਕਮ, ਉਹ ਅਹਕਮੁਲ ਹਾਕਿਮੀਨ ਨੂੰ ਛੱਡ ਕੇ ਦੂਸਰੇ ਹਾਕਮ ਜਿਹੜੇ ਉਹਨਾਂ ਦਾ ਜ਼ਿੰਦਾਬਾਦ ਮੁਰਦਾਬਾਦ ਕਰਦੇ ਆ। ਤੇ ਉਹ ਫਿਰ ਅੱਲਾਹ ਤਾਲਾ ਉਹਨਾਂ ਨੂੰ ਦੇਖ ਰਿਹਾ, ਔਰ ਜੋ ਵੀ ਉਹ ਗੱਲਾਂ ਕਰਦੇ ਆ, ਸੁਣਦੇ ਆ, ਖਾਓ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੀ ਮੁਖਾਲਫਤ ਕਰਦੇ ਆ, ਅੱਲਾਹ ਸੁਣ ਰਿਹਾ। ਲਹੂ ਮਕਾਲੀਦੁ ਸਮਾਵਾਤ ਵਲ ਅਰਦ, ਉਸੇ ਦੇ ਹੱਥ ਵਿੱਚ ਹੈ ਆਸਮਾਨਾਂ ਜ਼ਮੀਨ ਦਾ ਕੰਟਰੋਲ, ਇਹਦੀਆਂ ਚਾਬੀਆਂ। ਯਬਸੁਤੁ ਰਿਜ਼ਕ ਲਿਮਨ ਯਸ਼ਾ व ਯਕਦਿਰ, ਔਰ ਉਹ ਹੈ ਜਿਹਦਾ ਰਿਜ਼ਕ ਵਧਾਵੇ ਤੇ ਜਿਹਦਾ ਰਿਜ਼ਕ ਘਟਾਵੇ। ਇਨਹੁ ਬਿकुल्ल शैइन अलीम, ਔਰ ਉਹਨੂੰ ਹਰ ਚੀਜ਼ ਦਾ ਇਲਮ ਹੈ। ਉਹ ਆਪਣੇ ਇਲਮ ਦੇ ਨਾਲ ਜਿਹਦਾ ਵਧਾਉਂਦਾ ਔਰ ਜਿਹਦਾ ਘਟਾਉਂਦਾ, ਉਹ ਆਪਣੇ ਇਲਮ ਨਾਲ ਘਟਾਉਂਦਾ ਹੈ। ਸ਼ਰਾ ਲਕੁਮ ਮਿਨ ਅਦ-ਦੀਨ ਮਾ ਵਸਾ ਬਿhi ਨੂਹਨ, ਔਰ ਮੁਸਲਮਾਨੋ ਇੱਥੇ ਨੋਟ ਕਰ ਲਓ, ਇੱਥੇ ਹਾਲਾਂਕਿ ਅਕਸਰ ਜਗ੍ਹਾ ਦੇ ਉੱਤੇ ਸਿਰਫ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਮੁਖਾਤਬ ਕੀਤਾ ਜਾਂਦਾ, ਔਰ ਮੁਸਲਮਾਨਾਂ ਨੂੰ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਜ਼ਰੀਏ ਮੁਖਾਤਬ ਕੀਤਾ ਜਾਂਦਾ। ਲੇਕਿਨ ਇਹ ਕੋਈ ਐਡੀ ਇੰਪੋਰਟੈਂਟ ਗੱਲ ਆ ਕਿ ਅੱਲਾ ਨੇ ਸਿੱਧਾ ਮੁਸਲਮਾਨਾਂ ਨੂੰ ਹੀ, ਜਮਾਤ ਨੂੰ ਹੀ, ਯਾਨੀ ਉਹਨੂੰ ਮੁਖਾਤਬ ਕੀਤਾ। ਹਾਲਾਂਕਿ ਹਜੇ ਉਮਤ ਨਹੀਂ ਬਣੇ, ਉਮਤ ਤੇ ਬਣੇ ਮਦੀਨੇ ਆਉਣ ਤੋਂ ਬਾਅਦ। ਵਕਜ਼ਾਲਿਕ ਜਅਲਨਾकुम उम्मतन वसता लितकूनु शुहदा अलन्नास व यकून रसूलु अलैकुम शहीदा, ਇਹ ਤਾਂ ਫਿਰ ਮਦੀਨੇ ਆਉਣ ਤੋਂ ਬਾਅਦ ਫਰਮਾਇਆ ਨਾ। ਸ਼ਾਰਾ ਲਕੁਮ, ਲਕੁਮ ਐ ਸਾਰੇ ਮੁਸਲਮਾਨੋ, ਤੁਹਾਡੇ ਵਾਸਤੇ ਰਸਤਾ ਉਹੀ ਹੈ। ਮਿਨ ਅਦ-ਦੀਨ, ਇਸ ਦੀਨ ਦੇ ਹਵਾਲੇ ਨਾਲ ਤੁਹਾਡੇ ਵਾਸਤੇ ਉਹੋ ਹੀ ਰਸਤਾ ਵਾ। ਮਾ ਵਸਾ ਬਿhi ਨੂਹਨ, ਜਿਸ ਰਸਤੇ ਦੀ ਅਸੀਂ ਤਾਕੀਦ ਕੀਤੀ ਸੀ, ਵਸੀਅਤ ਕੀਤੀ ਸੀ, ਤਾਕੀਦ ਕੀਤੀ ਸੀ ਨੂਹ अलैहिस्सलाम ਨੂੰ ਕਿ ਇਸ ਰਸਤੇ ਤੇ ਚੱਲਣਾ ਹੈ। ਵल्लज़ी औहयना इलैक, ਔਰ ਐ ਮੁਹੰਮਦ ਸੱਲੱਲਾਹੁ ਅਲੈहि ਵਸੱਲਮ, ਇਹ ਹੀ ਰਸਤਾ ਵਾ ਜਿਹਦੀ ਅਸੀਂ ਤੁਹਾਡੇ ਵੱਲ ਵਹੀ ਕਰ ਦਿੱਤੀ ਹੈ। ਇੱਥੇ ਹੁਣ ਨਬੀ ਸੱਲੱਲਾਹੁ, ਚੂँकि ਵਹੀ ਨਬੀ ਸੱਲੱਲਾਹੁ ਅਲੈहि ਵਸੱਲਮ ਤੇ ਹੋਈ ਹੈ ਨਾ, ਲੇਕਿਨ ਇਹ ਰਸਤਾ ਵਾ ਸਭ ਈਮਾਨ ਵਾਲਿਆਂ ਦਾ। ਵਮਾ ਵਸੈਨਾ ਬਿhi ਇਬਰਾਹੀਮ व मूसा व ईसा, ਔਰ ਜਿਹਦੀ ਅਸੀਂ ਵਸੀਅਤ ਜਾਂ ਤਾਕੀਦ ਕੀਤੀ ਸੀ ਇਬਰਾਹੀਮ, ਜਿਸ ਮਤਲਬ ਰਸਤੇ ਦੀ, ਸ਼ਾਹਰਾ ਦੀ ਤਾਕੀਦ ਕੀਤੀ ਸੀ ਇਬਰਾਹੀਮ अलैहिस्सलाम ਨੂੰ, मूसा अलैहिस्सलाम ਨੂੰ, ਔਰ ईसा अलैहिस्सलाम ਨੂੰ। ਉਹ ਰਸਤਾ ਕੀ ਹੈ? ਅਨ ਅਕੀਮੁद्दीन, ਦੀਨ ਨੂੰ ਕਾਇਮ ਕਰੋ। ਅੱਛਾ, ਬਾਜ਼ ਤਫਸੀਰਾਂ ਦੇ ਵਿੱਚ ਇਹ ਇਸ ਤਰ੍ਹਾਂ ਵੀ ਆਂਦਾ, ਇਹ ਤਰਜਮਾ ਵੀ ਆਏਗਾ ਕਿ ਜਿਹੜਾ ਨਾ ਉਹ ਦੀਨ ਨੂੰ ਕਾਇਮ ਰੱਖੋ, ਯਾਨੀ ਇੱਕ ਹੈ ਦੀਨ ਨੂੰ ਕਾਇਮ ਕਰੋ ਔਰ ਇੱਕ ਹੈ ਦੀਨ ਨੂੰ ਕਾਇਮ ਰੱਖੋ। ਇਹ ਸਮਝ ਲਓ, ਇਹ ਦੋਨੋਂ ਤਰਜਮੇ ਗਲਤ ਨਹੀਂ ਹੈਗੇ, ਇਸ ਵਾਸਤੇ ਕਿ ਅਗਰ ਕਾਇਮ ਹੈ ਤੇ ਫਿਰ ਉਹਨੂੰ ਕਾਇਮ ਰੱਖਣਾ ਹੈ, ਉਹਨੂੰ ਢਹਿਣ ਨਹੀਂ ਦੇਣਾ। ਠੀਕ ਹੈ ਨਾ, ਉੱਥੇ ਤਾਗੂਤ ਨਾ ਆ ਜਾਵੇ, ਕੋਈ ਗੈਰ ਅੱਲਾ ਦੀ ਹਾਕਮੀਅਤ ਕਾਇਮ ਨਾ ਹੋ ਜਾਏ। ਇਹ ਉਹਨੂੰ ਕਾਇਮ ਰੱਖਣਾ, ਫਿਕਰ 'ਚ ਰਹਿਣਾ। ਔਰ ਅਗਰ ਉਹ ਕਾਇਮ ਹੀ ਨਹੀਂ ਹੈਗਾ ਤੇ ਫਿਰ ਉਹਨੂੰ ਕਾਇਮ ਕਰਨਾ ਹੈ। ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੇ ਜ਼ਮਾਨੇ 'ਚ ਤਾਂ ਕਾਇਮ ਹੈ ਨਹੀਂ ਸੀਗਾ, ਤੇ ਕਾਇਮ ਕੀਤਾ ਵਾ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ। ਬਹਰਹਾਲ ਕੋਈ ਹਰਜ ਨਹੀਂ, ਜ਼ਾਹਿਰ ਹੈ ਅਗਰ ਕਾਇਮ ਨਹੀਂ ਹੈਗਾ ਤੇ ਫਿਰ ਕਾਇਮ ਰੱਖਾਂਗੇ ਕਿੱਦਾਂ? ਕਾਇਮ ਕਰਕੇ ਕਾਇਮ ਰੱਖਾਂਗੇ ਨਾ। ਅੱਛਾ, ਇਹਦੇ ਵਿੱਚ ਕੁਛ ਬਦ ਨੀਅਤ ਲੋਕ ਉਹ ਵੀ ਹੈ, ਜਿਨ੍ਹਾਂ ਦੇ ਵਿੱਚੋਂ ਸਮਝ ਲਓ ਕਿ ਜਾਵੇਦ ਅਹਿਮਦ ਗਾਮਦੀ ਅੱਜ ਕੱਲ੍ਹ ਦੇ ਦੌਰ 'ਚ ਸਰੇ ਖੈਰ ਆ, ਉਹ ਤਰਜਮਾ ਇਸ ਤਰ੍ਹਾਂ ਕਰਦਾ, ਕਾਇਮ ਰਹੋ, ਯਾਨੀ ਦੀਨ ਦੇ ਉੱਤੇ ਬਸ ਕਾਇਮ ਰਹੋ। ਹੁਣ ਮੈਂ ਇਹ ਪੁੱਛਦਾ ਵਾਂ ਕਿ ਜ਼ੁਲਕਰਨੈਨ
ਇਲਾਕੇ ਦੇ ਇਲਾਕੇ ਫਤਹ ਕਰਕੇ ਤੇ ਫਿਰ ਉਹਨਾਂ ਨੂੰ ਦੀਨ ਦੀ ਦਾਵਤ ਕਿਉਂ ਦਿੰਦਾ ਸੀ? ਉਹਨੂੰ ਤੇ ਚਾਹੀਦਾ ਸੀਗਾ ਕਾਇਮ ਰਹਿੰਦਾ ਆਪਣੇ ਘਰ ਬੈਠਾ। ਸੁਲੇਮਾਨ अलैहिस्सलातु सलाम ਨੂੰ ਕਿਹੜੀ ਜ਼ਰੂਰਤ ਸੀ ਕਿ ਉਹ ਉਸ ਔਰਤ ਨੂੰ ਜਿਹਨੇ ਖਰਾਜ ਔਰ ਫਿਦਿਆ ਵੀ ਦੇਣ ਦੀ ਕੋਸ਼ਿਸ਼ ਕੀਤੀ, ਉਹਦਾ ਫਿਦਿਆ ਵੀ ਨਹੀਂ ਲਿਆ, ਖਰਾਜ ਵੀ ਨਹੀਂ ਲਿਆ, ਔਰ ਉਹਨੂੰ ਕਿਹਾ ਕਿ ਮੈਂ ਤੇਰੇ ਮੁਲਕ 'ਚ ਲਸ਼ਕਰ ਲੈ ਕੇ ਆ ਰਿਹਾ। ਉਹ ਆਪਣੇ ਘਰ ਦੇ ਵਿੱਚ ਰਹਿੰਦੇ, ਸੁਲੇਮਾਨ अलैहिस्सलातु सलाम ਦੀਨ ਤੇ ਕਾਇਮ ਰਹਿੰਦੇ। ਅਸਲ ਦੇ ਵਿੱਚ ਇਹ ਸਮਝ ਲਓ, ਇਹ ਬਹੁਤ ਬੜੀ ਸਾਜ਼ਿਸ਼ ਹੈ ਜਿਹੜੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ। ਔਰ ਤਾਂ ਕਿ ਲੋਕ ਜਿਹੜੇ ਹੈ ਨਾ ਉਹ ਇਹ ਗੱਲ ਜ਼ਿਹਨ ਚੋਂ ਕੱਢ ਦੇਣ ਕਿ ਬਸ ਇਹਦਾ ਮਤਲਬ ਇਹ ਹੈ ਕਿ ਬਸ ਨਮਾਜ਼ ਜਿਹੜੀ ਸੌਰੀ ਜਿਹੜਾ ਬਸ ਆਪੇ ਹੀ ਰਹਿਣਾ ਵਾ ਕਾਇਮ ਹੈ। ਅੱਛਾ, ਇਹਦੇ 'ਚ ਅਗਰ ਆਪੇ ਹੀ ਰਹਿਣਾ ਤੇ ਅਗਲੀ ਗੱਲ ਦਾ ਕੀ ਮਤਲਬ ਬਣਦਾ? ਅਨ ਅਕੀਮੁद्दीन, ਕਿ ਦੀਨ ਦੇ ਉੱਤੇ, ਮੈਂ ਹੁਣ ਉਹ ਜਵੇਦ ਗਾਮਦੀ ਵਾਲਾ ਤਰਜਮਾ ਕਰ ਰਿਹਾ, ਦੀਨ ਦੇ ਉੱਤੇ ਕਾਇਮ ਰਹੋ, ਵਲਾ ਤਫਰਕੂ, ਤੇ ਤਫਰਕੇ 'ਚ ਨਾ ਪਵੋ। ਤੇ ਇਹ ਤਫਰਕੇ ਹਰ ਇੱਕ ਨੇ ਆਪਣੇ ਆਪਣੇ ਘਰ ਆਪਣੇ ਸਮਝ ਦੇ ਮੁਤਾਬਕ ਦੀਨ ਤੇ ਕਾਇਮ ਰਹਿਣਾ। ਤਫਰਕਾ ਕਿੱਥੋਂ ਆ ਜਾਏਗਾ? ਤਫਰਕਾ ਤੇ ਉਸ ਵੇਲੇ ਆਏਗਾ ਜਦੋਂ ਜਿਸ ਵੇਲੇ ਤੁਸੀਂ ਕਹੋਗੇ ਕਿ ਇਹ ਮਾਸ਼ਰੇ ਦੇ ਵਿੱਚ ਦੀਨ ਕਾਇਮ ਹੋਣਾ ਚਾਹੀਦਾ ਹੈ। ਇਹਦੇ ਤੇ ਹੁਣ ਉਹਦੇ ਵਿੱਚੋਂ ਫਿਰ ਲੋਕ ਜਿਹੜਾ ਇਖਤਲਾਫ ਕਰਨਗੇ। ਮੱਕੇ ਦੇ ਲੋਕ ਇਖਤਲਾਫ ਕਰ ਰਹੇ ਸੀ ਇਸ ਵਾਸਤੇ ਕਿ ਉਹਨਾਂ ਦੇ ਮਫਾਦਾਤ ਉਸ ਨਿਜ਼ਾਮ ਦੇ ਨਾਲ ਸੀ। ਇੱਦਾਂ ਹੀ ਸਮਝ ਲਓ ਕਿ ਅੱਜ ਦੇ ਦੌਰ 'ਚ ਜਿਸ ਵੇਲੇ ਅਸੀਂ ਦੀਨ ਦੇ ਗਲਬੇ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਆਪਣੀਆਂ ਬਾਦਸ਼ਾਹੀਆਂ ਕਮਾਇਆ ਕਰ ਰਹੇ ਆ, ਜਿਨ੍ਹਾਂ ਦੇ ਸੂਦ ਦੇ ਲੰਬੇ ਚੌੜੇ ਸਿਲਸਿਲੇ ਆ, ਜਿਹੜੇ ਜ਼ਾਲਮ ਜ਼ੁਲਮ ਕਰਦੇ ਆ ਔਰ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਉਹ ਇਹ ਚਾਹਣਗੇ ਕਿ ਅਦਲੋ ਕਿਸਤ ਦਾ ਨਿਜ਼ਾਮ ਜਿਹੜਾ ਉਹ ਕਾਇਮ ਹੋ ਜਾਏ, ਜਿਹਦੇ ਵਿੱਚ ਉਹਨਾਂ ਨੂੰ ਵੀ ਕਟਾਰੇ ਦੇ ਵਿੱਚ ਖੜਾ ਕੀਤਾ ਜਾਵੇ। ਤੇ ਬਹਰਹਾਲ ਇਹ ਮੈਂ ਕਿਹਾ ਵੀ ਇਹ ਵੀ ਵਾਜ਼ੇ ਕਰ ਦਿਆਂ। ਫਰਮਾਇਆ ਅਨ ਅਕੀਮੁद्दीन, ਦੀਨ ਨੂੰ ਕਾਇਮ ਕਰੋ, ਵਲਾ ਤਫਰਕੂ ਫੀ, ਔਰ ਇਹਦੇ ਵਿੱਚ ਤਫਰਕਾ ਨਾ ਪਾਓ। ਇਹ ਨੋਟ ਕਰ ਲਓ, ਇਹ ਤਫਰਕਾ ਇਹ ਖਾਸ ਤੌਰ ਤੇ ਸਮਝ ਲਓ ਮਾਸ਼ਰਤੀ ਸਤਹ ਦੇ ਉੱਤੇ ਅੱਲਾ ਨੂੰ ਖਾਲਕ ਮੰਨੋ, ਔਰ ਮਾਸ਼ੀ ਸਤਹ ਤੇ ਅੱਲਾ ਨੂੰ ਰੱਬ ਔਰ ਰਜ਼ਾਕ ਔਰ ਰਾਜ਼ਕ ਮੰਨੋ, ਔਰ ਉਸ ਤੋਂ ਅੱਗੇ ਸਿਆਸੀ ਸਤਹ ਦੇ ਉੱਤੇ ਅੱਲਾ ਨੂੰ ਅਹਕਾਮੁਲ ਹਾਕਿਮੀਨ ਮੰਨੋ। ਬਾਕੀ ਇਹ ਸਮਝ ਲਓ ਕਿ ਇਸ ਤੋਂ ਨੀਚੇ ਜਿਹੜਾ ਨਾ ਉਹ ਹੈ ਜਿਹਨੂੰ ਅਸੀਂ ਮਤਲਬ ਇਹ ਹੈ ਕਿ ਜਿਹਨੂੰ ਅਸੀਂ ਆਮ ਤੌਰ ਤੇ ਇਬਾਦਾਤ ਕਹਿੰਦੇ ਆ, ਠੀਕ ਹੈ ਨਾ, ਨਮਾਜ਼, ਰੋਜ਼ਾ, ਹਜ, ਜ਼ਕਾਤ, ਉਹਦੇ ਵਿੱਚ ਛੋਟੇ ਛੋਟੇ ਇਖਤਲਾਫਾਤ ਆ, ਔਰ ਉਹ ਇਖਤਲਾਫਾਤ ਕਿਸੇ ਨਾ ਕਿਸੇ ਦਲੀਲ ਦੇ ਉੱਤੇ ਆ। ਮਤਲਬ ਕੋਈ ਰਫਾ ਯदैन ਕਰਦਾ, ਕੋਈ ਨਹੀਂ ਕਰਦਾ, ਕੋਈ ਜਨਾਜ਼ਾ ਉੱਚੀ ਪੜ੍ਹਦਾ, ਕੋਈ ਆਸਤਾ ਪੜ੍ਹਦਾ, ਕੋਈ ਉੱਚੀ ਆਮੀਨ ਕਹਿੰਦਾ, ਕੋਈ ਹੌਲੀ ਆਮੀਨ ਕਹਿੰਦਾ, ਠੀਕ ਹੈ ਨਾ, ਕੋਈ 2 ਮਿੰਟ ਕਹਿੰਦਾ ਰੋਜ਼ਾ ਪਹਿਲਾਂ ਖੋਲ੍ਹਣਾ, ਕੋਈ ਜਿਹੜਾ ਨਾ ਉਹ ਸਮਝ ਲਓ ਕਿ ਉਹ ਕੋਈ ਹੋਰ ਇਸ ਤਰ੍ਹਾਂ ਦੇ, ਮਤਲਬ ਹੈ ਕਿ ਇਸ ਵੇਲੇ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ ਕਿ ਕੋਈ ਇਸ ਤਰ੍ਹਾਂ ਦੇ ਜਿਹੜੇ ਮਸਜਿਦ ਦੇ ਵਿੱਚ ਆਉਣਾ ਤੇ ਉਹਦੇ ਤੇ ਉਹ ਨਫਲੀ ਇਬਾਦਤ ਹੈ ਕਿ ਉਹ 2 ਨਫਲ ਪੜ੍ਹਨੇ ਆ। ਇਹ ਕੋਈ ਮਤਲਬ ਹੈ ਕਿ ਐਸੀ ਚੀਜ਼ਾਂ ਨਹੀਂ। ਔਰ ਨੋਟ ਕਰ ਲਓ ਕਿ ਇਹ ਜਿੰਨੇ ਵੀ ਸਾਡੇ ਫਿਰਕੇ ਆ, ਇਹਨਾਂ ਦੇ ਇਖਤਲਾਫਾਤ ਆ, ਉਹਨਾਂ ਦਾ ਕੋਈ ਕੁਰਾਨ ਦੇ ਵਿੱਚ ਜ਼ਿਕਰ ਨਹੀਂ ਹੈਗਾ ਇਹਨਾਂ ਇਖਤਲਾਫਾਤ ਦਾ। ਹਾਂ, ਹਦੀਸਾਂ ਦੇ ਵਿੱਚ ਜ਼ਿਕਰ ਹੈਗਾ, ਔਰ ਹਦੀਸਾਂ ਫਿਰ ਜ਼ਾਹਿਰ ਗੱਲ ਆ ਕਿ ਜਿਹੜਾ ਰਫਾ ਯदैन ਕਰਨ ਵਾਲਾ ਉਹ ਆਪਣੀ ਹਦੀਸ ਨੂੰ ਸਹੀ ਕਹਿੰਦਾ, ਜਿਹੜਾ ਨਹੀਂ ਕਰਨ ਵਾਲਾ ਉਹ ਆਪਣੀ ਨੂੰ ਕਹਿੰਦਾ। ਉਹ ਜਿਹੜਾ ਰਫਾ ਯदैन ਕਰਦਾ ਉਹ ਕਹਿੰਦਾ ਉਹਦੀ ਹਦੀਸ ਗਲਤ ਆ, ਉਹ ਕਹਿੰਦਾ ਉਹਨਾਂ ਦੀ ਗਲਤ ਆ। ਤੋ ਇਹ ਕੋਈ ਮਸਲਾ ਨਹੀਂ ਹੈਗਾ ਨਾ ਇਹਨਾਂ ਦੇ ਉੱਤੇ ਜੰਨਤ ਦਾ ਫੈਸਲਾ ਹੋਣਾ। ਕੁਰਾਨ ਕਰੀਮ ਦੇ ਵਿੱਚ ਅੱਲਾਹ ਤਾਲਾ ਨੇ 3 ਮੁਕਾਮਾਤ ਦੇ ਉੱਤੇ ਜਿਹੜਾ ਨਾ ਉਹ ਇਹ ਗੱਲ ਕਹੀ ਹੈ ਕਿ ਜਿਹੜਾ ਨਾ ਉਹ ਇਹ ਸੂਰਤ ਨਿਸਾ ਦੀ ਆਇਤ ਮੈਂ ਪੜ੍ਹ ਰਿਹਾ, ਬਾਕੀ ਫਿਰ ਜਿਹੜਾ ਨਾ ਉਹ ਉਹਨਾਂ ਨੂੰ ਛੱਡ ਲੈਣਾ ਕਿਉਂਕਿ ਫਿਰ ਗੱਲ ਲੰਮੀ ਹੁੰਦੀ ਹੈ। ਇਨ ਤਜਤਨਿਬੂ ਕਬਾਇਰਾ ਮਾ ਤੁਨਹਊਨਾ ਅਨਹੁ, ਲੋਕੋ ਈਮਾਨ ਵਾਲਿਓ, ਇਨ ਤਜਤਨਿਬੂ ਕਬਾਇਰਾ ਮਾ ਤੁਨਹਊਨਾ ਅਨਹੁ, ਅਗਰ ਤੁਸੀਂ ਉਹ ਵੱਡੀਆਂ ਵੱਡੀਆਂ ਗੱਲਾਂ ਜਿਨ੍ਹਾਂ ਤੋਂ ਅਸੀਂ ਤੁਹਾਨੂੰ ਮਨਾ ਕੀਤਾ, ਅਗਰ ਤੁਸੀਂ ਉਹਨਾਂ ਤੋਂ ਇਜਤਨਾਬ ਕਰ ਗਏ, ਬਚ ਗਏ, ਉਹਦੇ 'ਚ ਮੁਲਵਸ ਨਾ ਹੋਏ, ਇਨ ਤਜਤਨਿਬੂ ਕਬਾਇਰਾ ਮਾ ਤੁਨਹਊਨਾ ਅਨਹੁ ਨੁਕਫਿਰ ਅਨਕੁਮ ਸਯਿਆਤਿਕੁਮ,
ਤੇ ਨੁਕਫਿਰ ਅਨਕੁਮ ਸਈਆਤਿਕੁਮ, ਅਸੀਂ ਤੁਹਾਡੀ ਬਗੈਰ ਮਾਫੀ ਤੋਂ ਮੰਗਿਆ ਵੀ ਅਸੀਂ ਤੁਹਾਨੂੰ ਜਿਹੜਾ ਨਾ ਤੁਹਾਡੇ ਛੋਟੇ ਮੋਟੇ ਗਲਤੀਆਂ ਗੁਨਾਹ ਮਾਫ ਕਰ ਦੇਵਾਂਗੇ। ਨੁਕਫਿਰ ਅਨਕੁਮ ਸਈਆਤਿਕੁਮ, ਅਸੀਂ ਆਪ ਮਾਫ ਕਰ ਦੇਵਾਂਗੇ। ਤੁਸੀਂ ਤੌਬਾ ਨਹੀਂ ਵੀ ਕੀਤੀ, ਨਹੀਂ ਵੀ ਮਾਫੀ ਮੰਗੀ, ਤੁਹਾਨੂੰ ਨਹੀਂ ਵੀ ਪਤਾ ਲੱਗਾ, ਨੁਕਫਿਰ ਅਨਕੁਮ ਸਈਆਤਿਕੁਮ व नुदखिलकुम मुदखलन करीमा, और ਅਸੀਂ ਤੁਹਾਨੂੰ ਦਾਖਲ ਕਰ ਦੇਵਾਂਗੇ ਉਸ ਇੱਜ਼ਤ ਦੀ ਜਗ੍ਹਾ ਤੋਂ। ਮਤਲਬ ਇਹ ਹੈ ਕਿ ਰਫਾ ਜੈਨ ਕਰਨ ਵਾਲਿਆਂ ਔਰ ਨਾ ਕਰਨ ਵਾਲਿਆਂ ਦਾ ਕੋਈ ਫਰਕ ਨਹੀਂ ਰੱਖਾਂਗੇ। ਇਹ ਉੱਚੀ ਆਮੀਨ ਹੌਲੀ ਆਮੀਨ ਕਹਿਣ ਵਾਲਿਆਂ ਦਾ ਕੋਈ ਨਹੀਂ ਫਰਕ ਰੱਖਾਂਗੇ ਕਿ ਜੀ ਇਹਨੂੰ ਇਸ ਵਾਸਤੇ ਨਹੀਂ ਜੰਨਤ 'ਚ ਵੜਨ ਦੇਣਾ। ਔਰ ਇਹ ਜਿਹੜੇ ਮਤਲਬ ਹੈ ਕਿ ਜਿਨ੍ਹਾਂ ਨੇ ਜਨਾਜ਼ਾ ਉੱਚੀ ਪੜ੍ਹ ਲਿਆ ਔਰ ਜਿਨ੍ਹਾਂ ਨੇ ਹੌਲੀ ਪੜ੍ਹ ਲਿਆ, ਇਹਨਾਂ ਦਾ ਇਹ ਫਰਕ ਨਹੀਂ ਰੱਖਾਂਗੇ ਅਸੀਂ। ਨੁਕਫਿਰ ਅਨਕੁਮ ਸਈਆਤਿਕੁਮ व नुदखिलकुम मुदखलन करीमा। ਤੇ ਇਹ ਜਿਹੜੀਆਂ ਗੱਲਾਂ ਨਾ, ਇਹ ਤੌਹੀਦ ਮਤਲਬ ਹੈ ਕਿ ਅੱਲਾ ਨੂੰ ਮਾਬੂਦ ਮੰਨਣਾ। ਔਰ ਠੀਕ ਹੈ, ਕਿਸੇ ਦਲੀਲ ਦੇ ਨਾਲ ਤੁਸੀਂ ਇਖਤਲਾਫ ਕਰ ਲਿਆ ਤੇ ਉਹ ਇਖਤਲਾਫ ਨਹੀਂ ਹੈ ਜਿਹੜਾ ਜਿਹਨੂੰ ਕਹੀਏ ਕਿ ਤੌਹੀਦ ਦਾ ਇਖਤਲਾਫ ਹੈ। ਤੌਹੀਦ ਦਾ ਇਖਤਲਾਫ ਇਹ ਹੈ ਕਿ ਤੁਸੀਂ ਜਾ ਕੇ ਕਿਸੇ ਮਜ਼ਾਰ ਨੂੰ ਸਜਦਾ ਕਰੋ, ਤੁਸੀਂ ਕਿਸੇ ਪੀਰ ਨੂੰ ਸਜਦਾ ਕਰੋ। ਠੀਕ ਹੈ, ਇਸੇ ਤਰੀਕੇ ਨਾਲ ਅੱਲਾਹ ਤਾਲਾ ਜਿਹੜਾ ਨਾ ਉਹਨੂੰ ਤੁਸੀਂ ਖਾਲਕ ਮੰਨ ਕੇ ਤੇ ਫਿਰ ਉਹ ਜਿਹੜੀ ਆ ਉਹਦੀ ਮਖਲੂਕ ਹੈ ਉਹਦੀ ਸਤ੍ਹਾ ਦੇ ਉੱਤੇ ਜਿਹੜਾ ਤੁਸੀਂ ਫਰਕ ਕਰੋ, ਮਸਾਵਾਤ ਨਾ ਹੋਵੇ। ਇਸੇ ਤਰੀਕੇ ਨਾਲ ਅੱਲਾ ਨੂੰ ਰਾਜ਼ਕ ਮੰਨ ਕੇ, ਰਜ਼ਾਕ ਮੰਨ ਕੇ, ਰੱਬ ਮੰਨ ਕੇ ਫਿਰ ਤੁਸੀਂ ਜਿਹੜਾ ਨਾ ਉਹ ਰਿਜ਼ਕ ਦੀ ਤਕਸੀਮ ਉਹਦਾ ਨਾ ਕਰੋ ਔਰ ਅੱਲਾ ਦੇ ਦਿੱਤੇ ਰਿਜ਼ਕ ਦੇ ਉੱਤੇ ਤੁਸੀਂ ਜਿਹੜਾ ਨਾ ਉਹ ਤਵੱਕਲ ਨਾ ਕਰੋ, ਨਾ ਰੁਕੋ। ਔਰ ਇਸੇ ਤਰੀਕੇ ਨਾਲ ਅੱਲਾਹ ਤਾਲਾ ਅਹਕਮੁਲ ਹਾਕਿਮੀਨ ਜਿਹੜਾ ਉਹਦੀ ਹੁਕਮਰਾਨੀ ਜਿਹੜੀ ਹੈ ਉਹਨੂੰ ਵਕਬਰ ਹੋ ਤਕਬੀਰਾ, ਉਹਦੀ ਬੜਾਈ, ਉਹਦੀ ਹੁਕਮਰਾਨੀ ਕਾਇਮ ਕਰਨ ਵਾਸਤੇ ਤੁਸੀਂ ਜਿਹੜਾ ਨਾ ਉਹ ਨਾ ਕੋਈ ਦਾਵਤ, ਨਾ ਕੋਈ ਜਦੋਜਹਿਦ, ਨਾ ਜਾਨ, ਨਾ ਮਾਲ ਤੁਸੀਂ ਲਗਾ ਹੀ ਨਹੀਂ ਰਹੇ। ਠੀਕ ਹੈ ਨਾ, ਇਹ ਹੈ ਇਖਤਲਾਫ। ਇਸ ਇਖਤਲਾਫ ਦੀ ਗੱਲ ਹੋ ਰਹੀ ਹੈ। ਫਰਮਾਇਆ ਵਲਾ ਤਫਰਕੂ, ਇਹ ਦੀਨ ਨੂੰ ਫੀ ਇਸ ਮਾਮਲੇ ਦੇ ਵਿੱਚ ਤਫਰਕਾ ਨਹੀਂ ਕਰਨਾ, ਕਿਉਂਕਿ ਤੌਹੀਦ ਦਾ ਕਾਇਮ ਕਰਨਾ ਜਿਹੜਾ ਨਾ ਇਹ ਸਾਰੇ ਪੈਗੰਬਰਾਂ ਦਾ ਕੰਮ ਸੀਗਾ। ਪਿੱਛੇ ਆਇਆ ਨਾ ਕਿ ਸ਼ਰਾ ਲਕੁਮ ਮਿਨ ਅਦ-ਦੀਨ ਮਾ ਵਸਾ ਬਿhi ਨੂਹਮ ਵਲਜ਼ੀ ਔਹੈਨਾ ਇਲੈਕ व मा वसैना बिही इब्राहीम व मूसा व ईसा, ਇਹ ਸਾਰੇ ਤੌਹੀਦ ਕਾਇਮ ਕਰਨ ਵਾਲੇ ਸੀ ਔਰ ਸਾਰਿਆਂ ਦੀ ਇਬਾਦਤ ਮੁਖਤਲਿਫ ਸੀ। ਇਹ ਕੋਈ ਅਸੀਂ ਕਹੀਏ ਕਿ ਜਿੱਦਾਂ ਅਸੀਂ ਨਮਾਜ਼ਾਂ ਪੜ੍ਹਦੇ ਇੱਦਾਂ ਹੀ ਇਬਰਾਹੀਮ अलैहिस्सलाम ਪੜ੍ਹਦੇ ਸੀ, ਇੱਦਾਂ ਹੀ ਰੋਜ਼ੇ ਰੱਖਦੇ ਸੀ, ਇੱਦਾਂ ਨਹੀਂ। ਇਹ ਸ਼ਰੀਅਤਾਂ 'ਚ ਫਰਕ ਰਿਹਾ ਵਾ। ਲਿਹਾਜ਼ਾ ਅਸਲ ਚੀਜ਼ ਇਹ ਹੈ ਕਿ ਅੱਲਾ ਨੂੰ ਮਾਬੂਦ ਮੰਨਣਾ ਹੈ ਔਰ ਪੂਰੇ ਇਖਲਾਸ ਦੇ ਨਾਲ। ਠੀਕ ਹੈ ਨਾ, ਔਰ ਇਸੇ ਤਰੀਕੇ ਨਾਲ ਅੱਲਾ ਨੂੰ ਜਿਹੜਾ ਨਾ ਉਹ ਖਾਲਕ ਮੰਨਣਾ ਔਰ ਪੂਰੇ ਇਖਲਾਸ ਦੇ ਨਾਲ। ਅੱਲਾ ਨੂੰ ਰਾਜ਼ਕ ਮੰਨਣਾ, ਰਜ਼ਾਕ ਮੰਨਣਾ, ਰੱਬ ਮੰਨਣਾ, ਪਾਲਣ ਵਾਲਾ ਮੰਨਣਾ ਪੂਰੇ ਖਲੂਸ ਔਰ ਇਖਲਾਸ ਨਾਲ। ਔਰ ਅੱਲਾ ਨੂੰ ਅਹਕਮੁਲ ਹਾਕਿਮੀਨ ਮੰਨਣਾ ਔਰ ਪੂਰੇ ਖਲੂਸ ਔਰ ਇਖਲਾਸ ਦੇ ਨਾਲ। ਔਰ ਇਹਨਾਂ ਉਸੂਲਾਂ ਦਾ ਉੱਤੇ ਇੱਕ ਮਾਸ਼ਰਾ ਕਾਇਮ ਕਰਨਾ, ਖੜਾ ਕਰਨਾ, ਜਿੱਦਾਂ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੇ ਖੜਾ ਕੀਤਾ ਸੀ। ਇਹਦੇ ਵਿੱਚ ਤਫਰਕਾ ਨਹੀਂ ਪਾਉਣਾ। ਵਲਾ ਤਫਰਕੂ ਫੀ ਕਾਬੁਰ ਅਲਲ ਮੁਸ਼ਰਿकीन मा तदऊहुम इलैहि, ਇਹ ਮੁਸ਼ਰਕਾਂ ਨੂੰ, ਇਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਸ ਕੰਮ ਵਾਸਤੇ ਤੁਸੀਂ ਮੁਸ਼ਰਕਾਂ ਨੂੰ ਸੱਦ ਰਹੇ ਹੋ, ਦਾਵਤ ਦੇ ਰਹੇ ਹੋ, ਉਹਨਾਂ ਨੂੰ ਕਹਿ ਰਹੇ ਹੋ ਕਿ ਆਓ ਅੱਲਾ ਦੀ ਤਰਫ ਔਰ ਅੱਲਾਹ ਤਾਲਾ ਦੀ ਤੌਹੀਦ ਨੂੰ ਕਾਇਮ ਕਰੀਏ, ਤੇ ਫਰਮਾਇਆ ਇਹ ਮੁਸ਼ਰਕਾਂ ਨੂੰ ਤੇ ਇਹ ਬਹੁਤ ਔਖਾ ਕੰਮ ਲੱਗਦਾ। ਜਿਸ ਤਰ੍ਹਾਂ ਜਿਸ ਆਦਮੀ ਦਾ ਬੜਾ ਲੰਬਾ ਚੌੜਾ ਸੂਦੀ ਨਿਜ਼ਾਮ ਹੋਏਗਾ, ਉਹਨੂੰ ਸੂਦ ਦਾ ਖਾਤਮਾ ਸੌਖਾ ਲੱਗਦਾ, ਔਖਾ ਲੱਗਦਾ, ਔਖਾ ਹੀ ਲੱਗਦਾ। ਬਸ ਇਹ ਗੱਲ ਹੈ। ਫਰਮਾਇਆ ਇਹ ਤੇ ਜਿਹਨੇ ਕੰਮਾਂ 'ਚ ਪਏ ਆ, ਇਹ ਤੇ ਇਹਨਾਂ ਦੇ ਤੇ ਬੜੇ ਮਾਸ਼ਰਤੀ ਫਵਾਇਦ ਹੈ। ਇਹਨਾਂ ਨੂੰ ਮਾਸ਼ਰਤੀ ਤੌਰ ਦੇ ਉੱਤੇ ਸੁਪਰਮੇਸੀ ਮਿਲੀ ਹੋਈ ਹੈ। ਉਹ ਸੂਰਾ ਕੁਰੈਸ਼ 'ਚ ਆਇਆ ਨਾ, ਲੇ ਇਲਾਫ ਕੁਰੈਸ਼ ਇਲਾਫ ਅਮਰਿਹਲਤ ਅਸ਼-ਸ਼ਤਾኢ ਵਸ-ਸੈਫ ਫਲਯਅਬੁਦੂ ਰੱਬ ਹਾਜ਼ਲ ਬੈਤ ਅੱਲਜ਼ੀ ਅਤ'ਅਮਹੁਮ ਮਿਨ ਜੂਅ व आमनहुम मिन खौफ। ਇਹਨਾਂ ਨੂੰ ਤੇ ਤਜਾਰਤ ਦੇ ਉੱਤੇ ਜਿਹੜਾ ਹੋਲਡ ਇਹਨਾਂ ਦਾ ਇਸੇ ਵਾਸਤੇ ਬਣਿਆ ਇਹਨਾਂ ਬੁੱਤਾਂ ਦੀ ਵਜ੍ਹਾ ਤੋਂ। ਲਿਹਾਜ਼ਾ ਤੁਸੀਂ ਕਹੋ ਕਿ ਬੁੱਤ ਚੱਕ ਕੇ ਬਾਹਰ ਸੁੱਟੀਏ, ਇਹ ਕਿਉਂ ਮੰਨਣਗੇ? ਅਹਕਮੁਲ ਹਾਕਿਮੀਨ ਦੀ ਹਾਕਮੀਅਤ ਕਾਇਮ ਕਰੀਏ, ਇਹ ਕਿਉਂ ਮੰਨਣਗੇ? ਇਹਨਾਂ ਨੂੰ ਬੜਾ ਔਖਾ ਲੱਗੇਗਾ। ਅੱਲਾਹੁ ਯਜਤਬੀ ਇਲੈਹਿ ਮਨ ਯਸ਼ਾ, ਬਾਕੀ ਤੁਸੀਂ ਦਾਵਤ ਦੇਣਾ ਨਹੀਂ ਛੱਡਣਾ।
ਅੱਲਾ ਜਿਹਨੂੰ ਚਾਹੇਗਾ ਚੁਣ ਲਏਗਾ। ਇਹਨਾਂ ਵਿੱਚੋਂ ਹੀ ਉਮਰੇ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ ਚੁਣ ਲਿਆ ਅੱਲਾ ਨੇ। ਯਾਨੀ ਇੱਕ ਤੇ ਹੈ ਕਿ ਬੰਦਾ ਖੁਦ ਲੱਭਦਾ ਫਿਰਦਾ ਨਾ, ਉਮਰੇ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ ਤੇ ਹਦਾਇਤ ਨਹੀਂ ਲੱਭਦੇ ਫਿਰਦੇ ਸੀ, ਅੱਲਾ ਨੇ ਚੁਣ ਲਿਆ, ਲੈ ਆਂਦਾ, ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਕਦਮਾਂ 'ਚ ਪਾਤਾ। ਵਯਹਦੀ ਇਲੈਹਿ ਮਨ ਯੁਨੀਬ। ਆ ਬਾਕੀ ਫਿਰ ਇਹ ਆ ਕਿ ਅੱਲਾ ਜਿਹੜਾ ਰਜੂ ਕਰਨ ਵਾਲਾ, ਆਪ ਲੱਭਣ ਵਾਲਾ, ਕਈ ਉਹ ਹੁੰਦੇ ਆ ਜਿਹੜੇ ਲੱਭਦੇ ਫਿਰਦੇ ਹੁੰਦੇ ਆ ਹਦਾਇਤ ਨੂੰ, ਤੇ ਅੱਲਾ ਕਹਿੰਦਾ ਕਿ ਮੈਂ ਇਹ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੁਸੀਂ ਦਾਵਤ ਦਿਓ, ਜਿਹੜੇ ਦਾਵਤ ਲੱਭਦੇ ਫਿਰਦੇ ਆ ਉਹਨਾਂ ਚੋਂ ਵੀ ਬੰਦੇ ਮਿਲਾਵਾਂਗਾ ਤੁਹਾਨੂੰ। ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਜੈਸੇ ਮਿਲਾਵਾਂਗਾ, ਹੋਰ ਇਸੇ ਤਰੀਕੇ ਨਾਲ ਅਬਦੁਰ रहमान बिन औफ, उस्मान रजी अल्लाह ताला ਨੂੰ जैसे, अली रजी अल्लाह ताला ਨੂੰ जैसे, खतीजातुल कुबरा रजी अल्लाह ताला ਨੂੰ जैसे, ਜਿਹੜੇ ਆਪ ਲੱਭਦੇ ਫਿਰਦੇ ਹੋਣਗੇ ਕਿ ਸਾਨੂੰ ਸਹੀ ਰਸਤਾ ਲੱਭੇ, ਉਹ ਵੀ ਮਿਲਾਵਾਂਗਾ। ਬਾਕੀ ਮੈਂ ਜਿਹਨੂੰ ਚਾਹਾਂਗਾ ਆਪ ਫੜ ਕੇ ਤੁਹਾਡੇ ਕੋਲ, ਅੱਲਾਹੁ ਯਜਤਬੀ ਇਲੈਹਿ ਮਨ ਯਸ਼ਾ ਦਾ ਮਤਲਬ ਇਹ ਹੈ ਕਿ ਅੱਲਾ ਜਿਹਨੂੰ ਚਾਹੇਗਾ ਫੜ ਕੇ ਲੈ ਆਏਗਾ ਤੁਹਾਡੇ ਕੋਲ। ਵਮਾ ਤਫਰਕੂ। ਹੁਣ ਅੱਗੇ ਇਹ ਤਾਂ ਮੁਸ਼ਰਕਾਂ ਦੀ ਗੱਲ ਸੀ ਕਿ ਮੁਸ਼ਰਕਾਂ ਨੂੰ ਇਹ ਕੰਮ ਜਿਹੜਾ ਨਾ ਬਹੁਤ ਔਖਾ ਲੱਗਦਾ ਜਿਹੜਾ ਤੁਸੀਂ ਕਹਿੰਦੇ ਹੋ। ਹੁਣ ਦੂਸਰੀ ਗੱਲ ਇਹ ਹੈ ਕਿ ਅੱਲਾਹ ਤਾਲਾ ਦੱਸਦਾ ਕਿ ਇਹ ਅਹਿਲੇ ਕਿਤਾਬ ਵੀ ਜਿਹੜੇ ਨਾ ਇਹ ਇਸ ਪਾਸੇ ਨਹੀਂ ਆਉਣਗੇ, ਜਾਂ ਇਸ ਪਾਸੇ ਆਸਾਨੀ ਨਾਲ ਨਹੀਂ ਆਉਣਗੇ। ਹੁਣ ਉਹਨਾਂ ਦਾ ਜ਼ਿਕਰ ਆ ਗਿਆ, ਵਮਾ ਤਫਰਕੂ ਇਲਾ ਮਿਨ ਬਾਦ ਮਾ ਜਾਹੁਮੁਲ ਇਲਮ ਬਗਯਮ ਬੈਨਹੁਮ। ਔਰ ਨਹੀਂ ਤਫਰਕਾ ਪਾਇਆ, ਯਾਨੀ ਇਸ ਕੰਮ ਤੋਂ ਅਲੱਗਾ ਨਹੀਂ ਹੋਏ, ਇਸ ਕੰਮ ਨੂੰ ਛੱਡ ਕੇ ਨਹੀਂ ਬੈਠੇ ਉਹ ਲੋਕ ਜਿਨ੍ਹਾਂ ਕੋਲ ਇਲਮ ਆਇਆ ਸੀ, ਯਾਨੀ ਜੇ ਅਹਿਲੇ ਕਿਤਾਬ ਜਿਹੜੇ ਆ ਜਿਨ੍ਹਾਂ ਕੋਲ। ਹੁਣ ਸਵਾਲ ਪੈਦਾ ਹੁੰਦਾ ਨਾ ਕਿ ਬਈ ਉਹ ਕਿਉਂ ਨਹੀਂ ਇਹ ਕੰਮ ਕਰਦੇ। ਇੱਥੇ ਬੜੀ ਇੱਕ ਅਹਿਮ ਬਾਤ ਆ ਰਹੀ ਹੈ, ਉਹ ਸਮਝ ਲਓ ਕਿ ਬਈ ਇਹ ਯਹੂਦੀ ਈਸਾਈ ਕਿਉਂ ਨਹੀਂ ਕਰਦੇ, ਜਦੋਂ ਕਿ ਇਬਰਾਹੀਮ, ਮੂਸਾ, ਈਸਾ ਸਭ ਦੀਨ ਕਾਇਮ ਕਰਨ ਆਏ ਸੀ, ਤੇ ਇਹ ਕਿਉਂ ਨਹੀਂ ਕਰਦੇ। ਫਰਮਾਇਆ ਕਿ ਇਹ ਜਿਹੜੇ ਆ, ਹਾਲਾਂਕਿ ਇਹਨਾਂ ਦੇ ਕੋਲ ਤਾਂ ਸਬੂਤ ਮੌਜੂਦ ਹੈ, ਸੁਲੇਮਾਨ, ਦਾਊਦ अलैहिस्सलाम, तालूत जैसे हुक्मरान आए, लेकिन ਇਸ ਦੇ ਬਾਵਜੂਦ ਇਹ ਬੈਠੇ ਆ ਮਦੀਨੇ ਵਿੱਚ, ਬੈਠੇ ਆ ਹੋਰ ਦੁਨੀਆ 'ਚ ਬੈਠੇ ਆ, ਇਹਨਾਂ ਕੋਲ ਕੋਈ ਦੀਨ ਨੂੰ ਕਾਇਮ ਕਰਨ ਦਾ ਪ੍ਰੋਗਰਾਮ ਹੀ ਨਹੀਂ। ਫਰਮਾਇਆ ਵਮਾ ਤਫਰਕੂ, ਨਹੀਂ ਇਹ ਮੁਤਫਰਕ ਹੋਏ, ਇਹਨਾਂ ਨੇ ਤਫਰਕਾ ਨਹੀਂ ਕੀਤਾ ਹੈ ਅੱਲਾ ਦੀ ਇਸ ਤੌਹੀਦ ਦੇ ਵਿੱਚ। ਇਲਾ ਮਿਨ ਬਾਦ ਮਾ ਜਾਹੁਮੁਲ ਇਲਮ, ਇਲਮ ਤੋਂ ਬਾਅਦ, ਯਾਨੀ ਇਹਨਾਂ ਕੋ ਇਲਮ ਤੇ ਹੈਗਾ, ਲੇਕਿਨ ਵਜ੍ਹਾ ਕੀ ਬਣੀ, ਬਾਗੀਅਮ ਬੈਨਹੁਮ, ਆਪਸ ਦੀ ਜ਼ਿੱਦ ਦੀ ਵਜ੍ਹਾ ਤੋਂ। ਜਿਸ ਤਰ੍ਹਾਂ ਸਾਡੇ ਵੀ ਇਹ ਹੁਣ ਚੀਜ਼ ਬਣ ਗਈ ਹੈ ਨਾ ਕਿ ਬਰੇਲਵੀ, ਦਿਓਬੰਦੀ, ਅਹਿਲੇ ਹਦੀਸ ਹੈ, ਉਹ ਸਾਰਾ ਜ਼ੋਰ ਜਿਹੜਾ ਨਾ ਉਹਨਾਂ ਚੀਜ਼ਾਂ ਤੇ ਲਗਾਉਣਗੇ ਜਿਹਦੇ ਤੋਂ ਪਤਾ ਲੱਗੇ ਕਿ ਵੀ ਇਹ ਅਹਿਲੇ ਹਦੀਸ ਹੈ, ਔਰ ਜਿਹਦੇ ਤੋਂ ਪਤਾ ਲੱਗੇ ਕਿ ਇਹ ਬਰੇਲਵੀ ਹੈ, ਜੇ ਤੋਂ ਪਤਾ ਲੱਗੇ ਦਿਓਬੰਦੀ ਹੈ, ਜੇ ਤੋਂ ਪਤਾ ਲੱਗੇ ਸ਼ੀਆ, ਜੇ ਤੋਂ ਪਤਾ ਲੱਗੇ ਹਨਫੀਆ, ਸ਼ਾਫੀਆ। ਹੁਣ ਇਹ ਜਿਹੜੀਆਂ ਚੀਜ਼ਾਂ ਵਾ, ਜਿੱਦਾਂ ਮੈਂ ਹੁਣ ਤੁਹਾਨੂੰ ਦੱਸ ਰਿਹਾ ਕਿ ਅੱਲਾ ਨੂੰ ਮਾਬੂਦ ਮੰਨੋ, ਔਰ ਇਹ ਰਫਾ ਜदैन ਔਰ ਨਾ ਰਫਾ ਜदैन, ਔਰ ਜਨਾਜ਼ਾ ਹੌਲੀ ਔਰ ਉੱਚੀ ਆਮੀਨ, ਹੌਲੀ ਆਮੀਨ, ਇਹ ਬਹਿਸ ਜਿਹੜੀ ਹੈ ਨਾ, ਇਹ ਛੱਡੋ, ਤੁਸੀਂ ਕਰੋ ਜਿੱਦਾਂ ਤੁਹਾਡਾ ਦਿਲ ਕਰਦਾ, ਜਾਂ ਜਿੱਦਾਂ ਤੁਹਾਡੀ ਦਲੀਲ ਤੁਹਾਡੇ ਕੋਲ ਹੈਗੀ ਹੈ, ਤੁਸੀਂ ਮੁਤਮਿਨ ਉੱਦਾਂ ਕਰੋ। ਲੇਕਿਨ ਅਸਲ ਫੋਕਸ ਕਿਸ ਤੇ ਕਰੋ ਕਿ ਅੱਲਾ ਤੋਂ ਇਲਾਵਾ ਕੋਈ ਮਾਬੂਦ ਨਹੀਂ, ਔਰ ਦੂਸਰਾ ਫੋਕਸ ਕਰੋ ਕਿ ਅੱਲਾ ਤੋਂ ਇਲਾਵਾ ਕੋਈ ਖਾਲਕ ਨਹੀਂ, ਲਿਹਾਜ਼ਾ ਉਹਦੀ ਮਖਲੂਕ ਨੂੰ ਉਹਦਾ ਹੱਕ ਦਿਓ, ਔਰ ਉਹਨੂੰ ਹੱਕ ਦਿਲਾਉਣ ਵਾਸਤੇ ਇਕੱਠੇ ਹੋ ਜਾਓ। ਔਰ ਅੱਲਾ ਰਾਜ਼ਕ ਹੈ, ਰਜ਼ਾਕ ਹੈ, ਔਰ ਰੱਬ ਹੈ, ਤੇ ਉਹ ਐਸਾ ਮਾਸ਼ੀ ਨਿਜ਼ਾਮ ਜਿਹੜਾ ਲਿਆਉਣ ਵਾਸਤੇ, ਜਿਹੜਾ ਨਾ ਜਿਹੜਾ ਖਾਲਕ ਦੀ ਮਨਸ਼ਾ ਦੇ ਮੁਤਾਬਕ ਹੈ, ਜਿਹੜਾ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੇ ਕਾਇਮ ਕੀਤਾ ਸੀ, ਔਰ ਜਿਹਦੇ ਵਿੱਚ ਸੂਦ ਮਿਟਾ ਦਿੱਤਾ ਗਿਆ ਸੀ, ਜ਼ੁਲਮ ਮਿਟਾ ਦਿੱਤਾ ਗਿਆ ਸੀ, ਅਦਲ ਕਾਇਮ ਕੀਤਾ ਗਿਆ ਸੀ। ਔਰ ਇਸੇ ਤਰ੍ਹਾਂ ਉਸ ਅਹਕਮੁਲ ਹਾਕਿਮੀਨ ਦੀ ਹਾਕਮੀਅਤ ਕਾਇਮ ਕਰਨ ਵਾਸਤੇ ਜ਼ਾਹਿਰ ਹੈ ਅਗਰ ਇਸ ਗੱਲਾਂ ਪਿੱਛੇ ਲੱਗ ਜਾਣਗੇ ਤੇ ਉਹ ਫਿਰ ਪਤਾ ਹੀ ਨਹੀਂ ਲੱਗਣਾ ਕਿਹੜਾ ਅਹਿਲੇ ਹਦੀਸ ਹੈ, ਕਿਹੜਾ ਬਰੇਲਵੀ ਹੈ, ਕਿਹੜਾ ਦਿਓਬੰਦੀ ਹੈ, ਕਿਹੜਾ ਹੈ। ਜ਼ਿਆਦਾ ਇਹ ਹੈ ਨਾ, ਆਪਦੀ ਨਮਾਜ਼ ਕੋਈ ਰਫਾ ਜदैन ਨਾਲ ਪੜ੍ਹ ਲੇਗਾ, ਕੋਈ ਬਗੈਰ ਰਫਾ ਜदैन ਨਾਲ ਪੜ੍ਹ ਲੇਗਾ। ਇਹ ਕਿਉਂਕਿ ਉਹਨੂੰ ਛੱਡਣਾ ਨਹੀਂ ਚਾਹੁੰਦੇ, ਔਰ ਇਹ ਇਸ ਵਾਸਤੇ ਉਸ ਤੇ ਪੱਕਿਆ, ਇਸ ਕੰਮ ਦੇ ਉੱਤੇ ਇਕੱਠੇ ਨਹੀਂ ਹੁੰਦੇ। ਇੱਦਾਂ ਹੀ ਯਹੂਦੀ ਨਹੀਂ ਹੁੰਦੇ ਸੀ।
ਫਰਮਾਇਆ ਕਿ ਇਹ ਇਲਮ ਆਉਣ ਤੋਂ ਬਾਅਦ ਅਹਿਲੇ ਕਿਤਾਬ ਜਿਹੜੇ ਆ ਇਹਨਾਂ ਦੀ ਵਜ੍ਹਾ ਤੋਂ ਤੁਸੀਂ ਸ਼ੁਬਾ 'ਚ ਨਹੀਂ ਪੈਣਾ। ਇਹਨਾਂ ਦਾ ਤਫਰਕਾ ਬਗੀਅਮ ਬੈਨਹੁਮ ਦੀ ਵਜ੍ਹਾ ਤੋਂ ਆ, ਆਪਸ ਦੀ ਜ਼ਿੱਦ ਦੀ ਵਜ੍ਹਾ ਤੋਂ ਆ। ਇਹਨਾਂ ਦੇ ਵੀ ਫਿਰਕੇ ਆ, ਇਹ ਵੀ ਇੱਕ ਦੂਸਰੇ ਦੇ ਮਤਲਬ ਹੈ ਕਿ ਇਖਤਲਾਫਾਤ ਤੋਂ ਹੀ ਫਾਇਦਾ ਉਠਾਉਂਦੇ ਆ। ਇਹ ਇਕੱਠੇ ਹੋਣ ਦਾ ਇਹਨਾਂ ਦਾ ਪ੍ਰੋਗਰਾਮ ਹੀ ਇਸੇ ਵਾਸਤੇ ਨਹੀਂ ਬਣਦਾ। ਵਲੌਲਾ ਕਲਿਮਤੁਨ ਸਬਕਤ ਮਿਨ ਰੱਬਿਕਾ ਇਲਾ ਅਜਲਿਨ ਮੁਸੰਮਾ ਲਕੁਜ਼ਿਆ ਬੈਨਹੁਮ। ਹੁਣ ਜ਼ਰਾ ਇਹ ਗੱਲ ਸਮਝੋ, ਅੱਲਾ ਕਹਿੰਦਾ ਹੈ ਕਿ ਜਿਹੜੇ ਲੋਕ ਅੱਲਾ ਦੀ ਇਸ ਤੌਹੀਦ ਨੂੰ ਸਰ ਬੁਲੰਦ ਕਰਨ ਵਾਸਤੇ ਇਕੱਠੇ ਨਹੀਂ ਹੁੰਦੇ ਔਰ ਤਫਰਕਾ ਕਰਦੇ ਆ ਔਰ ਇਲਮ ਤੋਂ ਬਾਅਦ ਤਫਰਕਾ ਕਰਦੇ ਆ, ਤੇ ਅੱਲਾ ਕਹਿੰਦਾ ਕਿ ਮੇਰਾ ਅਗਰ ਇਹ ਫੈਸਲਾ ਪਹਿਲੇ ਨਾ ਹੋਇਆ ਹੁੰਦਾ ਕਿ ਫੈਸਲੇ ਕਰਾਂਗਾ ਮੈਂ ਕਿਆਮਤ ਦੇ ਦਿਨ, ਤੇ ਮੈਂ ਇਹਨਾਂ ਨੂੰ ਹੋਰ ਮੌਕਾ ਦੇਣਾ ਹੀ ਨਹੀਂ ਸੀਗਾ। ਮੈਂ ਅੱਜ ਹੀ ਅਦਾਲਤ ਲਾ ਕੇ ਇਹਨਾਂ ਨੂੰ ਜਹੰਨਮ ਸੁੱਟਣਾ ਸੀਗਾ। ਅੰਦਾਜ਼ਾ ਕਰੋ ਅੱਲਾ ਦੀ ਨਾਰਾਜ਼ਗੀ ਦਾ। ਵਲੌਲਾ ਕਲਿਮਤੁਨ ਸਬਕਤ ਮਿਨ ਰੱਬਿਕਾ, ਅਗਰ ਤੁਹਾਡੇ ਰੱਬ ਦੀ ਤਰਫੋਂ ਇੱਕ ਗੱਲ, ਇੱਕ ਫੈਸਲਾ ਪਹਿਲੇ ਨਾ ਕਰ ਲਿਆ ਗਿਆ ਹੁੰਦਾ ਕਿ ਮਤਲਬ ਇਹ ਆ ਕਿ ਫੈਸਲੇ ਕਰਨੇ ਆ ਕਿਆਮਤ ਦੇ ਦਿਨ, ਇਲਾ ਅਜਲ ਮੁਸੰਮਾ, ਯਾਨੀ ਉਹ ਜਿਹੜਾ ਵਕਤ ਤਯਨ ਆ ਉਸ ਵੇਲੇ ਫੈਸਲੇ ਕਰਨੇ ਆ ਕਿਆਮਤ ਵਾਲੇ ਦਿਨ, ਲਕੁਜ਼ਿਆ ਬੈਨਹੁਮ, ਜ਼ਰੂਰ ਅੱਜ ਫੈਸਲਾ ਕਰ ਦਿੰਦਾ ਅੱਲਾ। ਯਾਨੀ ਅੱਲਾ ਤੇ ਇਹਨਾਂ ਨੂੰ ਹੋਰ ਟਾਈਮ ਦੇਣਾ ਹੀ ਨਹੀਂ ਚਾਹੁੰਦਾ ਜਿਨ੍ਹਾਂ ਦੇ ਕੋਲ ਇਲਮ ਆ ਗਿਆ। ਇਹ ਹੁਣ ਅਗਰ ਅਸੀਂ ਸਮਝੀਏ ਕਿ ਅਗਰ ਅਸੀਂ ਇਸ ਕੰਮ ਤੋਂ ਮੁਤਫਰਕ ਹੁੰਨੇ ਆ, ਇਸ ਕੰਮ ਵਾਸਤੇ ਕੋਸ਼ਿਸ਼ ਨਹੀਂ ਕਰਦੇ, ਤੇ ਫਿਰ ਅੱਲਾ ਤਾਂ ਸਾਨੂੰ ਅੱਜ ਵੀ ਜਹੰਨਮ 'ਚ ਸਿੱਟਣ ਵਾਸਤੇ ਸਿੱਟ ਦੇਵੇ। ਪਰ ਉਹ ਕਹਿੰਦਾ ਕਿ ਮੈਂ ਇੱਕ ਫੈਸਲਾ ਕੀਤਾ, ਇਸ ਵਾਸਤੇ ਮੈਂ ਸਿੱਟ ਨਹੀਂ ਰਿਹਾ, ਲੇਕਿਨ ਤੁਸੀਂ ਆਪਣੇ ਆਪ ਨੂੰ ਸਮਝ ਲਓ ਕਿ ਤੁਸੀਂ ਜਹੰਨਮ ਦੇ ਹੱਕਦਾਰ ਬਣ ਗਏ ਹੋ ਇਲਮ ਤੋਂ ਬਾਅਦ। ਤੇ ਜ਼ਾਹਿਰ ਆ ਉਸ ਵੇਲੇ ਇਲਮ ਉਹਨਾਂ ਕੋਲ ਸੀ, ਅੱਜ ਸਾਡੇ ਕੋਲ ਆ, ਅਸੀਂ ਵੀ ਤਫਰਕਾ ਕੀਤੀ ਬੈਠੇ ਹਾਂ। ਵਾ ਇਨ ਲੱਜ਼ੀਨਾ ਉਰਸੁਲ ਕਿਤਾਬਾ ਮਿਨ ਬਾਦਿਹਿਮ, ਅਗਲੀ ਗੱਲ ਬੜੀ ਅਹਿਮ ਆ ਰਹੀ ਆ, ਔਰ ਬੇਸ਼ੱਕ ਜਿਹੜੇ ਇਹਨਾਂ ਤੋਂ ਬਾਅਦ ਕਿਤਾਬ ਦੇ ਵਾਰਿਸ ਬਣਦੇ ਆ ਨਾ, ਯਾਨੀ ਜਿਹੜੇ ਇਲਮ ਵਾਲੇ ਤਫਰਕੇ ਕੀਤੀ ਬੈਠੇ ਆ, ਦੀਨ ਨੂੰ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਆਪਣੇ ਆਪਣੇ ਫਿਰਕੇ ਬਣਾਈ ਬੈਠੇ ਆ, ਉਹਨਾਂ ਤੇ ਜ਼ੋਰ ਦਿੱਤੀ ਜਾ ਰਿਹਾ। ਹੁਣ ਉਹ ਨਸਲ ਦਾ ਨਸਲ, ਇੱਕ ਨਸਲ ਮਰ ਗਈ, ਦੂਸਰੀ ਆ ਗਈ, ਦੂਸਰੀ ਮਰ ਗਈ, ਤੀਸਰੀ ਆ ਗਈ, ਚੌਥੀ ਆ ਗਈ ਹੈ, ਤੇ ਹੌਲੀ ਹੌਲੀ ਜਿਹੜੇ ਨਵੇਂ ਲੋਕ ਆਉਂਦੇ ਆ ਨਾ, ਉਹ ਹੁਣ ਕਿਤਾਬ ਦੇ ਹਾਮਲ ਹੋ ਜਾਂਦੇ। ਜਿੱਦਾਂ ਕੁਰਾਨ ਦੇ ਕਦੀ ਵਾਰਸ ਜਿਹੜੇ ਸੀ ਉਹ ਸਾਹਬਾ ਕਰਾਮ ਸੀ, ਅੱਜ ਕੁਰਾਨ ਦੇ ਵਾਰਸ ਅਸੀਂ ਆ, ਉਹ ਚਲੇ ਗਏ ਦੁਨੀਆ ਦੇ ਵਿੱਚੋਂ, ਠੀਕ ਹੈ ਨਾ। ਇਸ ਤਰ੍ਹਾਂ ਜਦੋਂ ਉਹ ਵਾਰਸ ਬਣਦੇ ਆ ਨਾ ਬਾਅਦ ਵਾਲੇ, ਲਫੀ ਸ਼ੱਕ ਮਿਨਹੁ ਮੁਰੀਬ, ਤੇ ਉਹ ਇਹਦੇ ਵਿੱਚ ਸ਼ੱਕ 'ਚ ਮੁਬਤਲਾ ਹੋ ਜਾਂਦੇ ਆ। ਯਾਨੀ ਉਹਨਾਂ ਨੂੰ ਮਤਲਬ ਇਹ ਹੈ ਕਿ ਇਸ ਕੰਮ ਦੇ ਵਿੱਚ ਯਕੀਨ ਨਹੀਂ ਆਉਂਦਾ। ਕਿਉਂ ਯਕੀਨ ਨਹੀਂ ਆਉਂਦਾ ਭਲਾ? ਉਹ ਯਕੀਨ ਇਸ ਤਰ੍ਹਾਂ ਨਹੀਂ ਆਉਂਦਾ ਕਿ ਉਹ ਕਹਿੰਦਾ ਜੀ ਅਗਰ ਇਹ ਦੀਨ ਨੂੰ ਕਾਇਮ ਕਰਨਾ ਇੰਨਾ ਜ਼ਰੂਰੀ ਹੁੰਦਾ ਤਾਂ ਫਲਾਂ ਆਲਮ, ਫਲਾਂ ਮੁਫਤੀ, ਫਲਾਂ ਪੀਰ ਸਾਹਿਬ, ਉਹਦੇ ਤੇ ਇੰਨੇ ਮੁਰੀਦ ਸੀਗੇ, ਇੰਨੇ ਉਹਦੇ ਪਿੱਛੇ ਸੀ, ਉਹ ਬੰਦਾ ਜੀ ਏਦਾਂ ਤੌਹੀਦ ਤੇ ਤਕਰੀਰਾਂ ਕਰਦਾ ਸੀਗਾ, ਤੇ ਉਹਨੇ ਤੇ ਕਦੀ ਇਸ ਪਾਸੇ ਦੀ ਗੱਲ ਹੀ ਨਹੀਂ ਕੀਤੀ ਸੀ, ਨਾ ਉਹਨੇ ਕਦੀ ਆਪਣੀ ਜ਼ਿੰਦਗੀ 'ਚ ਕੋਸ਼ਿਸ਼ ਕੀਤੀ ਸੀ ਕਿ ਦੀਨ ਨੂੰ ਕਾਇਮ ਕਰਨਾ ਫਰਜ਼ ਹੈ, ਠੀਕ ਹੈ ਨਾ। ਔਰ ਲਿਹਾਜ਼ਾ ਉਹ ਕਿਤਾਬ ਨੂੰ ਦਲੀਲ ਬਣਾਉਣ ਦੀ ਬਜਾਏ ਉਹਨਾਂ ਨੂੰ ਦਲੀਲ ਬਣਾਉਂਦੇ ਆ ਜਿਹੜੇ ਤਫਰਕੇ ਪਾਈ ਬੈਠੇ ਸੀ। ਅੱਜ ਸਾਡੇ ਇਹੀ ਮਸਲਾ ਨਾ, ਉਹ ਕਹਿੰਦੇ ਡਾਕਟਰ ਇਸਰਾਰ ਕਹਿੰਦਾ, ਤੇ ਉਹ ਫਲਾਨਾ ਮੁਫਤੀ, ਫਲਾਨਾ ਮੌਲਵੀ, ਫਲਾਨਾ ਅਲਾਮਾ, ਉਹ ਇੰਨਾ ਕੁਛ ਕਰ ਗਿਆ, ਇੰਨੀਆਂ ਕਿਤਾਬਾਂ ਲਿਖ ਗਿਆ, ਇੰਨੀਆਂ ਤਕਰੀਰਾਂ ਕਰ ਗਿਆ, ਇੰਨੇ ਤਫਸੀਰਾਂ ਲਿਖ ਗਿਆ, ਉਹਨੇ ਤੇ ਇਹ ਗੱਲ ਨਹੀਂ ਕੀਤੀ, ਠੀਕ ਹੈ। ਔਰ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਤਾਂ ਕੀਤੀ ਨਾ। ਯਹੂਦੀ ਤੇ ਬੈਠੇ ਸੀ, ਉਹ ਤੇ ਨਹੀਂ ਸੀ ਕਰਦੇ, ਅੱਲਾ ਨੇ ਵੀ ਦੱਸਿਆ ਵੀ ਇਹਨਾਂ ਨੇ ਨਹੀਂ ਕਰਨਾ। ਅੱਜ ਅਸੀਂ ਉੱਥੇ ਪਹੁੰਚੇ ਹੋਏ ਹਾਂ। ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਹਦੀਸ ਹੈ, ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਲਾ ਯਾਤੀਅੰਨਾ ਅਲਾ ਉਮਤੀ ਕਮਾ ਅਤਾ ਅਲਾ ਬਨੀ ਇਸਰਾਈਲ ਹਜ਼ਵਨ ਨਾਲ ਬਿਨ ਨਾਲ, ਮੇਰੀ ਉਮਤ ਦੇ ਚੋਂ ਸਭ ਖਰਾਬੀਆਂ ਪੈਦਾ ਹੋ ਜਾਣਗੀਆਂ ਜਿਹੜੀਆਂ ਬਨੀ ਇਸਰਾਈਲ 'ਚ ਪੈਦਾ ਹੋਈਆਂ ਸੀ। ਜਿਵੇਂ ਇੱਕ ਜੁੱਤੀ ਦੂਸਰੀ ਜੁੱਤੀ ਵਰਗੀ ਹੁੰਦੀ ਹੈ, ਇਹ ਅਸਲ ਦੇ ਵਿੱਚ ਉਹੀ ਖਰਾਬੀਆਂ ਅੱਜ ਸਾਡੇ 'ਚ। ਹੁਣ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਦੱਸਿਆ ਕਿ ਇਹ ਮੁਸ਼ਰਕਾਂ ਨੂੰ ਵੀ ਬੜਾ ਭਾਰਾ, ਤੇ ਇਹ ਜਿਹੜੇ ਅਹਿਲੇ ਕਿਤਾਬ ਆ ਇਹਨਾਂ ਨੇ ਵੀ ਤੁਹਾਡਾ ਸਾਥ ਇਸ ਕੰਮ 'ਚ ਨਹੀਂ ਦੇਣਾ, ਕਿਉਂਕਿ ਉਹ ਤੇ ਪਹਿਲਾਂ ਹੀ ਜਿਹੜਾ ਨਾ ਆਪਣੇ ਮਫਾਦਾਤ ਦੀ ਵਜ੍ਹਾ ਤੋਂ, ਬਗੀਅਮ ਬੈਨਾਂ ਦੀ ਵਜ੍ਹਾ ਤੋਂ ਆਪਸ 'ਚ ਹੀ ਨਹੀਂ ਇਸ ਕੰਮ ਨੂੰ ਕੰਮ ਸਮਝਦੇ, ਤੇ ਤੁਹਾਡੇ ਸਾਥ ਕਿੱਥੋਂ ਮਿਲਣਗੇ। ਲੇਕਿਨ
ਇਹ ਨਹੀਂ ਕਿ ਤੁਸੀਂ ਅੰਦਰ ਵੜ ਕੇ ਬਹਿ ਜਾਓ, ਨਹੀਂ, ਇਹ ਸਿਰਫ ਇਸ ਤੋਂ ਦੱਸਿਆ ਕਿ ਕਿਤੇ ਤੁਹਾਨੂੰ ਮਾਯੂਸੀ ਨਾ ਹੋਵੇ ਜਾਂ ਮੁਸਲਮਾਨਾਂ ਨੂੰ ਮਾਯੂਸੀ ਨਾ ਹੋਵੇ, ਕਿਉਂਕਿ ਪਿੱਛੋਂ ਕਿਹਾ ਨਾ ਸ਼ਾਰਾ ਲਕੁਮ, ਇਹ ਤੁਹਾਡਾ ਕੰਮ ਹੈ, ਤੇ ਤੁਹਾਡੇ 'ਚ ਮਾਯੂਸੀ ਨਾ ਹੋ ਜਾਏ ਕਿ ਕੋਈ ਮੰਨਣ ਵਾਸਤੇ ਤਿਆਰ ਨਹੀਂ। ਯਾਨੀ ਮੁਸਲਮਾਨੋ, ਤੁਸੀਂ ਇਹ ਜਿਹੜੇ ਅਹਿਲੇ ਕਿਤਾਬ ਹੈ ਜਿਨ੍ਹਾਂ ਨੇ ਦੀਨ ਕਾਇਮ ਨਹੀਂ ਕੀਤਾ ਹੋਇਆ, ਤੇ ਤੁਸੀਂ ਇਹਨਾਂ ਨੂੰ ਦੇਖ ਕੇ ਸ਼ੱਕ 'ਚ ਨਹੀਂ ਪੈਣਾ ਵੀ ਸ਼ਾਇਦ ਜਿਹੜਾ ਨਾ ਉਹ ਜ਼ਾਹਰ ਹੈ ਇਹੀ ਇਹਦਾ ਮਤਲਬ ਹੈ, ਜਿਹੜਾ ਇਹ ਮਤਲਬ ਇਹ ਆ ਵੀ ਜਿਹੜਾ ਇਹਨਾਂ ਦੇ ਅਮਲ ਤੋਂ ਜ਼ਾਹਿਰ ਹੋ ਰਿਹਾ, ਯਾਨੀ ਅਕੀਮੁद्दीन ਦਾ ਮਤਲਬ ਇਹ ਹੀ ਆ ਜਿਹੜਾ ਇਸ ਵੇਲੇ ਯਹੂਦੀਆਂ ਦੇ ਅਮਲ ਤੋਂ ਜ਼ਾਹਿਰ ਹੋ ਰਿਹਾ। ਤੁਸੀਂ ਇਹ ਨਹੀਂ ਸਮਝਣਾ। ਔਰ ਇਸੇ ਤੋਂ ਕੁਰਾਨ ਕਰੀਮ ਦੇ ਵਿੱਚ ਦੱਸ ਦਿੱਤਾ ਕਿ ਸੁਲੇਮਾਨ अलैहिस्सलाम, ਤਾਲੂਤ ਔਰ ਦਾਊਦ अलैहिस्सलाम ਜਿਹੜੇ ਆ ਨਾ, ਤੁਸੀਂ ਉਹਨਾਂ ਵੱਲ ਵੇਖਣੀ ਆ। ਔਰ ਜਾਂ ਫਿਰ ਇਹ ਹੈ ਕਿ ਅੱਜ ਅਸੀਂ ਵੇਖਣਾ ਮੁਹੰਮਦ ਔਰ ਰਸੂਲullah सल्लल्लाहु अलैहि वसल्लम ਵੱਲ, ਅਸੀਂ ਵੇਖਣਾ ਸੁਲੇਮਾਨ अलैहिस्सलाम ਵੱਲ, ਅਸੀਂ ਵੇਖਣਾ ਦਾਊਦ अलैहिस्सलाम ਵੱਲ, ਅਸੀਂ ਵੇਖਣਾ ਤਾਲੂਤ ਦੇ ਵੱਲ, ਅਸੀਂ ਵੇਖਣਾ ਜ਼ੁਲਕਰਨੈਨ ਦੇ ਵੱਲ। ਅਸੀਂ ਇਹ ਨਹੀਂ ਵੇਖਣਾ ਜਵੇਦ ਗਾਮਦੀ ਕੀ ਕਹਿੰਦਾ, ਠੀਕ ਹੈ ਨਾ, ਇਸ ਵਾਸਤੇ ਕਿ ਇਹਦੀ ਕੋਈ ਹੈਸੀਅਤ ਨਹੀਂ, ਉਹਨਾਂ ਦਾ ਅਮਲ ਸਾਡੇ ਸਾਹਮਣੇ ਆ। ਤੇ ਇਸੇ ਤੋਂ ਜਿਹੜੇ ਮਫਾਦਾਤ ਦੀ ਵਜ੍ਹਾ ਤੋਂ ਭਾਵੇਂ ਉਹ ਬਰੇਲਵੀ ਹੈ, ਭਾਵੇਂ ਦਿਓਬੰਦੀ, ਅਹਿਲੇ ਹਦੀਸ ਹੈ, ਸ਼ੀਆ ਕੋਈ ਵੀ ਹੈਗੇ, ਉਹ ਇਹਦੇ ਤੋਂ ਇਖਤਲਾਫ ਕਰਦੇ ਰਹਿਣ, ਠੀਕ ਹੈ, ਲੇਕਿਨ ਅਸੀਂ ਇਹਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੈ। ਲਿਹਾਜ਼ਾ ਅੱਲਾ ਕਹਿੰਦਾ ਫਲਿਜ਼ਾਲਿਕ ਫਦੂ, ਲਿਹਾਜ਼ਾ ਤੁਸੀਂ ਘਰ ਨਹੀਂ ਬੈਠਣਾ, ਤੁਸੀਂ ਟਿਕ ਕੇ ਨਹੀਂ ਬੈਠਣਾ। ਇਹ ਮੱਕੇ 'ਚ ਕਹਿ ਰਿਹਾ ਅੱਲਾ ਤਾਲਾ ਮੁਸਲਮਾਨਾਂ ਨੂੰ, ਤੁਸੀਂ ਦਾਵਤ ਦਿਓ, ਵਸਤਕਿਮ ਕਮਾ ਉਮਰਤ, ਔਰ ਐ ਨਬੀ ਸੱਲੱਲਾਹੁ ਅਲੈहि ਵਸੱਲਮ ਜਿੱਦਾਂ ਅਸੀਂ ਤੁਹਾਨੂੰ ਹੁਕਮ ਦਿੱਤਾ ਉੱਦਾਂ ਡਟੇ ਰਹੋ, ਇਸ ਕੰਮ ਵਾਸਤੇ ਡਟੇ ਰਹੋ। ਡਟੇ ਰਹੇ ਆ ਤੇ ਫਿਰ ਪਹੁੰਚਿਆ ਨਾ, ਜੇ ਬਹਿ ਜਾਂਦੇ ਤੇ ਫਿਰ ਬਹਿ ਜਾਂਦੇ। ਵਲਾ ਤਤਬਿ ਅਹਵਾਹੁਮ, ਇਹਨਾਂ ਦੀਆਂ ਖਾਹਿਸ਼ਾਤ ਜਿਹੜੀਆਂ ਨਾ ਉਹਨਾਂ ਨੂੰ ਕੋਈ ਅਹਿਮੀਅਤ ਨਹੀਂ ਦੇਣੀ। ਯਾਨੀ ਇਹ ਮੁਸ਼ਰਿਕ ਜਿਹੜੇ ਆ ਇਹਨਾਂ ਨੂੰ ਤਕਲੀਫ ਹੈ ਦੀਨ ਦੇ ਕਾਇਮ ਕਰਨ ਦੀ, ਜਾਂ ਫਿਰ ਉਹ ਅਹਿਲੇ ਕਿਤਾਬ ਨੂੰ ਆ, ਉਹ ਜ਼ਾਹਰਾ ਮਦੀਨੇ ਜਾਓਗੇ ਤਾਂ ਅੱਗੋਂ ਉਹਨਾਂ ਨਾਲ ਵਿਆਹ ਪੈਣਾ। ਤੇ ਇਹਨਾਂ ਦੀ ਤਾਂ ਖਾਹਿਸ਼ ਇਹ ਹੈ ਕਿ ਇਹ ਗੱਲ ਹੀ ਨਾ ਕਰਨ, ਇਹ ਇਸ ਪਾਸੇ ਹੀ ਨਾ ਆਉਣ ਹੈਂ। ਤੇ ਤੁਸੀਂ ਜਿਹੜਾ ਨਾ ਇਹਨਾਂ ਦੀ ਇਹ ਮਤਲਬ ਇਹ ਹੀ ਹੈ ਕਿ ਵੀ ਕੋਈ ਹੋਰ ਨਹੀਂ ਕਿ ਇਤਬਾ ਉਹਨਾਂ ਦਾ ਦੀਨ ਇਖਤਿਆਰ ਕਰ ਲੈਣਾ, ਮਤਲਬ ਇਹ ਹੈ ਵੀ ਇਹ ਚਾਹੁੰਦੇ ਆ ਤੁਹਾਨੂੰ ਚੁੱਪ ਕਰਾਉਣਾ, ਤੁਸੀਂ ਇਹ ਕੰਮ ਛੱਡ ਦਿਓ, ਤੁਸੀਂ ਇਹ ਤਾਂ ਨਾਂ ਲੈਣਾ ਛੱਡ ਦਿਓ। ਜਿੱਦਾਂ ਅੱਜ ਵੀ ਇਹੀ ਪ੍ਰੋਗਰਾਮ ਆ ਕਿ ਜੀ ਇਹ ਕੰਮ ਤੇ ਦੀਨ ਦਾ ਗਲਬਾ, ਇਹਦੀ ਗੱਲ ਛੱਡ ਦੇਣ। ਇਹ ਸਾਰਾ ਜ਼ੋਰ ਜਿਹੜਾ ਨਾ ਉਹ ਮਸੀਤਾਂ ਦੇ ਵਿੱਚ ਤੇ ਨਮਾਜ਼ਾਂ ਦੇ ਵਿੱਚ ਤੇ ਰੋਜ਼ਿਆਂ 'ਚ ਤੇ ਕੁਰਬਾਨੀ 'ਚ ਤੇ ਅੱਗੇ ਪਿੱਛੇ ਜਿਹੜੇ ਝਗੜੇ ਆ ਨਾ, ਬਸ ਉਹਨੂੰ ਦੀਨ ਸਮਝਣ। ਵਲਾ ਤਤਬਿ ਹਵਾਹੁਮ, ਤੇ ਇਹਨਾਂ ਦੀਆਂ ਖਾਹਿਸ਼ਾਤ ਜਿਹੜੀਆਂ ਨਾ ਉਹਨਾਂ ਦਾ ਕੋਈ ਲਿਹਾਜ਼ ਨਹੀਂ ਕਰਨਾ। ਵਕੁਲ ਆਮਨਤੁ ਬਿਮਾ ਅੰਜ਼ਲ ਅੱਲਾਹੁ ਮਿਨ ਕਿਤਾਬ, ਤੇ ਤੁਸੀਂ ਇਹਨਾਂ ਨੂੰ ਕਹਿ ਦਿਓ ਕਿ ਮੈਂ ਈਮਾਨ ਲਿਆ ਜੋ ਕੁਛ ਮੇਰੇ ਉੱਤੇ ਕਿਤਾਬ ਦੇ ਵਿੱਚ ਨਾਜ਼ਲ ਹੋਇਆ। ਕੀ ਮਤਲਬ ਹੈ ਈਮਾਨ ਲਿਆਉਣ ਦਾ? ਮੈਂ ਇਹਦੇ ਤੇ ਅਮਲ ਕਰਨਾ ਹੈ, ਕਿਉਂਕਿ ਮੇਰਾ ਇਹਦੇ ਤੇ ਈਮਾਨ ਹੈ। ਮੈਂ ਇਹ ਦੀਨ ਕਾਇਮ ਕਰਨ ਦੀ ਜਦੋਜਹਿਦ ਕਰਨੀ ਹੈ। ਮੇਰਾ ਇਸ ਕਿਤਾਬ ਦੇ ਉੱਤੇ ਈਮਾਨ ਹੈ, ਔਰ ਇਸ ਕਿਤਾਬ ਦੇ ਵਿੱਚ ਮੈਨੂੰ ਅੱਲਾ ਨੇ ਇਹ ਹੁਕਮ ਨਾਜ਼ਲ ਕੀਤਾ ਮੇਰੇ ਵਾਸਤੇ। ਵਾ ਉਮਿਰਤੁ ਲਿਅਅਦਿਲਾ ਬੈਨकुम, ਔਰ ਇਹਦਾ ਨਤੀਜਾ ਇਹ ਹੈ ਜਾਂ ਇਹਦਾ ਹਾਸਲ ਇਹ ਹੈ ਕਿ ਮੈਂ ਤੁਹਾਡੇ ਦਰਮਿਆਨ, ਮੈਨੂੰ ਹੁਕਮ ਦਿੱਤਾ ਗਿਆ ਕਿ ਤੁਹਾਡੇ ਦਰਮਿਆਨ ਅਦਲ ਕਾਇਮ ਕਰਾਂ। ਔਰ ਇਹ ਅਦਲ ਫਿਰ ਜ਼ਾਹਿਰ ਹੈ ਕਿ ਅਦਾਲਤ ਤੋਂ ਬਗੈਰ ਤਾਂ ਨਹੀਂ ਹੁੰਦਾ, ਤੇ ਅਦਾਲਤ ਹਕੂਮਤ ਹੀ ਕਾਇਮ ਕਰਦੀ ਹੈ, ਤੇ ਅੱਲਾਹ ਤਾਲਾ ਦੀ ਹਾਕਮੀਅਤ ਕਾਇਮ ਹੋਏਗੀ ਔਰ ਅਦਲ ਕਾਇਮ ਹੋਏਗਾ। ਮੈਂ ਇਸੇ ਕੰਮ ਲਈ ਆਇਆ, ਮੈਨੂੰ ਇਹ ਹੁਕਮ ਦਿੱਤਾ ਗਿਆ। ਅੱਲਾਹੁ ਰੱਬੁਨਾ व ਰੱਬੁकुम, ਬਾਕੀ ਸਾਡੀ ਇੰਨੀ ਤਾਕਤ ਨਹੀਂ। ਯਾਰ ਮੱਕੇ ਦੇ ਵਿੱਚ ਕੀ ਤਾਕਤ ਸੀਗੀ? ਤੇ ਠੀਕ ਹੈ, ਅੱਲਾ ਨੂੰ ਤੇ ਮੁਸ਼ਰਕ ਵੀ ਮੰਨਦੇ ਸੀ ਤੇ ਅਹਿਲੇ ਕਿਤਾਬ ਵੀ ਮੰਨਦੇ ਸੀ। ਅੱਲਾਹੁ ਰੱਬੁਨਾ व ਰੱਬੁकुम, ਅੱਲਾ ਤੁਹਾਡਾ ਵੀ ਰੱਬ ਹੈ, ਤੁਸੀਂ ਵੀ ਉਹਨੂੰ ਰੱਬ ਮੰਨਦੇ ਹੋ, ਸਾਡਾ ਵੀ ਰੱਬ ਹੈ। ਲਨਾ ਅਮਾਲੁਨਾ व लकुम अमालुकुम, ਤੇ ਬਾਕੀ ਸਾਡੇ ਅਮਲ ਸਾਡੇ ਨਾਲ ਆ, ਤੁਹਾਡੇ ਅਮਲ ਤੁਹਾਡੇ ਨਾਲ ਆ। ਲਾ ਹੁਜਤ ਬੈਨਨਾ व बैनकुम, ਔਰ ਕੋਈ ਹੋਰ ਝਗੜਾ ਨਹੀਂ ਤੁਹਾਡੇ ਸਾਡੇ ਦਰਮਿਆਨ। ਯਾਨੀ ਅਗਰ ਇਹ ਝਗੜਾ ਬਣਦਾ ਵਾ ਤੇ ਇਹ ਤਾਂ ਇਸੇ ਵਾਸਤੇ ਹੀ ਬਣਦਾ ਕਿ ਅੱਲਾ ਦਾ ਹੁਕਮ ਆ। ਕੋਈ ਸਾਡਾ ਜ਼ਾਤੀ ਝਗੜਾ, ਕੋਈ ਸਾਡਾ ਜ਼ਾਤੀ ਮੁਫਾਦ ਨਹੀਂ ਹੈਗਾ। ਅੱਲਾ ਦਾ ਦੀਨ ਕਾਇਮ ਹੋਏਗਾ ਤੇ
ਅਸੀਂ ਤੇ ਨਹੀਂ ਉਹਦੇ ਚੋਂ ਕੋਈ ਹਿੱਸਾ ਲੈਂਦੇ, ਜਾਂ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਇਹ ਉਹ ਚੀਜ਼ ਮਿਲਣੀ ਚਾਹੀਦੀ ਹੈ। ਅੱਲਾਹੁ ਯਜਮਾ ਬੈਨਨਾ, ਬਾਕੀ ਅੱਲਾ ਚਾਹੇਗਾ ਤੇ ਆਪਾਂ ਨੂੰ ਇਕੱਠੇ ਕਰ ਦੇਗਾ, ਅੱਲਾ ਤੁਹਾਨੂੰ ਤੌਫੀਕ ਦੇ ਦੇਗਾ, ਅੱਲਾ ਕਿਸੇ ਤਰ੍ਹਾਂ ਆਪਾਂ ਨੂੰ ਇਕੱਠੇ ਕਰ ਦੇਗਾ। ਵਾ ਇਲੈਹਿਲ ਬਸੀਰ, ਤੇ ਫਿਰ ਇੱਥੇ ਨਾ ਹੋਏ ਤੇ ਉੱਥੇ ਅੱਲਾ ਕੋਲ ਜਾ ਕੇ ਜਿਹੜਾ ਨਾ ਉਹ ਆਪਾਂ ਇਕੱਠੇ ਹੋ ਜਾਣਾ। ਉੱਥੇ ਪਤਾ ਲੱਗ ਜਾਏਗਾ ਕਿ ਯਹੂਦੀ ਜਿਹੜੇ ਆ ਉਹ ਸੱਚੇ ਸੀ, ਔਰ ਜਾਂ ਜਿਹੜੇ ਆ ਉਹ ਕੀ ਉਹਨੂੰ ਕਹਿੰਦੇ ਆ ਕਿ ਮੁਸ਼ਰਿਕੀਨ ਜਿਹੜੇ ਆ ਉਹ ਸੱਚੇ ਸੀ, ਜਾਂ ਮੁਸਲਮਾਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਥੀ ਸੱਚੇ ਸੀ। ਉੱਥੇ ਫੈਸਲਾ ਹੋ ਜਾਣਾ, ਤੇ ਘਬਰਾਓ ਨਹੀਂ। ਇਹੀ ਅੱਜ ਦੇ ਦੌਰ 'ਚ ਸਮਝੋ ਕਿ ਜ਼ਾਹਿਰ ਗੱਲ ਹੈ ਕਿ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਇਹ ਕਹੋ ਕਿ ਠੀਕ ਹੈ, ਤੁਹਾਡੇ ਅਮਲ ਤੁਹਾਡੇ ਨਾਲ ਆ, ਲੇਕਿਨ ਅਸੀਂ ਕੋਈ ਆਪਣੇ ਫਾਇਦੇ ਵਾਸਤੇ ਨਹੀਂ ਕਰ ਰਹੇ, ਅਸੀਂ ਇਹ ਰੱਬ ਦਾ ਹੁਕਮ ਹੈ ਜਿਹਦੇ ਤੇ ਅਮਲ ਕਰ ਰਹੇ ਹਾਂ। ਵੱਲਜ਼ੀਨਾ ਯੁਹਾਜੂਨਾ ਫਿल्लाह ਮਿਨ ਬਾਦ ਮਸਤਜੀਬ ਲਹੂ, ਔਰ ਉਹ ਲੋਕ ਜਿਹੜੇ ਝਗੜਦੇ ਆ, ਬਹਿਸ ਕਰਦੇ ਆ ਅੱਲਾ ਦੇ ਬਾਰੇ 'ਚ, ਇਸ ਤੋਂ ਬਾਅਦ ਕਿ ਉਹਨਾਂ ਨੇ ਇਹ ਗੱਲ ਮੰਨ ਲਈ, ਕਬੂਲ ਕਰ ਲਈ, ਯਾਨੀ ਮੰਨ ਲਿਆ ਕਿ ਅੱਲਾ ਹਾਕਮ ਅਹਕमुल हाकिमीन है, ਮੰਨ ਲਿਆ ਕਿ ਅੱਲਾ ਰਾਜ਼ਕ ਔਰ ਰਜ਼ਾਕ ਔਰ ਰੱਬ ਹੈ, ਮੰਨ ਲਿਆ ਕਿ ਅੱਲਾ ਤਾਲਾ ਜਿਹੜਾ ਨਾ ਉਹ ਖਾਲਕ ਹੈ, ਔਰ ਮੰਨ ਲਿਆ ਕਿ ਅੱਲਾ ਮਾਬੂਦ ਹੈ। ਪਰ ਇਸ ਦੇ ਤਕਾਜ਼ੇ ਦੇ ਤੌਰ ਤੇ ਤੌਹੀਦ ਦਾ ਗਲਬਾ ਇਹ ਇਸ ਵਾਸਤੇ ਨਹੀਂ ਆਉਂਦੇ, ਇਹਦੀਆਂ ਬਹਿਸਾਂ ਕਰਦੇ ਆ, ਉੱਦਾਂ ਮੰਨਦੇ ਆ, ਠੀਕ ਹੈ ਨਾ। ਅੱਲਾ ਦੀਆਂ ਸਿਫਾਤ ਤੇ ਈਮਾਨ ਰੱਖਦੇ, ਕਹਿੰਦੇ ਅਸੀਂ ਰੱਖਦੇ ਹਾਂ ਅੱਲਾ ਦੀ ਸਿਫਾਤ ਤੇ ਈਮਾਨ, ਤੇ ਫਿਰ ਅੱਲਾਹ ਤਾਲਾ ਦੀ ਸਿਫਾਤ ਦੇ ਉੱਤੇ ਈਮਾਨ ਦਾ ਕੀ ਮਤਲਬ ਹੈ? ਫਰਮਾਇਆ ਲਾ ਹੁज्जत हम सॉरी मुस्तजीब वल्लज़ीना युहाजूना फिल्लाह मिन बाद मस्तजीब लहू, जिन्होंने मतलब है कि कबूल कर लिया इस गल नूं, ਮੰਨ ਲਿਆ ਕਿ ਇਹ ਅੱਲਾ ਦੀਆਂ ਸਿਫਾਤ ਹੈਗੀਆਂ, ਅੱਲਾ ਇਹਨਾਂ ਸਿਫਾਤ ਦਾ ਹਾਮਲ ਹੈ, ਅੱਲਾ ਅਹਕਮੁਲ ਹਾਕਿਮੀਨ, ਲੇਕਿਨ ਫਿਰ ਬਹਿਸਾਂ ਕਰਦੇ ਆ। ਫਰਮਾਇਆ ਹੁज्जतुहुम दाहिदतुन इंद रब्बिहिम, ਉਹਨਾਂ ਦੀ ਬਹਿਸ ਤੇ ਫਜ਼ੂਲ ਹੈ, ਅੱਲਾ ਤਾਲਾ ਦੇ ਹਾਂ ਬੇਮਕਸਦ ਹੈ, ਗੌਰ ਹੀ ਨਹੀਂ ਕਰਦੇ। ਵਾਲੈਹਿਮ ਗਜ਼ਬੁਨ, ਔਰ ਇਹਨਾਂ ਦੇ ਉੱਤੇ ਫਿਰ ਅੱਲਾ ਤਾਲਾ ਦਾ ਗਜ਼ਬ ਹੈ ਕਿ ਇੱਕ ਪਾਸੇ ਮੰਨਦੇ ਵੀ ਹੈ ਕਿ ਅੱਲਾ ਅਹਕਮੁਲ ਹਾਕਿਮੀਨ ਹੈ, ਅੱਲਾ ਰਾਜ਼ਕ ਔਰ ਰਜ਼ਾਕ ਹੈ, ਰੱਬ ਹੈ, ਅੱਲਾ ਜਿਹੜਾ ਉਹ ਖਾਲਕ ਹੈ, ਅੱਲਾ ਮਾਬੂਦ ਹੈ। ਤੇ ਫਿਰ ਜਿਸ ਵੇਲੇ ਅੱਲਾ ਦੀਆਂ ਇਹਨਾਂ ਸਿਫਾਤ ਦੇ ਮੁਤਾਬਕ ਇੱਕ ਮਾਸ਼ਰੇ ਦੇ ਕਿਆਮ ਦੀ ਗੱਲ ਕੀਤੀ ਜਾਂਦੀ ਹੈ, ਤੇ ਇਹ ਤੇ ਬਹਿਸ ਕਰਦੇ ਆ। ਫਰਮਾਇਆ ਵਲਹੁਮ ਅਜ਼ਾਬੁਨ ਸ਼ਦੀਦ, ਤੇ ਇਹਨਾਂ ਵਾਸਤੇ ਇੱਕ ਸਖਤ ਅਜ਼ਾਬ ਵੀ ਹੋਏਗਾ। ਅੱਲਾਹੁੱਲਜ਼ੀ ਅੰਜ਼ਲ ਅਲ ਕਿਤਾਬ ਬਿਲ ਹक़ ਵਲ ਮੀਜ਼ਾਨ, ਅੱਲਾ ਉਹ ਜ਼ਾਤ ਹੈ ਜਿਹਨੇ ਕਿਤਾਬ ਵੀ ਨਾਜ਼ਲ ਕੀਤੀ ਹੱਕ ਦੇ ਨਾਲ, ਔਰ ਮੀਜ਼ਾਨ ਵੀ। ਇਹ ਕਿਤਾਬ ਔਰ ਮੀਜ਼ਾਨ ਜ਼ਰਾ ਨੋਟ ਕਰਨਾ। ਕਿਤਾਬ ਜਿਹੜੀ ਹੈ ਨਾ ਉਹ ਮਤਲਬ ਇਹ ਹੈ ਕਿ ਹਰ ਇੱਕ ਦਾ ਜਿਹੜਾ ਨਾ ਹੱਕ ਮੁਕਰਰ ਕਰਦੀ ਹੈ, ਠੀਕ ਹੈ ਨਾ, ਇਹ ਹੱਕ ਦੱਸਦੀ ਹੈ। ਤੇ ਮੀਜ਼ਾਨ ਕੀ ਕਹਿੰਦੀ ਹੈ? ਮੀਜ਼ਾਨ ਉਹਨੂੰ ਵੰਡਦੀ ਹੈ ਕਿ ਇਹਦਾ ਇੰਨਾ ਹੱਕ ਹੈ, ਇਹਦਾ ਇਹ ਹੱਕ ਹੈ, ਇਹ ਇਹਨੂੰ ਦੇਣਾ ਹੈ। ਇਹ ਮੀਜ਼ਾਨ ਜਿਹੜੀ ਹੈ ਇਹ ਫਿਰ ਨਿਜ਼ਾਮ ਹੈ ਜਿਹੜਾ ਵੰਡ ਕੇ ਦਿੰਦਾ ਹੈ। ਜਿੱਥੇ ਕਿਤੇ ਅੱਲਾ ਤਾਲਾ ਦੇ ਅਹਕਮੁਲ ਹਾਕਿਮੀਨ ਹੋਣ ਨੂੰ ਚੈਲੰਜ ਹੈ, ਜਿੱਥੇ ਕਿਤੇ ਜਿਹੜਾ ਨਾ ਅੱਲਾ ਦੀ ਰਜ਼ਾਕੀਅਤ ਨੂੰ, ਰਾਜ਼ਕ ਹੋਣ ਨੂੰ ਚੈਲੰਜ ਹੈ, ਜਿੱਥੇ ਅੱਲਾ ਦੇ ਖਾਲਕ ਹੋਣ ਨੂੰ ਚੈਲੰਜ ਹੈ, ਉਹ ਔਰ ਜਿੱਥੇ ਜਿਹੜਾ ਨਾ ਉਹ ਅੱਲਾ ਦੇ ਮਾਬੂਦ ਹੋਣ ਨੂੰ ਚੈਲੰਜ ਹੈ, ਤੇ ਫਿਰ ਇਹ ਮੀਜ਼ਾਨ ਵੈਸ ਜਿਹੜਾ ਨਾ ਉਹ ਵਾਧੇ ਘਾਟੇ ਠੀਕ ਕਰੇਗੀ। ਵਮਾ ਯੁਦਰਿਕ ਲਅੱਲ ਸਾਅਤ ਕਰੀਬ, ਔਰ ਤੁਹਾਨੂੰ ਕੀ ਪਤਾ ਕਿਆਮਤ ਨੇੜੇ ਹੋਵੇ। ਮਤਲਬ ਹੈ ਕਿ ਮੁਸਲਮਾਨੋ, ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਇਹ ਕੰਮ ਤੁਹਾਨੂੰ ਦਿੱਤਾ ਗਿਆ ਵਾ, ਔਰ ਜ਼ਾਹਿਰ ਗੱਲ ਹੈ ਕਿ ਕਿਆਮਤ ਵੀ ਹੈ ਤੇ ਮੌਤ ਵੀ ਹੈ। ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਮਾਤਾ ਫਕਦ ਕਾਮਤ ਕਿਆਮਤ ਹੋ, ਜਿਹੜਾ ਮਰ ਗਿਆ ਉਹਦੀ ਕਿਆਮਤ ਕਾਇਮ ਹੋ ਗਈ। ਤੇ ਹੁਣ ਮਤਲਬ ਇਹ ਹੈ ਕਿ ਇਹ ਕੰਮ ਕਰਨਾ ਵਾ, ਲਿਹਾਜ਼ਾ ਜਿਹੜਾ ਨਾ ਉਹ ਕਰੋ। ਹੋ ਸਕਦਾ ਕਿਆਮਤ ਜਿਹੜਾ ਨਾ ਮੌਤ ਆ ਜਾਏ, ਔਰ ਹੋ ਸਕਦਾ ਕਿਆਮਤ ਆ ਜਾਏ, ਔਰ ਕਿਆਮਤ ਦੇ ਦਿਨ ਫਿਰ ਇਹ ਪੁੱਛਿਆ ਜਾਵੇ ਕਿ ਵੀ ਇਹ ਕੰਮ ਜਦੋਂ ਤੁਹਾਨੂੰ ਦੱਸ ਦਿੱਤਾ ਗਿਆ ਸੀ ਫਿਰ ਤੁਸੀਂ ਸੋਚਦੇ ਰਹੇ, ਬੈਠੇ ਰਹੇ, ਜਾਂ ਤੁਸੀਂ ਕੀਤਾ, ਤੇ ਜੋ ਕੀਤਾ ਉਹ ਦੱਸੋ। ਉੱਥੇ ਆ ਕੇ ਫਿਰ ਇਹਦਾ ਹਿਸਾਬ ਦੇਣਾ ਪਵੇ।
यस्ताजिलु बिल्लज़ीना ला युमिनूना बिहा, और जल्दी मचांदे आ वो लोग जेड़े आखरत दे उत्ते मतलब है कि ईमान नहीं रखते, मतलब आखरत दे उत्ते ईमान नहीं रखते। वरना तो ईमान वाले तो डरते रहंदे आ कि उत्थे हिसाब देना वा। वो पिछे आया ना कि बई जल्दी करो, क्यामत ते हिसाब देना तुसी, कि अल्लाह ने जेड़ी किताब और मिजान नाज़िल कीती सी, ये मिजान किते नसब कीती तुसी किताब दे मुताबिक कि नहीं कीती। ਤੇ ਫਰਮਾਇਆ ਕਿ ਕਾਹਲੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਆਖਰਤ ਦੇ ਉੱਤੇ ਈਮਾਨ ਨਹੀਂ ਰੱਖਦੇ, ਉਹ ਮੁਸ਼ਰਕ ਹੋਣ, ਉਹ ਕਹਿੰਦੇ ਸੀਗੇ ਜੀ ਕਦੋਂ ਆਣੀ ਹੈ ਕਿਆਮਤ। ਵਲਦੀਨ ਆਮਨੂ ਮੁਸ਼ਫਿਕੂਨ ਮਿਨਹਾ, ਔਰ ਜਿਹੜੇ ਈਮਾਨ ਵਾਲੇ ਆ ਉਹ ਤੇ ਇਸ ਤੋਂ ਡਰਦੇ ਰਹਿੰਦੇ ਆ ਹਿਸਾਬ ਜੋ ਦੇਣਾ। ਵਯਾਲਮੂਨਾ ਅੰਨਹਲ ਹਕ, ਅੰਨਹਲ ਹਕ, ਔਰ ਉਹ ਜਾਣਦੇ ਵੀ ਹੈ ਕਿ ਇਹ ਬਿਲਕੁਲ ਸੱਚ ਹੈ। अला इन लजीन युमारून फिसात लफी ज़लालिम बईद, और बे आगाह हो जाओ जिन्हां जेड़े लोग शक दे विच है क्यामत दे बारे च कि होनी है कि नहीं होनी, वो गुमराही च बहुत दूर चले गए। अल्लाह लतीफुम बे इबाद, अल्लाह ताला अपने बंदियां दे उत्ते बड़ा मेहरबान है, और जेड़ा ना वो उन्हां नू मतलब है कि उन्हां दियां ज़रूरतां नू भी जानदा है। ये असल दे च वो पिछे गल जड़ी है ना कि बई कर जल्दी करो क्यामत करीब है। फरमाया अल्लाह लतीफुम बे इबाद, अल्लाह ताला अपने बंदियां दे उत्ते बड़ा मेहरबान है। तुसी ये काम करो, तुहाडी रोजी रोटी जेड़ी है या तुहाडे मामलात जेड़े है वो अल्लाह सिद्धे करन वाला, तुसी अकामत दीन दा अकामत दीन दा काम करो। अन अकीमुद्दीन जेड़ा है ये तुहानू हुक्म दिता गया, ਇਹਦੇ ਵਾਸਤੇ ਜਦੋਜਹਿਦ ਕਰੋ, ਜਾਨ ਮਾਲ ਲਗਾਓ। ਯਰਜ਼ੁਕੁ ਮਨ ਯਸ਼ਾ, ਉਹ ਜਿਹਨੂੰ ਚਾਹੁੰਦਾ ਰਿਜ਼ਕ ਦਿੰਦਾ ਹੈ। ਕੋਈ ਤੁਸੀਂ ਇਹ ਨਾ ਸਮਝੋ ਕਿ ਜੀ ਜਿਹੜੇ ਮਿਹਨਤਾਂ ਕਰਦੇ ਆ, ਕੋਸ਼ਿਸ਼ਾਂ ਕਰਦੇ ਆ, ਰਿਜ਼ਕ ਉਹਨਾਂ ਨੂੰ ਹੀ ਲੱਭਦਾ। ਇਹ ਅੱਲਾ ਜਿਹਨੂੰ ਮਰਜ਼ੀ ਦੇਵੇ। ਵਹੁਵਲ ਕਵੀਉਲ ਅਜ਼ੀਜ਼, ਔਰ ਉਹ ਬੜਾ ਤਾਕਤਵਰ ਹੈ, ਔਰ ਉਹ ਗਾਲਬ ਆ ਜਾਣ ਵਾਲਾ। ਮਨ ਕਾਨਾ ਯੁਰੀਦੂ ਹਰਸਲ ਆਖਿਰਾ, ਔਰ ਜਿਹੜਾ ਕੋਈ ਆਖਰਤ ਸੌਰੀ हाँ ठीक है, और जेड़ा कोई आखरत की खेती चाहता है, नज़िद लहू फी हर से ही, ते अल्लाह ताला कहता असी ओदी आखरत की खेती वधा दिन्ने आ। मन काना युरीदू हरसत दुनिया, और जेड़ा दुनिया की खेती चाहता है, नूती ही मिनहा, ते असी ओनू एदे विचों दे दिन्ने आ। वमा लहू फिल आखिरात में नसीब, लेकिन फिर आखरत दे च कोई हिस्सा नहीं हुंदा। यानी अगर इस दुनिया के पिछे लगा है तो लगा रहे, ठीक है ना, और वो आखरत दे जेड़ा हिसाब होना वो तो उन्हां जुम्मेदारियां दा होना, जिन्हां दे च एक जुम्मेदारी तुहानू इस सूरत च दसी गई है कि दीन नू कायम करो। ते बाकी फिर खा पी के आ जाओगे जेड़े नहीं इस बारे सोचते। अम लहुम शुरकाऊ शरऊ लहुम मिनद्दीन मा लम यज़म बिहिल्लाह, क्या इन्हां दे कोई शरीक हैगे आ जिन्हां ने कोई इन्हां नू ऐसी शरीयत दिती होवे, ऐसा जिंदगी गुजारन का तरीका दिता होवे, जेड़ा मतलब कोई ऐसा दीन दिता होवे जेड़ा मतलब है कि अल्लाह ताला दे ने नहीं दिता और वो उन्होंने दिता है। यानी अल्लाह ने अपनी मखलूक नू पूरी जिंदगी गुजारन का एक तरीका दसिया वा। ये दीन दा कायम करना जेड़ा ना उहदे विच पूरा एक निज़ाम दिता जिंदगी गुजारन दा। अल्लाह कहता है जेड़े दूसरे आ जेड़े शरीक करते आ, इन्हां कोल कोई निज़ाम हैगा? इन्हां दे भी शरीकां ने कोई निज़ाम दिता है, मुशरकां दे शरीकां ने भी। वलौला कलिमतुल फस्ल, अगर एक गल फैसला कुन जेड़ी है ना होई हुंदी, लकुज़िया बैनहुम, ते अल्लाह ताला इन्हां दे दरमियान फैसले कर दिंदा। इन लज़ीना लहुम अज़ाबुन अलीम, बेशक इस जुर्म च इन्हां नू एक दर्दनाक अजाब दिता जाएगा। तरल लज़ीना मुशफिकीना मिम्मा कसबू, तुसी देखोगे कि जालिम अपने अमलों की वजह तो परेशान होणगे, डरदे होणगे। लेकिन वाह वाक़िउम बिहिम, लेकिन वो तो उन्हां ते वो अजाब ते पै के रहेगा, उन्हां दे अमाल दा वबाल ते उन्हां नू आके रहेगा। वल्लज़ीना आमनू व अमिलुस सालिहात फी रौज़ातिल जन्नात, और जेड़े ईमान लिया के फिर अच्छे अमल करनगे। अच्छा जी, इत्थे हुण तुसी देखो पूरी सूरत च पिछे पढ़ो, एक ही अमल का जिक्र है,
और वो अमल है अन अकीमुद्दीन, दीन नू कायम करो है। और एक ही अमर आ और एक ही नहीं है। अमर किया अन अकीमुद्दीन और नहीं किया वला ततफर्रकू फी है। तफरके तो रोकया और दीन नू कायम करने का हुक्म दिता। ए अमले साले ए है कि दीन नू कायम करो, तफरके तो बच जाओ। और उन्हां वास्ते है जन्नत जन्नत उन्हां वास्ते है लहुम मा यशाउना इंदा रब्बिहिम, उन्हां दे वास्ते होएगा सब कुछ जेड़ा उन्हां दा दिल चाहणगे, ਜਿਹੜੀ ਉਹਨਾਂ ਦੇ ਦਿਲਾਂ ਦੇ ਵਿੱਚ ਪਸੰਦ ਦੀ, ਜੋ ਉਹਨਾਂ ਦੇ ਦਿਲ ਪਸੰਦ ਕਰਨਗੇ ਉਹਨਾਂ ਨੂੰ ਉੱਥੇ ਲੱਭੇਗਾ। ਜ਼ਾਲਿਕ ਹੁਵਲ ਫਜ਼ਲੁਲ ਕਬੀਰ, ਬਹੁਤ ਵੱਡਾ ਫਜ਼ਲ ਹੈ। ਜ਼ਾਲਿਕ ਅੱਲਜ਼ੀ ਯੁਬਸ਼ਿਰੁल्लाहु इबादहु अल्लज़ीना आमनू वअमिलुस सालिहात, और ਇਹ ਉਹ ਚੀਜ਼ ਹੈ ਜਿਹਦੀ ਖੁਸ਼ਖਬਰੀ ਅੱਲਾਹ ਤਾਲਾ ਆਪਣੇ ਬੰਦਿਆਂ ਨੂੰ ਦਿੰਦਾ ਜਿਹੜੇ ਵੀ ਈਮਾਨ ਲਿਆ ਕੇ ਅੱਛੇ ਅਮਲ ਕਰਨ ਵਾਲੇ ਹੋਣਗੇ। ਕੁਲ ਲਾ ਸਾਲੁਕੁਮ ਅਲੈਹਿ ਅਜਰਾ, ਤੇ ਐ ਨਬੀ ਸੱਲੱਲਾਹੁ ਅਲੈहि ਵਸੱਲਮ ਇਹਨਾਂ ਨੂੰ ਕਹੋ ਕਿ ਮੈਂ ਇਹਦਾ ਕੋਈ ਤੁਹਾਡੇ ਕੋਲ ਤਨਖਾਹ ਅਜਰ ਨਹੀਂ ਮੰਗਦਾ। इल्लल मुवद्दत फिल कुर्बा, बस एक कराबतदारी का रिश्ता है। मतलब यह है भी तुसी तां जिद्दां कहंदे हैं ना कि कम अज कम कोई कराबतदारी का लिहाज करो, अखलाक दे विच इन्ने ज़्यादा ना गिर जाओ। मैं तुहानूं अल्लाह ताला की तरफ बुलाना है और तुसी मेरे रिश्तेदार होने के बावजूद, यानी जेड़े रिश्तेदारी के लिहाज से वह भी छड्ड गए। वमन यक़तरिफ़, और ये तो पता लगता है कि जो फिर ये काम करोगे तो फिर तुहाडा लिहाज किसी ने नहीं करना। वमन यक़तरिफ़ हसनतन नज़िद लहू फीहा हुस्ना, और जेड़ा कोई भी जेड़ा ना वो चंगा काम करेगा, नेकी कमाएगा, तो असीं वधावांगे ओदी इस नेकी नू, यानी ओदे अजर नू वधावांगे। इन अल्लाह गफूरन शकूर, बेशक अल्लाह ताला माफ करने वाला और कदरदान भी है। अम यकूलून अफ्तरा अलल्लाहि कज़िबा, और क्या ये कहते हैं कि इन्हों ने माज़अल्लाह मुहम्मद रसूलुल्लाह सल्लल्लाहु अलैहि वसल्लम ने अल्लाह की तरफ झूठ जोड़ दिता, यानी ये कुरान जड़ा ये अल्लाह की तरफों नहीं आया, इन्होंने आप ही जोड़ के ना तो ये अल्लाह की तरफ इहदी निस्बत कर दी है। फरमाया फ़इन यशा अल्लाहु यख्तिमु अला कल्बे, ये सिर्फ समझाने वास्ते अल्लाह कहता है नबी, अगर अल्लाह चाहे तो तुहाडे दिल नू बंद कर देवे, इहदे ते मोहर लगा देवे। यानी मतलब यह कि तुहाडे फिर जबान दे उत्ते कुरान आवे ही ना, तुसी ये कुरान सुना ना सको। ये असल च समझाया ये जा रहा है कि ये मुहम्मद और रसूलुल्लाह सल्लल्लाहु अलैहि वसल्लम की कोई सलाहियत नहीं है। कुरान ये अल्लाह की तरफों आ, और जदों अल्लाह चाहता है वो सुना सकते हैं, जदों अल्लाह नहीं चाहेगा वो नहीं सुना सकणगे। व यमहुल्लाहुल बातिल, और अल्लाह ताला जिहड़ा वो बातिल नूं मिटा दिंदा है, और इसे तरह अल्लाह ताला बातिल नूं हुण मिटाएगा। व युहिक्कुल्लाहुल हक्का बिकलिमात, और अल्लाह ताला हक दा हक होना जिहड़ा ना वो साबित कर दिंदा अपने अपने अपनी बात दे नाल, अपने फैसले दे नाल। इन्नहु अलीमुम बिज़ाति सुदूर, बेशक वो तो दिलों के हालां नूं भी जानदा है, दिलों के भेत भी जानदा है। वह वल्लज़ी यक़बलु तौबा अन इबादिही, और वो है जेड़ा अपने बंदियां कोलों दी तौबा भी कबूल करदा है। व याफू अन सय्यात, और उन्होंने माफ़ कर दिंदा बड़ियां सारियां उन्हां दी बुराइयां। व यालमु मा तफ़अलून, और जानदा है वो जो कुछ करदे आ, वो सारा दिन जो कुछ करदा है जानदा है। व यस्तजीबुल लज़ीना आमनू व अमिलुस सालिहात, और कबूल जेड़ा ना उन्हां करदा वा दवावां उन्हां लोकां दियां जेड़े ईमान लिया के अच्छे काम करते हैं। व यजीदहुम मिन फज़ले, और अपने फजल नाल उन्हां नूं होर भी दिंदा है, इजाफा भी करदा है। वल काफिरून लहुम अज़ाबुन शदीद, और काफिरां दे वास्ते ते बड़ा सख्त अजाब है। वलो बसतल्लाहु रिज़्क़ लिइबादे, अगर अल्लाह ताला जेड़ा ना वो अपने बंदियां दा रिज़्क वधा देवे, मतलब यह भी सब दा रिज़्क वधा देवे। ला बगौ फिल अर्द, ये तो जमीन के उत्ते सरकशी करन लग पैण, किसी नूं जीण ना देण। वलाकिन युनज़्ज़िलु बिक़दरि मा यशा, लेकिन वो नाज़िल करदा एक मतलब तनासब दे नाल, जिन 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 जिन्ना वो चाहता उन्ना नाज़िल करदा। और इन्नहु बेइबादिही खबीरम बसीरा, बेशक वो अपने बंदियां तो खबरदार है, देख रहा, उन्होंने पता कि इनू इन्ना देना चाहिए और इनू दिता तो जिहड़ा आफर जाएगा।
वह वल्लज़ी युनज़्ज़िलुल गैसा मिन बाद मा कानतू, और ਉਹ ਹੈ ਜਿਹੜਾ ਨਾਜ਼ਲ ਕਰਦਾ ਬਾਰਿਸ਼, ਜਿਹੜਾ ਬਾਰਿਸ਼ ਬਰਸਾਉਂਦਾ ਇਸ ਤੋਂ ਬਾਅਦ ਕਿ ਲੋਕ ਬਿਲਕੁਲ ਮਾਯੂਸ ਹੋ ਚੁੱਕੇ ਹੁੰਦੇ ਆ ਬਾਰਿਸ਼ ਨਾ ਹੋਣ ਦੀ ਵਜ੍ਹਾ ਤੋਂ, ਖੁਸ਼ਕ ਸਾਲੀ ਦੀ ਵਜ੍ਹਾ ਤੋਂ। ਵਯੰਸ਼ੁਰ ਰਹਿਮਤਹੁ, ਔਰ ਉਹ ਆਪਣੀ ਇਸ ਤਰ੍ਹਾਂ ਬਾਰਿਸ਼ ਜਿਹੜੀ ਹੈ ਇਹਨੂੰ ਆਪਣੀ ਰਹਿਮਤ ਬਣਾ ਕੇ ਇਹਨੂੰ ਫੈਲਾ ਦਿੰਦਾ। ਵਹੁਵਲ ਵਲੀਯੁਲ ਹਮੀਦ, ਔਰ ਉਹ ਸਾਰੇ ਕੰਮ ਸਿੱਧੇ ਕਰਨ ਵਾਲਾ, ਕਾਰਸਾਜ਼ ਔਰ ਖੂਬੀਆਂ ਵਾਲਾ। ਵਮਿਨ ਆਯਾਤਿਹੀ ਖਲਕੁ ਸਮਵਾਤ ਵਲ ਅਰਦ, ਔਰ ਉਹਦੀਆਂ ਨਿਸ਼ਾਨੀਆਂ ਦੇ ਵਿੱਚੋਂ ਆਸਮਾਨ ਔਰ ਜ਼ਮੀਨ ਦਾ ਪੈਦਾ ਹੋਣਾ। ਵਮਾ ਬੱਸਾ ਫੀਹਾ ਮਿਨ ਦਾਬਾ, ਔਰ ਜਿਹੜੇ ਵੀ ਜਿਹੜੇ ਇਹਦੇ ਵਿੱਚ ਜਾਨਵਰ ਹੈ, ਚੁਪਾਏ ਆ ਜਿਹੜੇ ਇੱਥੇ ਫੈਲੇ ਹੋਏ ਆ ਜ਼ਮੀਨ ਦੇ ਵਿੱਚ, ਇਹ ਉਸਨੇ ਹੀ ਫੈਲਾਇਆ। ਵਹੁ ਵਾਲਾ ਜਮ ਇਹਿਮ ਇਜ਼ਾ ਯਸ਼ਾਉ ਕਦੀਰ, ਔਰ ਉਹ ਇਹਨਾਂ ਦੇ ਇਹ ਜਿਹੜੇ ਇਨਕਾਰ ਕਰਦੇ ਆ ਇਹਨਾਂ ਦੇ ਜਮ੍ਹਾਂ ਕਰਨ ਦਾ ਜਦੋਂ ਚਾਹਵੇ ਜਮ੍ਹਾਂ ਕਰ ਸਕਦਾ, ਕੁਦਰਤ ਰੱਖਦਾ, ਯਾਨੀ ਜਦੋਂ ਚਾਹੇਗਾ ਇਹਨਾਂ ਨੂੰ ਮਰਨ ਤੋਂ ਬਾਅਦ ਇਕੱਠੇ ਕਰ ਲਏਗਾ। ਵਮਾ ਅਸਾਬਕੁਮ ਮਿਨ ਮੁਸੀਬਤਿਨ ਫਬਿਮਾ ਕਸਬਤ ਅਯਦੀਕੁਮ, ਔਰ ਜਿਹੜੀ ਵੀ ਤੁਹਾਨੂੰ ਮੁਸੀਬਤ ਆਉਂਦੀ ਹੈ ਉਹ ਤੁਹਾਡੇ ਆਪਣੇ ਹੱਥਾਂ ਦੀ ਕਮਾਈ ਹੁੰਦੀ ਹੈ। ਵਯਾਫੂ ਅਨ ਕਸੀਰ, ਔਰ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਾਫ ਕਰ ਦਿੰਦਾ। ਵਮਾ ਅੰਤੁਮ ਬਿਮੋਜਿਜ਼ੀਨ ਫਿਲ ਅਰਦ, ਔਰ ਤੁਸੀਂ ਉਹਨੂੰ ਹਰਾ ਨਹੀਂ ਸਕਦੇ ਜ਼ਮੀਨ ਦੇ ਵਿੱਚ। ਵਮਾ ਲਕੁਮ ਮਿਨ ਦੂਨਿல்லாਹਿ ਮਿਨ ਵਲੀਯਿਨ ਵਲਾ ਨਸੀਰ, ਔਰ ਨਹੀਂ ਹੋਏਗਾ ਤੁਹਾਡਾ, ਯਾਨੀ ਅਗਰ ਤੁਸੀਂ ਹਰਾਉਣ ਦੀ ਕੋਸ਼ਿਸ਼ ਕਰੋਗੇ ਤੇ ਨਹੀਂ ਹੋਏਗਾ ਤੁਹਾਡਾ ਕੋਈ ਵੀ ਮਦਦ ਕਰਨ ਵਾਲਾ, ਔਰ ਨਾ ਕੋਈ ਤੁਹਾਡਾ ਦੋਸਤ ਵਲੀ। ਵਮਿਨ ਆਯਾਤਿਹਿਲ ਜਵਾਰ ਫਿਲ ਬਹਰ ਕਲ ਆਲਾਮ, ਔਰ ਉਹਦੀਆਂ ਨਿਸ਼ਾਨੀਆਂ ਦੇ ਵਿੱਚੋਂ ਆ ਜਹਾਜ਼ ਸਮੁੰਦਰ ਦੇ ਵਿੱਚ ਪਹਾੜਾਂ ਦੀ ਤਰ੍ਹਾਂ ਚੱਲਦੇ। ਉਹ ਅਸਲ 'ਚ ਅੱਜ ਤਾਂ ਵਾਕਿਆ ਹੀ ਪਹਾੜ ਹੀ ਹੁੰਦਾ ਜਹਾਜ਼। ਉਸ ਜ਼ਮਾਨੇ 'ਚੋਂ ਬਾਦਵਾਨੀ ਹੁੰਦੇ ਸੀ ਨਾ, ਉੱਤੇ ਉਹ ਲੱਗੇ ਹੁੰਦੇ ਸੀ ਉਹਨਾਂ ਦੇ, ਇੱਦਾਂ ਇੱਦਾਂ ਜਿਵੇਂ ਪਹਾੜ ਫਿਰਦੇ ਆ, ਜਿੱਦਾਂ ਪਹਾੜ ਦੂਰੋਂ ਨਜ਼ਰ ਆਉਂਦੇ, ਇੱਦਾਂ ਸਮੁੰਦਰ ਦੇ ਵਿੱਚੋਂ ਪਹਾੜਾਂ ਦੀਆਂ ਚੋਟੀਆਂ ਤਰ੍ਹਾਂ ਨਿਕਲੇ ਹੁੰਦੇ ਸੀ, ਔਰ ਉਹ ਚੱਲਦੇ ਸੀ ਹਵਾ ਦੇ ਨਾਲ। ਅੱਗੇ ਫਰਮਾਇਆ ਯੁਸਕਿਨ ਰੀ, ਅਗਰ ਚਾਹਵੇ ਤੇ ਹਵਾ ਨੂੰ ਸਾਕਨ ਕਰ ਦੇਵੇ, ਰੋਕ ਦੇਵੇ। ਫਯਜ਼ ਲਲਨਾ ਰਵਾ ਕੇ ਦਾ ਅਲਾ ਜ਼ਹਰੇ, ਤੇ ਖੜੇ ਰਹਿ ਜਾਣਾ ਉਹ ਜਹਾਜ਼ ਜਿਹੜੇ ਆ ਸਮੁੰਦਰ ਦੇ ਉੱਤੇ ਹੀ। ਉਸ ਜ਼ਮਾਨੇ ਕਿਉਂਕਿ ਹਵਾ ਨਾਲ ਚੱਲਦੇ ਸੀ ਨਾ, ਤੇ ਉਸ ਵੇਲੇ ਦੱਸਿਆ ਕਿ ਉਹ ਫਿਰ ਖੜੋਤੇ ਰਹਿਣ, ਹਵਾ ਨਹੀਂ ਆ ਗਈ ਤੇ ਉਹਨਾਂ ਨੇ ਫਿਰ ਕਿੱਦਾਂ ਚੱਲਣਾ। ਇਨ ਫੀ ਜ਼ਾਲਿਕ ਲਾਆਯਾਤ, ਬੇਸ਼ੱਕ ਇਸ ਇਹਦੇ ਵਿੱਚ ਨਿਸ਼ਾਨੀਆਂ, ਲਿਕੁਲ ਸਬਾਰਿਨ ਸ਼ਕੂਰ, ਹਰ ਸਬਰ ਕਰਨ ਵਾਲੇ ਵਾਸਤੇ ਔਰ ਸ਼ੁਕਰ ਕਰਨ ਵਾਲੇ ਵਾਸਤੇ। ਔ ਯੂਬੇ ਕੋ ਹੁਨਾ ਬਿਮਾ ਕਸਬੂ, ਜਾਂ ਫਿਰ ਉਹਨਾਂ ਨੂੰ ਤਬਾਹ ਕਰ ਦੇਵੇ, ਉਹਨਾਂ ਜਹਾਜ਼ਾਂ ਨੂੰ, ਇਹਨਾਂ ਦੇ ਅਮਲਾਂ ਦੀ ਵਜ੍ਹਾ ਤੋਂ ਕੋਈ ਤੂਫਾਨ ਆਵੇ, ਤਬਾਹ ਹੋ ਜਾਣ। ਵਯਾਫੂ ਅਨ ਕਸੀਰ, ਔਰ ਉਹ ਬਹੁਤ ਸਾਰੀਆਂ ਚੀਜ਼ਾਂ ਮਾਫ ਕਰ ਦਿੰਦਾ ਹੈ, ਉਹ ਜਾਂਦੀ ਕਰਦਾ, ਕਹਿੰਦਾ ਕੋਈ ਗੱਲ ਨਹੀਂ, ਠੀਕ ਹੈ। ਵਯਅਲਮੁ ਲੱਜ਼ੀਨਾ ਯੁਜਾਦਿਲੂਨਾ ਫੀ ਆਯਾਤਿਨਾ, ਔਰ ਜਾਣ ਲੈਣ ਉਹ ਲੋਕ ਜਿਹੜੇ ਝਗੜਦੇ ਆ ਸਾਡੀਆਂ ਆਇਤਾਂ ਦੇ ਬਾਰੇ 'ਚ, ਸਾਡੀਆਂ ਆਇਤਾਂ ਦੇ ਬਾਰੇ 'ਚ ਬਹਿਸਾਂ ਕਰਦੇ ਆ। ਮਾ ਲਹੁਮ ਮਿਨ ਮਹੀਸ, ਕੋਈ ਨਹੀਂ ਉਹਨਾਂ 'ਚੋਂ ਭੱਜ ਕੇ ਜਾਣ ਵਾਲਾ ਕਿਤੇ, ਯਾਨੀ ਸਭ ਸਾਡੇ ਕਾਬੂ 'ਚ ਆ। ਫਮਾ ਊਤੀਤੁਮ ਮਿਨ ਸ਼ੈਇਨ ਫਮਤਾਉਲ ਹਯਾਤ ਦੁਨੀਆ, ਇਹ ਹੁਣ ਜਿਹੜਾ ਨਾ ਉਹ ਇਹ ਸਮਝ ਲਓ ਕਿ ਆਇਤ ਨੰਬਰ 36 ਤੋਂ ਲੈ ਕੇ ਆਇਤ ਨੰਬਰ 43 ਤੱਕ ਇਹ ਦੀਨ ਨੂੰ ਕਾਇਮ ਕਰਨ ਦੀ ਜਿਹੜੀ ਜਦੋਜਹਿਦ ਹੈ ਨਾ, ਇਹਦੇ ਵਾਸਤੇ ਜਿਹੜੇ ਲੋਕ ਆ ਉਹਨਾਂ ਦੀਆਂ ਖੂਬੀਆਂ ਬਿਆਨ ਹੋ ਰਹੀਆਂ, ਇਹ ਔਸਾਫ ਉਹਨਾਂ 'ਚ ਹੋਣੇ ਚਾਹੀਦੇ। ਵਮਾ ਊਤੀਤੁਮ ਮਿਨ ਸ਼ੈਇਨ ਫਮਤਾਉਲ ਹਯਾਤ ਦੁਨੀਆ, ਔਰ ਜੋ ਕੁਛ ਵੀ ਤੁਹਾਨੂੰ ਦੁਨੀਆ ਦੀ ਜ਼ਿੰਦਗੀ ਵਿੱਚ ਦਿੱਤਾ ਗਿਆ ਇਹ ਬਸ ਦੁਨੀਆ ਦਾ ਸਮਾਨ ਹੈ। ਵਮਾ ਇੰਦੱਲਾਹਿ ਖੈਰੁਮ व ਅਬਕਾ, ਔਰ ਜਿਹੜਾ ਅੱਲਾ ਦੇ ਕੋਲ ਆ ਉਹ ਅੱਛਾ ਵਾ ਔਰ ਬਾਕੀ ਰਹਿਣ ਵਾਲਾ। ਲਿਲਜ਼ੀਨ ਆਮਨੂ ਵਲਾ ਰੱਬਿਹਿਮ ਯਤਵੱਕਲੂਨ, ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੇ ਰੱਬ ਤੇ ਤਵੱਕਲ ਕਰਨ ਵਾਲੇ ਆ। ਯਾਨੀ ਪਹਿਲੀ ਸ਼ਰਤ ਇਹ ਹੈ ਕਿ ਅੱਲਾ ਦੇ ਉੱਤੇ ਤਵੱਕਲ ਹੋਵੇ, ਦੁਨੀਆ ਦੇ ਉੱਤੇ ਤਵੱਕਲ ਨਾ ਹੋਵੇ। ਵੱਲਜ਼ੀਨਾ ਯਜਤਨਿਬੂਨਾ ਕਬਾਇਰ ਅਲ ਇਸਮ ਵਲ ਫਵਾਹਿਸ਼, ਔਰ ਉਹ ਲੋਕ ਜਿਹੜੇ ਵੱਡੇ ਵੱਡੇ ਗੁਨਾਹਾਂ ਤੋਂ ਬਚਦੇ ਆ, ਔਰ ਬੇਹਯਾਈ ਦੇ ਕੰਮਾਂ ਤੋਂ ਬਚਦੇ ਆ। ਵਾਇਜ਼ਾ ਮਾ ਗਾਜ਼ਿਬੂ ਹੁਮ ਯਗਫਿरून, ਔਰ ਜਿਸ ਵੇਲੇ ਉਹ ਗੁੱਸਾ ਆਵੇ ਤੇ ਉਹ ਮਾਫ ਕਰ ਦਿੰਦੇ ਆ। ਇਹ ਸੂਰਾ ਨਿਸਾ ਦੀ ਆਇਤ ਨੰਬਰ 31, ਸੂਰਾ ਸ਼ੂਰਾ ਦੀ ਆਇਤ ਨੰਬਰ 37 ਔਰ ਸੂਰਾ ਨਜਮ ਦੀ ਆਇਤ ਨੰਬਰ 32, ਇਹ ਵੱਡੇ ਵੱਡੇ ਗੁਨਾਹਾਂ ਤੋਂ ਅੱਲਾ ਕਹਿੰਦਾ ਬਚੋ। ਬਹਰਹਾਲ ਹੁਣ ਜ਼ਿਆਦਾ ਤਫਸੀਲ ਦਾ ਮੌਕਾ ਦੇਂਗਾ, ਟਾਈਮ ਥੋੜਾ।
वल्लज़ीन इस्तजाबू लिरब्बिहिम, वो जिन्हां ने अपने रब की पुकार ते लब्बैक किया। पुकार केड़ी है? वो जिहड़ा अल्लाह ने कहा अकीमुद्दीन, अन अकीमुद्दीन, दीन नूं कायम करो। जिन्हां लोकां ने अपने रब की पुकार दे उत्ते लब्बैक किया, वा कामुस्सला, नमाज कायम कीती, व अमरुहुम शूरा बैनहुम, और उन्हां दे मामलात बामी मामलात मुशावरत दे नाल चलदे आ, व मिम्मा रज़क़नाहुम युनफिकून, और फिर इस दीन नूं कायम करन वास्ते जिहड़ा रिज़क दिता वो इहदे ते खर्च करदे आ। वल्लज़ीना इज़ा असाबहुमुल बग़यु हुम यंतसिरून, और वो जिन्हां दे उत्ते ज़्यादती हुंदी है ते वो बदला लैंदे आ। अगरचे उस वेले सूरा निसा का एक हुक्म सूरा निसा दे विच आया। सूरा निसा मदीने च नाजिल होई है ना, तो उत्थे अल्लाह ताला ने फरमाया कि ये हुक्म सीगा कुफ्फू ऐदियकुम अलम तरा इलल लज़ीना इज़ा कीला लहुम कुफ्फू ऐदियकुम, हाथ रोके रखो। मक्के दे विच हाथ रोके रखण दा हुक्म सीगा। ये दसिया जा रहा है कि ये ठीक है, वक्ती तौर ते एक हुक्म अल्लाह ने दिता होया कि तुसीं इन्हां बदला नहीं लेना, लेकिन असलन ये एक पॉलिसी है। और ईमान वाले जिहड़े आ वो जालम दा हथ रोकदे आ, यानी जुल्म नूं ताकत दे नाल रोकदे आ, अदल नूं ताकत दे नाल कायम करदे आ। व जज़ाओ सय्यअतिन सय्यअतुम मिसलुहा, और क्योंकि बुराई का बदला उसे जैसी बुराई है। जिहड़ा जालिम है उन्होंने फिर ज़ाहिर उन्होंने रोकना पेगा। फमन अफा वासलाहा, लेकिन जिसने माफ़ किया इसलाह कर लई फ़अजरुहु अल्लाह, तो उहदा अजर उहदे अल्लाह देण वाला। यानी इनफरादी सज़ा ते कोई माफ़ कर मामलात जिहड़े है ना वो माफ़ किए जाण ते उन्हां दा बड़ा अजर है। लेकिन एक निज़ाम वास्ते खतरा है, ਉਹ तौहीद वास्ते खतरा, तो फिर ਉਹਨੂੰ ਤਾਂ ਫਿਰ ਰੋਕਣਾ ਪੈਗਾ। इन्नहु ला युहिब्बु ज़ालिमीन, बेशक अल्लाह ਨੂੰ ਜ਼ਾਲਮਾਂ ਦੇ ਨਾਲ ਕੋਈ ਮੁਹੱਬਤ ਨਹੀਂ ਹੈਗੀ। वलमन इंतसर बाद जुल्मिही फउलाइका मा अलैहिम मिन सबील, और जिन्हें भी जुल्म तो बाद बदला लिया, तो फरमाया अगर उन्हें बदला लिया फौला मा अलैहिम मिन सबील, ते उन्हां दे उत्ते कोई इल्ज़ाम नहीं हैगा। यानी ये ठीक है, मक्के दे विच पॉलिसी आ, हुक्म आ कुफू ऐदियकुम, लेकिन जिहड़ा बदला उसूली तौर दे उत्ते है कि जिहड़ा मजलूम है वो अगर बदला लैंदा तो कोई हरज नहीं, ये उहदा हक है। इन्नमा सबीलु लल्लज़ीना यज़लिमून अन्नास, और इल्ज़ाम तो उन्हां लोकां दे उत्ते है जिहड़े इल्ज़ाम तो उन्हां दे उत्ते है जिहड़े लोकां दे उत्ते जुल्म करदे आ। यानी वो माशरे दे विच ऊंच नीच पैदा की हुई है, खालक दी मखलूक दे विच ऊंच नीच पैदा की हुई है। खालक दी मखलूक दे विच सॉरी वो रब रज़ाक और राज़क दे रिज़्क दे विच वाधा घाटा कीता होया, कुछ महरूम है कुछ नूं मिल रहा है। इस तरीके नाल वो हाकम और अहकमुल हाकिमीन जिहड़ा ओहदे हुक्मां नूं कोई पुछदा ही नहीं, ये अपने हुक्म चला रहे हैं, ये है ज़ालिम। तो फरमाया कि अल्लाह ताला इन्हां ज़ालिमां जिहड़ा है इन्हां दे मतलब है कि इन्हां दे इन्नमा सबीलु लल्लज़ीना यज़लिमून अन्नास, इन्हां ज़ालिमां दे उत्ते जिहड़ा ना वो इल्ज़ाम है कि ये गलत है। व यबगून फिल अर्दि बिगैरिल हक़, और ज़मीन दे उत्ते सरकशी करदे है ना हक। उलाइका लहुम अज़ाबुन अलीम, इन्हां वास्ते है दर्दनाक अज़ाब। वाला मन साबरा व गफर, लेकिन जिन्हें भी सबर किया दरगुजर की। ये हुण मक्के दे विच अल्लाह का हुक्म है कि बस चुप करो फिलहाल, कुफू ऐदियकुम जा इन, ते इत्थे सबर ही है। इन ज़ालिका लमिन अज़मिल उमूर, यानी असूली तौर दे उत्ते जुल्म नूं खत्म करना है, जुल्म नूं रोकना है, लेकिन मौका तहरीक वास्ते एक वक्त होंदा जिथे उन्होंने सबर करना पैंदा, जिद्दां मक्के दे विच सबर है, और मदीने आउण तो बाद फिर जुल्म दे अगे जो रुकावट खड़ी करनी है, बल्कि जालिम नूं सज़ा देनी है। इन ज़ालिका लमिन अज़मिल उमूर, बेशक ये सबर और ये दरगुजर बड़े हिम्मत दे कम्मां चों आ, क्योंकि बंदे नूं गुस्सा आ ही जांदा, लेकिन अल्लाह कहंदा ये बड़ी हिम्मत वालियां दा कम है कि एक पॉलिसी जिहड़ी आ उहदे ते फिर इदां कायम रहना।
एक हिकमत दे तकाजे नूं पूरा करना। वमन युज़लिल्लाहु फमा लहू मिन वलिय्यिन मिन बाद। और जिन्हों अल्लाह गुमराह करता है तो फिर कोई ओदे काम सिद्धे करने वाला नहीं इस तो बाद। वतर ज़ालिमीन लम्मा रावुल अज़ाब। और तुसी देखोगे जालिमां नूं जिस वेले वो अज़ाब नूं वेख रहे होंगे, यकूलूना हल इला मरद्दिम मिन सबील, ते वो कहणगे है कोई भज जाण दा राह, यानी कोई वापस मुड़ जाण दा रस्ता हैगा, दोबारा असी दुनिया दे विच चले जाइए। व तराहुम यो रजूना अलैहा। और तुसी देखोगे कि ये ओदे ते यानी जहन्नम दे उत्ते पेश कीते जाणगे, खाशिईना मिन ज़ुल। और ये बिल्कुल जड़ा ना वो आजज होणगे, कमज़ोर होणगे, बेबस जै। यंजुरूना मिन तरफिन खफी। और ये कान अखियां नाल वेखणगे, यानी सीधी अख नाल नहीं, टेढ़ी अख करके देखणगे, अख चरा के जिन्हों कहते देखना। वकाल अल्लज़ीना आमनू। और कहणगे ईमान वाले, इन्नल खासिरीन अल्लज़ीना खसरू अनफुसहुम व अहलिहिम यौमल क़ियामा। बेशक खसारे वाले ते ओ आ जेड़े खुद या उन्हां दे अहलो याल जेड़ा क़यामत दे दिन खसारे विच आ गए। अला इन ज़ालिमीन फी अज़ाब मुकीम। आगाह हो जाओ इन्हां ज़ालिमां नूं ते जेड़ा ना वो कायम रहन वाला अजाब, यानी एक मुसलसल अजाब होएगा, दायमी अजाब होएगा इन्हां नूं। वमा कान लहुम मिन औलिया यंसुरूनहुम मिन दूनिल्लाह। और नहीं होएगा इन्हां दा कोई भी दोस्त या कारसाज जेड़ा इन्हां दी उस वेले मदद करेगा उस अजाब च। वमन युज़लिल्लाहु फमा लहू मिन सबील। और जिन्हों अल्लाह गुमराह कर देवे ओदे ओनू फिर कोई हिदायत देने वाला नहीं। इस्तजीबू लिरब्बिकुम। लिहाजा अब फिर अहम गल आ गई, इस्तजीबू लिरब्बिकुम, लब्बैक कहो, जवाब दो अपने रब दा। रब ने तुहानू आख्या कीमुद्दीन, दीन नू कायम करो, जवाब दो। जवाब किदां देना? जवाब देना कि दीन नू कायम करन दी जद्दोजहद दे विच लग जाओ। मिन कबल अन यातिया यौमुल ला मरद्दा लहू मिनल्लाह। किते ये ना होवे कि सोचदे ही मौत आ जाए और फिर अल्लाह ताला दे हाँ जाओ तो फिर कहो कि अल्लाह हुण एक बारी वापस कर के असीं जेड़ा ना फिर ये दीन कायम करके उन्हें फरमाया मिन कबल अन यातिया यौमुल ला मरद्दा लहू मिनल्लाह। वो इस तो पहले पहले कोशिश कर लो, जान माल लगा लो कि वो दिन आ जाए जिन्हों फिर कोई मोड़न वाला नहीं। मालकुम मिन मलजा यौमइज़िन। और कोई नहीं होएगा उस वेले तुहाडे वास्ते कोई पनाह। वमा लकुम मिन नकीर। और कोई नहीं आएगा जो तुहाडे वालों पुछदास करने वाला होए। जिवें थाने च बंदा थाने वाले पुलिस फड़ के लै जाए तो कोई पिछों चला जाता ना तकड़ा बंदा, कोई नहीं होगा उत्थे तुहानू आके छड़ाउण वाला, पुछण वाला तुहाडा। फाइना रजू। फिर अगर ये मुंह मोड़ दिया, ये काम नहीं करते या इस पासे नहीं दे, फमा अरसलनाका अलैहिम हफीज़ा। तो है मुहम्मद सल्लल्लाहु अलैहि वसल्लम फिर असी तुहानू इन्हां दा मुहाफिज़ ते नहीं बनाया, फिर ये अपनी भुगतणगे। इन अलैका इल्लल बलाग। और नहीं तुहाडा काम तो है इबलाग कर देना, तबलीग कर देना, पहुंचा देना, समझा देना। व इन्ना इज़ा अज़कना इंसान मिन्ना रहमतन फारिहा बिहा। अगर असी इंसान दे उत्ते रहमत करिए तो बड़ा खुश हुंदा, जदों उन्होंने अपनी रहमत दा मज़ा चखाने बड़ा खुश हुंदा। व इन तुसिबहुम सय्यतुन बिमा क़द्दमत अयदीहिम। और अगर आंदी है उन्होंने कोई मुसीबत अपने कीते दी वजह तो फ़ा इन्नल इंसान कफूर। तो वह अपनी गलतियों की वजह मुसीबत आती है पर नाशुक्री करता, शिकवे करता अल्लाह दे। लिल्लाहि मुल्कु समावात वल अर्द। और अल्लाह दा ही है जो कुछ है आसमाना च और जमीन च। यखलुकु मा यशा। जो चाहता वह पैदा करता है। वह यहाबु लिमन यशाओ इनासा। और जिन्हों चाहता वो बेटियां दे दिंदा। वह यहाबु लिमन यशाओ ज़ुकूर। जिन्हों चाहता है लड़के दे दिंदा, बेटे दे दिंदा। ओ युज़व्विजुहुम ज़ुकरानम व इनासा। और जिन्हों चाहता है वो बेटियां बेटे मिला के दे दिंदा। व यजअलु मन यशाउ अकीमा। और जिन्हों चाहता बांझ रखदा, औलाद पैदा ही नहीं होंदी। इन्नहु अलीमुन कदीर। और बेशक ये सब ओदी कुदरत और ओदा इल्म है। वमा कान अली बशरन अन युकल्लिमहुल्लाह। और किसे बशर दा ये मकाम नहीं कि अल्लाह उहदे नाल गल करे, इल्ला वहयन, मगर अल्लाह जे नाल करदा या वही दे नाल करदा, सिवाए ये कि वही दे नाल करे। और जिदा नबी सल्लल्लाहु अलैहि वसल्लम की तरफ वही आउंदी सी। और मैं वराए हिजाब, जिदा मूसा अलैहिस्सलातु वस्सलाम नाल पर्दे दे पिछे।
ਅੱਲਾ ਕਲਾਮ ਕਰਦਾ ਸੀਗਾ। ਤੇ ਇਸੇ ਤੋਂ ਮੂਸਾ अलैहिस्सलातु वस्सलाम ਨੇ ਕਿਹਾ ਕਿ ਰੱਬੇ ਆਰੇ ਨਹੀਂ ਰੱਬੇ ਆਰੇ ਨਹੀਂ ਅੰਦਰ ਇਲੈਕ, ਮੈਂ ਤੈਨੂੰ ਦੇਖਣਾ ਚਾਹੁੰਦਾ। ਉਹ ਤੂਰ ਤੇ ਜਾਂਦੇ ਸੀ ਨਾ, ਅੱਲਾ ਨਜ਼ਰ ਨਹੀਂ ਆਉਂਦਾ ਸੀ, ਪਰਦਾ ਸੀਗਾ। ਤੇ ਇਦਾਂ ਵੀ ਅੱਲਾ ਜਿਹੜਾ ਉਹ ਆਪਣੀ ਗੱਲਬਾਤ ਜਿਹੜੀ ਆ ਪਹੁੰਚਾ ਦਿੰਦਾ ਆਪਣੇ ਬੰਦਿਆਂ ਤੱਕ, ਵਹੀ ਕਰ ਦਿੰਦਾ। ਔ ਯੁਰਸਿਲਾ ਰਸੂਲਾ, ਜਾਂ ਫਿਰ ਰਸੂਲ ਯਾਨੀ ਫਰਿਸ਼ਤਾ ਭੇਜ ਦਿੰਦਾ, ਜਿੱਦਾਂ ਜਿਬਰਾਈਲ ਅਮੀਨ ਜਿਹੜਾ ਵਹੀ ਲੈ ਕੇ ਆਏ। ਫਯੂਹੀਆ ਬੇਇਜ਼ਨਿhi ਮਾ ਯਸ਼ਾ, ਤੋ ਇਸ ਤਰ੍ਹਾਂ ਜੋ ਅੱਲਾ ਚਾਹੁੰਦਾ ਉਹ ਵਹੀ ਕਰ ਦਿੰਦਾ। इन्नहु अलीयुन हकीम, और बेशक वो बहुत बुलंदा और हिकमत वाला है। वह कज़ालिका औहयना इलैका रूहम मिन अमरिना, मुहम्मद सल्लल्लाहु अलैहि वसल्लम इसे तरीके नाल असीं तुहाडी तरफ भी वही कीती है, यानी उन्हां तरीकिਆਂ ਚੋਂ ਹੀ एक तरीका ਜਿਹਦੇ ਨਾਲ ਅਸੀਂ ਤੁਹਾਡੀ तरफ वही ਕਰਦੇ हैं। वमा कुंता तदरी मल किताब वल ईमान, और ਤੁਹਾਨੂੰ नहीं सी पता कि अहकामात और ईमान दियां तफसीलात की है। देखो एक फितरत ਦਾ ईमान भी ਹੁੰਦਾ ना, कुल्लु मौलूदिन यूलदु अलल फितरा फअबवैहि युवहिदानिहि औ युमज्जिसानिहि औ युनस्सिरानिहि औ कमा क़ाल रसूलुल्लाह सल्लल्लाहु अलैहि वसल्लम। ਇਹ ਫਿਤਰਤ ਵੀ ਈਮਾਨ ਦੇ ਮੁਤਾਬਕ ਹੁੰਦੀ ਹੈ। ਸੂਰਾ ਰੂਮ ਚ ਫਰਮਾਇਆ ਫਾਕਿਮ ਵਜਹਕ ਲਿਦੀਨ ਹਨੀਫਾ ਫਿਤਰਤੁल्लाह हिल्लती फतर अन्नास अलैहा ला तब्दीला लिखल्किल्लाह ज़ालिका दीनुल क़य्यिम वलाकिन्न अक्सर अन्नास ला यालमून। अलबत्ता ये ਜਿਹੜੀ तफसीलात ਹੁੰਦੀ है कि हराम हलाल नमाज रोज़ा ये वो जितने भी मतलब अहकामात है या दीन ਨੂੰ कायम करना, ये फिर अल्लाह ताला ਦੀ तरफों ही आਉਂਦਾ ना। तो फरमाया कि ਇਹ ਜਿਹੜੀਆਂ ਚੀਜ਼ਾਂ ਵਾ ਇਹ ਤੁਹਾਨੂੰ नहीं सी पहले पता। वलाकिन जालनाहु नूरा, लेकिन अल्लाह ताला ने ये वही दे जरिए ਜਿਹੜਾ पैगाम ਤੁਹਾਨੂੰ पहुंचाया ਇਹਨੂੰ रोशनी बना ਦਿੱਤਾ। नहदी बही माई नशाओ में निबादेना, और इस दे जरिए ਅਸੀਂ ਆਪਣੇ ਬੰਦਿਆਂ ਚ ਜਿਹਨੂੰ ਚਾਹੁੰਦੇ ਆ ਉਹਨੂੰ ਹਦਾਇਤ ਦੇ ਦਿੰਨੇ ਆ। व इन्नका लतहदी इला सिरात मुस्तकीम, और बेशक ਤੁਸੀਂ ਹੁਣ ਕਿਉਂਕਿ ਤੁਹਾਡੇ ਕੋਲੇ ਹਦਾਇਤ ਆ ਗਈ ਆ ਤੇ ਤੁਸੀਂ ਜਿਹੜਾ ਨਾ ਹਦਾਇਤ ਦੇ ਰਹੇ ਹੋ ਸਿੱਧੇ ਰਸਤੇ ਦੀ ਤਰਫ, ਤੁਸੀਂ ਲੋਕਾਂ ਨੂੰ ਬੁਲਾ ਰਹੇ ਹੋ। सिरातिल्लाहि लज़ी लहू मा फिस समावात व मा फिल अर्द, रास्ता उस ज़ात दा कि जेड़ी मालिक है आसमाना दी और ज़मीन दी। अला इलल्लाहि तुसीरुल उमूर, आगाह हो जाओ सारे कम्मां दा अंजाम अल्लाह दे कोल ही है। जो कुछ भी हो रहा है, जो कुछ भी तुसी कर रहे हो, ये जेड़ा हुक्म दिता तुहानू इस हवाले नाल भी ये सब दी रिपोर्ट अल्लाह को जा रही है, और क़यामत दे दिन वो रिपोर्ट तुहानू दिखा दी जाएगी कि तुहाडे चों कौन कौन की करके आया। अल्हम्दुलिल्लाह जी, वो वक्त थोड़ा सीगा, बहरहाल खिंच खुच के 17 नंबर आयत तक तो तसल्ली नाल ही पढ़िया, लेकिन अगे आके फिर ज़्यादा जल्दी करना पिया। बहरहाल मजमून अल्हम्दुलिल्लाह वाज़ेह हो गया वा। अकूल कौली हाज़ा वस्तगफिरहु ली वलकुम वलिसाइरिल मुस्लिमीन वल मुस्लिमात।